सत श्री अकाल दोस्तों, उम्मीद है तुसी सब ठीक ठाक होवोगे। दोस्तों जिमें कि तुहानू सब नू पता है अपना ETT स्क्रीनिंग दा असी पिछले पेपर दे जो नवंबर दे विच होया सी ए सैट है मेरे कोले उसदे आपां 5 क्वेश्चन साइंस दे सॉल्व कर चुके सी। साइंस दा पेपर है, साइंस दा पार्ट है, 5 क्वेश्चन असी उसदे सॉल्व कर चुके सी राजे। 70 क्वेश्चन तक असी ने सॉल्व कर ले सी। अज असी उस तो अगले क्वेश्चन सॉल्व करांगे तां समा ज्यादा खराब ना करते हुए असी अगे करते हैं। तो राजे पूछ रहा है जो क्वेश्चन नंबर 71 है 71 नंबर के विनेगर इज ए सोल्यूशन ऑफ। तो राजे मैं तुहानू दस दवां विनेगर की हुंदा। पहला विनेगर सिरका हुंदा राजे, जो तुसीं घरां दे विच यूज करदे हो, सलाद वगैरह दे उपर असीं छिड़क लैंदे आंगे, होर कम्मां दे लई यूज कीता जांदा, जिस तरह फास्ट फूड बनाउण दे लई यूज कीता जांदा गा। तां राजे पूछ रहा कि यह बनदा किद्दां है। 5 ਤੋਂ 8%, 5 to 8% इथानोइक एसिड इन अल्कोहल कह रहा है कि 5 ਤੋਂ 8% ਜਿਹੜਾ इथानोइक एसिड है उसनू अल्कोहल ਦੇ ਵਿੱਚ ਪਾਉਣ ਦੇ ਨਾਲ ਬਣਦਾ ਹੈ। 5 ਤੋਂ 8% इथानोइक एसिड इन वाटर कि 5 ਤੋਂ 8% इथानोइक एसिड ਨੂੰ ਪਾਣੀ ਦੇ ਵਿੱਚ ਪਾਉਣ ਦੇ ਨਾਲ ਬਣਦਾ ਹੈ। 50 to 80% इथानोइक एसिड इन वाटर 50 ਤੋਂ 80% इथानोइक एसिड ਪਾਣੀ ਦੇ ਵਿੱਚ ਪਾਉਣ ਦੇ ਨਾਲ ਬਣਦਾ ਹੈ। 50 to 80% इथानोइक एसिड इन अल्कोहल कि 50 ਤੋਂ 80% इथानोइक एसिड अल्कोहल ਦੇ ਵਿੱਚ ਪਾਉਣ ਦੇ ਨਾਲ ਬਣਦਾ ਹੈ। ਤਾਂ ਰਾਜੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਜੋ इथानोइक एसिड ਹੁੰਦਾ ਰਾਜੇ ਉਸ ਦਾ ਕੈਮੀਕਲ ਫਾਰਮੂਲਾ ਕੀ ਹੁੰਦਾ ਹੈ। ਉਸ ਦਾ ਕੈਮੀਕਲ ਫਾਰਮੂਲਾ ਹੁੰਦਾ ਰਾਜੇ 71 ਕੁਐਸਚਨ ਆ ਰਾਜੇ। इथानोइक एसिड ਦਾ ਕੈਮੀਕਲ ਫਾਰਮੂਲਾ ਹੁੰਦਾ ਰਾਜੇ ਤੁਹਾਨੂੰ ਸਿੱਧਾ ਡਾਇਰੈਕਟ पेपर ਦੇ ਵਿੱਚ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ इथानोइक एसिड ਦਾ ਕੈਮੀਕਲ ਫਾਰਮੂਲਾ ਲਿਖੋ। ਤਾਂ ਰਾਜੇ ਇਹ ਕੀ ਹੁੰਦਾ ਆਪਣੇ ਕੋਲੇ इथानोइक एसिड। इथानोइक एसिड ਦਾ ਕੈਮੀਕਲ ਫਾਰਮੂਲਾ ਹੈ। ਜਦੋਂ ਇਸ ਦੇ ਵਿੱਚ ਰਾਜੇ ਅਸੀਂ ਇਸ ਨੂੰ ਪਾਣੀ ਦੇ ਵਿੱਚ ਪਾ ਦਿੰਨੇ ਆ ਤਾਂ ਪਾਣੀ ਹੈ ਜੋ ਉਸ ਨੂੰ ਅਸੀਂ ਕੀ ਕਹਿ ਦਿੰਨੇ ਆ, ਵਿਨੇਗਰ ਕਹਿ ਦਿੰਨੇ ਆ। ਤਾਂ ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਪਾਣੀ ਦੇ ਵਿੱਚ ਜਦੋਂ ਐਸਿਡ ਪਾ ਦਿੰਨੇ ਆ ਅਸੀਂ ਤਾਂ ਪਾਣੀ ਆ ਜੋ ਸਾਡਾ ਐਸਿਡ ਦੇ ਨਾਲ ਕਿਹੜਾ ਸੋਲੂਸ਼ਨ ਬਣ ਜਾਂਦਾ ਰਾਜੇ, ਉਹ ਐਸਿਡਿਕ ਸੋਲੂਸ਼ਨ ਬਣ ਜਾਂਦਾ। ਤਾਂ ਜੋ ਤੁਹਾਡਾ ਵਿਨੇਗਰ ਹੈ ਇਸ ਪ੍ਰੋਸੈਸ ਦੇ ਥਰੂ ਹੀ ਕੀ ਹੁੰਦਾ ਰਾਜੇ, ਤਿਆਰ ਹੁੰਦਾ ਹੈ। ਤਾਂ ਇਸ ਦਾ ਜੋ ਐਗਜ਼ੈਕਟ ਆਨਸਰ ਆਏਗਾ ਰਾਜੇ ਉਹ ਆਏਗਾ ਆਪਣੇ ਕੋਲੇ B 5 ਤੋਂ 8% इथानोइक एसिड इन वाटर। ਤਾਂ ਰਾਜੇ ਕਿੱਦਾਂ ਦੇਖੋ, ਆਪਣੇ ਕੋਲੇ ਸਪੋਜ਼ ਕਰ ਲਓ ਇੱਕ ਗਲਾਸ ਦੇ ਵਿੱਚ ਤੁਸੀਂ ਕੀ ਕਰ ਲਿਆ, ਪਾਣੀ ਲੈ ਲਿਆ। ਤਾਂ ਇਸ ਪਾਣੀ ਦੇ ਵਿੱਚ ਰਾਜੇ ਅਸੀਂ ਕੀ ਕੀਤਾ, ਇੱਕ ਵਾਟਰ ਗਲਾਸ ਦੇ ਵਿੱਚ ਅਸੀਂ ਕੀ ਲੈ ਲਿਆ, ਪਾਣੀ ਲੈ ਲਿਆ। ਕਿੰਨਾ ਪਾਣੀ ਲੈ ਲਿਆ, 92 ml ਲੈ ਲਿਆ, 92 ml ਲੈ ਲਿਆ ਰਾਜੇ। ਅਗਰ ਇਸ ਦੇ ਵਿੱਚ ਹੁਣ ਅਸੀਂ ਕੀ ਕਰਾਂਗੇ, ਕਿੰਨੇ ਤੋਂ 5 ਤੋਂ 8 ml, ਅਗਰ 5 ਤੋਂ 8 ml ਦੇ ਵਿੱਚ ਅਸੀਂ ਕੀ ਕਰਾਂਗੇ, ਇਸ ਦੇ ਵਿੱਚ इथानोइक एसिड ਪਾਵਾਂਗੇ 5 ਤੋਂ 8 ml। ਤਾਂ ਜਿਹੜਾ ਇਹ 92 ml ਪਾਣੀ ਸੀਗਾ 5 ਤੋਂ 8 ml, 5 ਤੋਂ 8 ml ਦਾ ਮਤਲਬ 5 ਵੀ ਪਾ ਸਕਦੇ ਆ, 6 ਵੀ ਪਾ ਸਕਦੇ ਆ, 7 8। ਤਾਂ ਇਹ ਕੀ ਪਾਉਣ ਦੇ ਨਾਲ, इथानोइक एसिड ਪਾਉਣ ਦੇ ਨਾਲ ਜਿਹੜਾ ਇਹ ਪਾਣੀ ਹੈ, ਫਿਰ ਇਸ ਪਾਣੀ ਨੂੰ ਅਸੀਂ ਕੀ ਕਹਾਂਗੇ ਜੀ, ਜਿਹੜਾ ਪਾਣੀ ਤੇ ਇਹ इथानोइक एसिड ਦਾ ਸੋਲੂਸ਼ਨ ਬਣੂਗਾ ਰਾਜੇ, ਅਸੀਂ ਉਸ ਨੂੰ ਕੀ ਕਹਾਂਗੇ, ਵਿਨੇਗਰ। ਇਹ ਗੱਲ ਧਿਆਨ ਚ ਰੱਖਣੀ ਹੈ ਰਾਜੇ ਕਿ ਵਿਨੇਗਰ ਕਿੱਦਾਂ ਬਣਦਾ, 5 ਤੋਂ 8 ml इथानोइक एसिड ਨੂੰ ਪਾਣੀ ਦੇ ਵਿੱਚ ਪਾਉਣ ਦੇ ਨਾਲ ਬਣਦਾ ਹੈ। ਤਾਂ ਇੱਥੇ ਅਲਕੋਹਲ ਦੇ ਵਿੱਚ ਪਾਇਆ ਹੋਇਆ, ਇਹ ਤਾਂ ਆਪਸ਼ਨ ਹੀ ਗਲਤ ਹੈ। ਤਾਂ ਦੇਖੋ ਰਾਜੇ ਲਾਸਟ ਵਾਲੀ ਦੇ ਵਿੱਚ ਵੀ ਕੀ ਹੈ, इथानोइक एसिड ਨੂੰ ਅਲਕੋਹਲ ਦੇ ਵਿੱਚ ਪਾਇਆ, ਇਹ ਵੀ ਆਪਸ਼ਨ ਗਲਤ ਹੈ। ਤਾਂ 5 ਤੋਂ 8 ml ਪਾਵਾਂਗੇ ਤਾਂ ਹੀ ਬਣੇਗਾ। ਤਾਂ ਜੋ C ਆਪਸ਼ਨ ਹੈ ਉਸ ਦੇ ਵਿੱਚ 50 ਤੋਂ 80%, ਮਤਲਬ ਜਿਹੜਾ C ਆਪਸ਼ਨ ਹੈ ਉਹ ਤਾਂ ਬਿਲਕੁਲ ਕੀ ਹੈ ਰਾਜੇ, ਐਸਿਡ ਹੈ। ਐਸਿਡ ਦਾ ਇਫੈਕਟ ਕੀ ਹੁੰਦਾ ਸਾਡੀ ਬਾਡੀ ਦੇ ਉੱਪਰ ਉਹ ਤੁਹਾਨੂੰ ਬਿਲਕੁਲ ਪਤਾ ਹੀ ਹੈ। ਤਾਂ ਇਸ ਲਈ C ਆਪਸ਼ਨ ਤਾਂ ਬਿਲਕੁਲ ਰੋਂਗ ਹੈ ਰਾਜੇ। ਤਾਂ ਹੋਪ ਕਿ ਤੁਹਾਨੂੰ ਇਸ ਦਾ ਆਨਸਰ ਕਲੀਅਰ ਹੋ ਗਿਆ ਹੋਵੇਗਾ। ਇਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਰਾਜੇ, ਵਿਚ ਆਫ ਦਾ ਫੋਲੋਇੰਗ ਡਜ਼ ਨਾਟ ਇਨਵੋਲਵ ਇਨ ਏ ਕੈਮੀਕਲ ਰਿਐਕਸ਼ਨ। ਪੰਜਾਬੀ ਦੇ ਵਿੱਚ ਪੜ੍ਹਦਾ ਰਾਜੇ, ਹੇਠ ਲਿਖਿਆਂ ਵਿੱਚੋਂ ਕਿਹੜਾ ਰਸਾਇਣਿਕ ਪ੍ਰਤੀਕਿਰਿਆ ਵਿੱਚ ਸ਼ਾਮਿਲ ਨਹੀਂ ਹੈ। ਤਾਂ ਰਾਜੇ ਤੁਹਾਨੂੰ ਮੈਂ ਦੱਸ ਦਵਾਂ ਜੋ ਪ੍ਰਤੀਕਿਰਿਆਵਾਂ ਨੇ, ਪਹਿਲਾਂ ਮੈਂ ਤੁਹਾਨੂੰ ਇਹ ਗੱਲ ਕਲੀਅਰ ਕਰਵਾ ਦਵਾਂ ਕਿ ਦੋ ਤਰ੍ਹਾਂ ਦੀਆਂ ਹੁੰਦੀਆਂ, ਇੱਕ ਭੌਤਿਕ ਪ੍ਰਤੀਕਿਰਿਆਵਾਂ, ਇੱਕ ਕੀ ਹੁੰਦੀਆਂ, ਰਸਾਇਣਿਕ। ਇੰਗਲਿਸ਼ ਦੇ ਵਿੱਚ ਕਹਿੰਦੇ ਆ ਰਾਜੇ ਫਿਜ਼ੀਕਲ ਚੇਂਜ ਤੇ ਕੈਮੀਕਲ ਚੇਂਜ। ਤਾਂ ਫਿਜ਼ੀਕਲ ਚੇਂਜ ਕਿਹੜੀ ਹੁੰਦੀ ਹੈ ਰਾਜੇ, 72 ਨੰਬਰ ਕੁਐਸਚਨ ਇਹ, ਫਿਜ਼ੀਕਲ ਚੇਂਜ ਕਿਹੜੀ ਹੁੰਦੀ ਹੈ, ਧਿਆਨ ਨਾਲ ਸਮਝੋ ਇਸ ਕੁਐਸਚਨ ਨੂੰ ਰਾਜੇ। ਫਿਜ਼ੀਕਲ ਨੂੰ ਪੰਜਾਬੀ ਦੇ ਵਿੱਚ ਕਹਿੰਦੇ ਆ ਭੌਤਿਕ, ਠੀਕ ਹੈ ਰਾਜੇ। ਕੀ ਕਹਿੰਦੇ ਇਸ ਨੂੰ, ਭੌਤਿਕ, ਭੌਤਿਕ ਚੇਂਜ।
ਤੇ ਫਿਜ਼ੀਕਲ ਹੁੰਦੀ ਕੀ ਹੈ ਰਾਜੇ, ਦੇਖੋ ਜਿਸ ਤਰ੍ਹਾਂ ਸਾਡੇ ਕੋਲੇ ਕੀ ਹੈ, ਆਈਸ ਹੈ, ਬਰਫ਼ ਹੈਗੀ, ਠੀਕ ਹੈ ਰਾਜੇ। ਬਰਫ਼ ਤੋਂ ਕੀ ਬਣ ਗਿਆ, ਪਾਣੀ ਬਣ ਗਿਆ। ਬਰਫ਼ ਤੋਂ ਕੀ ਬਣ ਗਿਆ, ਪਾਣੀ। ਤਾਂ ਫੇਰ ਪਾਣੀ ਤੋਂ ਕੀ ਬਣ ਜੂਗਾ ਰਾਜੇ, ਬਰਫ਼ ਬਣ ਜੂਗੀ। ਅਗਰ ਉਸਨੂੰ ਫਰੀਜ਼ ਕਰ ਦਾਂਗੇ ਪਾਣੀ ਤੋਂ ਦੁਬਾਰਾ ਕੀ ਬਣ ਜਾਏਗਾ, ਬਰਫ਼ ਬਣ ਜਾਏਗੀ। ਬਰਫ਼ ਤੋਂ ਫੇਰ ਪਾਣੀ ਬਣ ਜਾਏਗਾ। ਰਾਜੇ ਤੁਸੀਂ ਇੱਕ ਚੀਜ਼ ਨੋਟ ਕਰੋ, ਕੋਈ ਨਵੀਂ ਚੀਜ਼ ਬਣਦੀ ਹੈ, ਨਹੀਂ ਬਣਦੀ। ਮਤਲਬ ਪਾਣੀ ਬਰਫ਼ ਦੇ ਵਿੱਚ, ਬਰਫ਼ ਪਾਣੀ ਦੇ ਵਿੱਚ, ਮਤਲਬ ਜਿਹੜੀ ਇਸ ਦੀ ਸਟੇਟ ਹੈ, ਮਤਲਬ ਇਸ ਦੀ ਸਟੇਟ ਚੇਂਜ ਨਹੀਂ ਕਰ ਸਕਦੇ ਅਸੀਂ। ਸਮਝ ਗਏ ਰਾਜੇ ਤੁਸੀਂ, ਜੋ ਮਤਲਬ ਸਟੇਟ ਦਾ ਮਤਲਬ ਮੈਂ ਕਹਿਣਾ ਚਾਹ ਰਿਹਾ ਕਿ ਪਾਣੀ ਨੂੰ ਅਸੀਂ ਕਿਸੇ ਨਵੀਂ ਅਵਸਥਾ ਦੇ ਵਿੱਚ ਨਹੀਂ ਚੇਂਜ ਕਰ ਰਹੇ ਹੈਗੇ। ਤਾਂ ਪਾਣੀ ਸਾਡਾ ਪਾਣੀ ਹੀ ਰਹਿ ਰਿਹਾ, ਕਦੇ ਸੋਲਿਡ ਬਣ ਜਾਂਦਾ, ਕਦੇ ਲਿਕੁਇਡ ਬਣ ਜਾਂਦਾ, ਪਰ ਐਕਚੁਅਲ ਦੇ ਵਿੱਚ ਪਾਣੀ ਤੋਂ ਕੋਈ ਨਵੀਂ ਚੀਜ਼ ਨਹੀਂ ਤਿਆਰ ਹੋ ਰਹੀ ਰਾਜੇ। ਤਾਂ ਇਦਾਂ ਦੀ ਚੇਂਜ ਨੂੰ ਕਹਿੰਦੇ ਆ ਅਸੀਂ ਭੌਤਿਕ ਚੇਂਜ, ਠੀਕ ਹੈ ਰਾਜੇ। ਫਿਜ਼ੀਕਲ ਚੇਂਜ ਮਤਲਬ ਕਿ ਜਿਸ ਦੇ ਵਿੱਚ ਕੋਈ ਨਵਾਂ ਪ੍ਰੋਡਕਟ ਤਿਆਰ ਨਹੀਂ ਹੁੰਦਾ, ਨਵਾਂ ਸਬਸਟੈਂਸ ਤਿਆਰ ਨਹੀਂ ਹੁੰਦਾ, ਉਦਾਂ ਦੀ ਚੇਂਜ ਨੂੰ ਕੀ ਕਹਿੰਦੇ ਆ ਰਾਜੇ, ਅਸੀਂ ਭੌਤਿਕ ਚੇਂਜ। ਤਾਂ ਸਾਡੇ ਕੋਲੇ ਦੂਜਾ ਕੀ ਹੁੰਦਾ ਰਾਜੇ, ਇਹ ਤਾਂ ਹੈਗਾ ਸੀ ਭੌਤਿਕ ਚੇਂਜ। ਦੂਜਾ ਕੀ ਹੁੰਦਾ ਸਾਡੇ ਕੋਲੇ, ਰਸਾਇਣਿਕ ਚੇਂਜ। ਕੀ ਹੁੰਦਾ ਰਾਜੇ, ਰਸਾਇਣਿਕ ਚੇਂਜ, ਠੀਕ ਹੈ। ਇੰਗਲਿਸ਼ ਦੇ ਵਿੱਚ ਇਸ ਨੂੰ ਕਹਿੰਦੇ ਆ ਕੈਮੀਕਲ ਚੇਂਜ। ਕੀ ਕਹਿੰਦੇ ਆ ਰਾਜੇ, ਇਸ ਨੂੰ ਅਸੀਂ ਕੈਮੀਕਲ ਚੇਂਜ। ਕੈਮੀਕਲ ਚੇਂਜ ਦੇ ਵਿੱਚ ਕੀ ਹੁੰਦਾ ਰਾਜੇ, ਤੁਸੀਂ ਧਿਆਨ ਦੇ ਨਾਲ ਸੁਣਿਓ ਮੇਰੀ ਗੱਲ ਨੂੰ। ਸਪੋਜ਼ ਕਰ ਲਓ ਸਾਡੇ ਕੋਲੇ ਕੀ ਹੈਗਾ, ਹਾਈਡਰੋਜਨ ਆ ਰਾਜੇ। ਹਾਈਡਰੋਜਨ ਨੂੰ ਅਸੀਂ ਰਿਐਕਟ ਕਰਵਾਇਆ ਕਲੋਰੀਨ ਦੇ ਨਾਲ, ਤਾਂ ਰਾਜੇ ਕੀ ਬਣ ਗਿਆ ਸਾਡੇ ਕੋਲੇ, ਹਾਈਡਰੋਜਨ ਕਲੋਰਾਈਡ। ਕੀ ਬਣ ਗਿਆ, ਹਾਈਡਰੋਜਨ ਕਲੋਰਾਈਡ। ਤਾਂ ਹਾਈਡਰੋਜਨ ਅਲੱਗ ਚੀਜ਼ ਹੈ, ਗੈਸ ਸੀ, ਕਲੋਰੀਨ ਅਲੱਗ ਚੀਜ਼ ਹੈ, ਇਹ ਵੀ ਗੈਸ ਸੀ। ਤਾਂ ਇਹਨਾਂ ਤੋਂ ਮਿਲ ਕੇ ਕੀ ਬਣਿਆ ਰਾਜੇ, ਸਾਡੇ ਕੋਲੇ ਹਾਈਡਰੋਜਨ ਕਲੋਰਾਈਡ ਬਣਿਆ, ਇੱਕ ਨਵਾਂ ਪ੍ਰੋਡਕਟ ਬਣਿਆ। ਹੁੰਦਾ ਤਾਂ ਇਹ ਵੀ ਗੈਸ ਹੀ ਹੈ, ਲਿਕੁਇਡ ਫਾਰਮ ਦੇ ਵਿੱਚ ਵੀ ਹੁੰਦੀ ਹੈ ਇਹ। ਤਾਂ ਮਤਲਬ ਕੋਈ ਨਵੀਂ ਚੀਜ਼ ਬਣੀ ਹੈ। ਦੇਖੋ ਰਾਜੇ ਇਸ ਦੀਆਂ ਜੋ ਪ੍ਰੋਪਰਟੀਜ਼ ਸੀ, ਇਸ ਦੀਆਂ ਪ੍ਰੋਪਰਟੀਜ਼ ਸੀ ਉਹ ਕੀ ਸੀ, ਅਲੱਗ-ਅਲੱਗ ਸੀ, ਬਟ ਜੋ ਇਸ ਦੀਆਂ ਪ੍ਰੋਪਰਟੀਜ਼ ਨੇ ਉਹ ਇਹਨਾਂ ਦੋਨਾਂ ਤੋਂ ਬਿਲਕੁਲ ਕੀ ਨੇ ਰਾਜੇ, ਅਲੱਗ ਨੇ। ਬਿਲਕੁਲ ਕੀ ਨੇ, ਦੋਨਾਂ ਤੋਂ ਅਲੱਗ ਨੇ। ਜਾਂ ਤੁਹਾਨੂੰ ਮੈਂ ਇੱਕ ਸੌਖੀ ਤੁਹਾਡੀ ਡੇਲੀ ਜ਼ਿੰਦਗੀ ਦੇ ਨਾਲ ਰਿਲੇਟਡ ਐਗਜ਼ਾਮਪਲ ਦਿੰਨਾ ਰਾਜੇ। ਤੁਹਾਡੇ ਕੋਲੇ ਸਬਜ਼ੀ ਬਣਾਉਣ ਤੋਂ ਪਹਿਲਾਂ ਕੀ ਹੈ, ਰॉ ਵੈਜੀਟੇਬਲ ਹੈ। ਕੀ ਹੈ, ਰॉ ਵੈਜੀਟੇਬਲ। ਰॉ ਵੈਜੀਟੇਬਲ ਦਾ ਮਤਲਬ ਰਾਜੇ ਕੱਚੀਆਂ ਸਬਜ਼ੀਆਂ ਨੇਗੀਆਂ। ਤੁਹਾਡੇ ਕੋਲੇ ਸਬਜ਼ੀ ਹੈ, ਕੱਚੀ ਸਬਜ਼ੀ ਹੈ, ਆਲੂ ਹੈ ਤੁਹਾਡੇ ਕੋਲੇ, ਠੀਕ ਹੈ, ਸਬਜ਼ੀ ਹੈ। ਤਾਂ ਉਸ ਨੂੰ ਜਦੋਂ ਅਸੀਂ ਕੀ ਕਰਦੇ ਹਾਂ, ਕੁੱਕ ਕਰਦੇ ਹਾਂ, ਉਸ ਨੂੰ ਅਸੀਂ ਕੀ ਕਰਦੇ ਆਂਗੇ, ਪਕਾਉਨੇ ਆਂਗੇ। ਉਸ ਦੇ ਵਿੱਚ ਕੀ ਪਾਤਾ ਸੀ, ਘਿਓ ਪਾਤਾ, ਠੀਕ ਹੈ ਰਾਜੇ। ਉਸ ਨੂੰ ਤੜਕਾ ਲਗਾਇਆ, ਉਸ ਦੇ ਵਿੱਚ ਮਸਾਲੇ ਪਾਤੇ। ਤਾਂ ਤੁਸੀਂ ਦੇਖੋ ਜੋ ਤੁਹਾਡੀ ਸਬਜ਼ੀ ਹੈ ਬਣਨ ਤੋਂ ਬਾਅਦ ਕਿੱਦਾਂ ਦੀ ਹੋ ਜਾਂਦੀ ਹੈ ਰਾਜੇ, ਠੀਕ ਹੈ ਰਾਜੇ। ਸਬਜ਼ੀ ਬਣਨ ਤੋਂ ਬਾਅਦ ਕਿੱਦਾਂ ਦੀ ਹੋ ਜਾਂਦੀ ਹੈ। ਤਾਂ ਫਿਰ ਅਸੀਂ ਸਬਜ਼ੀ ਤੋਂ ਦੁਬਾਰਾ, ਉਸ ਬਣੀ ਹੋਈ ਸਬਜ਼ੀ ਤੋਂ ਦੁਬਾਰਾ ਕੱਚੀ ਸਬਜ਼ੀ ਨਹੀਂ ਬਣਾ ਸਕਦੇ। ਤਾਂ ਰਾਜੇ ਇਸ ਤਰ੍ਹਾਂ ਦੀ ਚੇਂਜ ਨੂੰ ਅਸੀਂ ਕੀ ਕਹਿੰਦੇ ਆਂਗੇ, ਰਸਾਇਣਿਕ ਕਿਰਿਆਵਾਂ। ਕੀ ਕਹਿੰਦੇ ਆ ਇਸ ਨੂੰ ਅਸੀਂ, ਕੈਮੀਕਲ ਚੇਂਜ। ਮਤਲਬ ਕੀ ਹੈ, ਕੈਮੀਕਲ ਚੇਂਜ ਦੇ ਵਿੱਚ ਇੱਕ ਪ੍ਰੋਡਕਟ ਦੂਜੇ ਨਵੇਂ ਪ੍ਰੋਡਕਟ ਦੇ ਵਿੱਚ ਕੀ ਹੋ ਜਾਂਦਾ ਰਾਜੇ, ਚੇਂਜ ਹੋ ਜਾਂਦਾ ਹੈ। ਇਦਾਂ ਦੀ ਚੇਂਜਸ ਨੂੰ ਅਸੀਂ ਕੀ ਕਹਿੰਦੇ ਆ ਰਾਜੇ, ਕੈਮੀਕਲ ਚੇਂਜ, ਰਸਾਇਣਿਕ ਕਿਰਿਆਵਾਂ ਕਹਿੰਦੇ ਆ ਰਾਜੇ। ਇੰਨਾ ਕੁ ਤੁਹਾਨੂੰ ਹੋਪ ਹੈ ਸਮਝ ਆਇਆ ਹੋਊਗਾ ਕਿ ਭੌਤਿਕ ਚੇਂਜ ਕਿਹੜੀਆਂ ਹੁੰਦੀਆਂ, ਰਸਾਇਣਿਕ ਚੇਂਜ ਕਿਹੜੀਆਂ ਹੁੰਦੀਆਂ। ਭੌਤਿਕ ਹੁੰਦੀਆਂ ਜਿਨ੍ਹਾਂ ਦੇ ਵਿੱਚ ਕੋਈ ਨਵੀਂ ਚੀਜ਼ ਬਣਦੀ ਨਹੀਂ, ਰਸਾਇਣਿਕ ਹੁੰਦੀਆਂ ਰਾਜੇ ਜਿਨ੍ਹਾਂ ਦੇ ਵਿੱਚ ਨਵਾਂ ਪ੍ਰੋਡਕਟ ਤਿਆਰ ਹੋ ਜਾਂਦਾ। ਜਿੱਦਾਂ ਇੱਕ ਐਗਜ਼ਾਮਪਲ ਹੋਰ ਦੇ ਦਾਂ ਤੁਹਾਨੂੰ ਰਸਾਇਣਿਕ ਦੀ, ਲੱਕੜਾਂ ਨੇ ਸਾਡੇ ਕੋਲੇ, ਠੀਕ ਹੈ ਰਾਜੇ। ਲੱਕੜਾਂ ਨੂੰ ਜਲਾ ਦਿਓ, ਜਲਾਉਣ ਤੋਂ ਬਾਅਦ ਕੀ ਬਣਦੀ ਹੈ, ਐਸ਼। ਕੀ ਬਣਦੀ ਹੈ, ਐਸ਼। ਐਸ਼ ਕੀ ਹੁੰਦੀ ਹੈ ਰਾਜੇ, ਰਾਖ ਬਣ ਜਾਂਦੀ ਹੈ ਨਾ। ਤਾਂ ਹੁਣ ਰਾਖ ਤੋਂ ਤੁਸੀਂ ਦੁਬਾਰੇ ਲੱਕੜਾਂ ਬਣਾ ਸਕਦੇ ਹੋ, ਕਦੇ ਵੀ ਨਹੀਂ ਬਣਾ ਸਕਦੇ ਹੈਗੇ। ਤਾਂ ਰਸਾਇਣਿਕ ਪ੍ਰਤੀਕਿਰਿਆਵਾਂ ਦੇ ਵਿੱਚ ਕੀ ਹੁੰਦਾ ਰਾਜੇ, ਨਵਾਂ ਪ੍ਰੋਡਕਟ ਬਣਦਾ ਹੈ। ਤਾਂ ਇਸੇ ਤਰ੍ਹਾਂ ਇਹ ਤਾਂ ਸਾਨੂੰ ਕਹਿ ਰਿਹਾ ਹੈਗਾ, ਦੇਖੋ ਕੁਐਸਚਨ ਨੂੰ ਧਿਆਨ ਦੇ ਨਾਲ। ਕਹਿੰਦਾ which of the following does not involve in the chemical reaction। ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਕੈਮੀਕਲ ਰਿਐਕਸ਼ਨ ਦੇ ਵਿੱਚ ਇਨਵੋਲਵ ਨਹੀਂ ਹੈ, ਮਤਲਬ ਕਿਸ ਦੇ ਵਿੱਚ ਕੈਮੀਕਲ ਰਿਐਕਸ਼ਨ ਨਹੀਂ ਹੁੰਦੀ ਰਾਜੇ। ਬਹੁਤ ਹੀ ਬਰੀਫ ਦੇ ਵਿੱਚ ਸਮਝਾਉਂਗਾ, ਵਧੀਆ ਤਰੀਕੇ ਦੇ ਨਾਲ ਐਕਸਪਲੇਨ ਕਰੂੰਗਾ। ਡਾਈਜੈਸ਼ਨ ਆਫ ਫੂਡ ਇਨ ਆਵਰ ਬੋਡੀ, ਠੀਕ ਹੈ ਰਾਜੇ। ਤਾਂ ਇੱਕ ਗੱਲ ਧਿਆਨ 'ਚ ਰੱਖਿਓ, ਜਿੱਥੇ ਐਸਿਡ ਬੇਸ ਹੋਊਗਾ, ਐਸਿਡ ਹੋਊਗਾ, ਬੇਸ ਹੋਊਗਾ, ਮਤਲਬ ਤੇਜ਼ਾਬ ਹੋਣਗੇ, ਖਾਰਾਂ ਹੋਣਗੀਆਂ, ਉੱਥੇ ਤਾਂ ਕੈਮੀਕਲ ਰਿਐਕਸ਼ਨ ਹੋਊਗੀ ਹੀ ਹੋਊਗੀ। ਤਾਂ ਰਾਜੇ ਕਹਿ ਰਿਹਾ ਡਾਈਜੈਸ਼ਨ ਦਾ ਮਤਲਬ ਹੁੰਦਾ ਭੋਜਨ ਦਾ ਹਜਮ ਹੋਣਾ। ਕੀ ਹੁੰਦਾ, ਭੋਜਨ ਦਾ ਹਜਮ ਹੋਣਾ। ਸਾਡੀ ਬਾਡੀ ਦੇ ਵਿੱਚ ਜਦੋਂ ਭੋਜਨ ਹਜਮ ਹੁੰਦਾ ਰਾਜੇ, ਤਾਂ ਸਾਡੀ ਬਾਡੀ ਦੇ ਵਿੱਚ, ਸਾਡੇ ਸਰੀਰ ਦੇ ਵਿੱਚ ਕੀ ਹੁੰਦਾ ਹੈ, ਰਸਾਇਣਿਕ ਪ੍ਰਤੀਕਿਰਿਆ ਹੁੰਦੀ ਹੈ। ਗੱਲ ਧਿਆਨ 'ਚ ਰੱਖਣੀ ਹੈ, ਚਾਹੇ ਸਾਡੀ ਬਾਡੀ ਦੇ ਵਿੱਚ ਕਹਿ ਲਓ ਰਾਜੇ, ਚਾਹੇ ਐਨੀਮਲਸ ਦੀ ਬਾਡੀ ਦੇ ਵਿੱਚ ਕਹਿ ਲਓ, ਕਿਉਂਕਿ ਅਸੀਂ ਐਨੀਮਲ ਦੀ ਕੈਟਾਗਰੀ ਦੇ ਵਿੱਚ ਇਨਕਲੂਡ ਆ। ਕਿਵੇਂ ਹੁੰਦੀ ਹੈ ਰਾਜੇ, ਸਾਡੀ ਬਾਡੀ ਦੇ ਵਿੱਚ HCl ਨਾਮ ਦਾ ਐਸਿਡ ਹੁੰਦਾ ਹੈ, ਤੁਸੀਂ ਸਭ ਨੇ ਸੁਣਿਆ ਹੋਊਗਾ। ਸਟਰੋਂਗ ਐਸਿਡ ਹੁੰਦਾ ਉਹ, ਜਿਸ ਤਰ੍ਹਾਂ ਕਹਿ ਦਿੰਦੇ ਆ ਕਿ ਉਸ ਦੇ ਵਿੱਚ ਅਸੀਂ ਅਗਰ ਬਲੇਡ ਹੁੰਦਾ, ਜੋ ਤੁਹਾਡਾ ਸ਼ੇਵਿੰਗ ਬਲੇਡ, ਉਹ ਵੀ ਸੁੱਟ ਦਈਏ ਤਾਂ ਉਸ ਨੂੰ ਵੀ ਕੀ ਕਰ ਦਿੰਦਾ, ਉਹ ਡਿਸਟਰੋਏ ਕਰ ਦਿੰਦਾ, ਉਸ ਨੂੰ ਵੀ ਖੋਰ ਦਿੰਦਾ ਹੈ।
ਤਾਂ ਸਭ ਤੋਂ ਪਹਿਲਾਂ ਜੋ ਅਸੀਂ ਭੋਜਨ ਖਾਂਦੇ ਆ ਸਾਡੀ ਬਾਡੀ ਦੇ ਵਿੱਚ ਰਾਜੇ ਕਿੱਥੇ ਜਾਂਦਾ, ਸਟਮਕ ਦੇ ਵਿੱਚ, ਜਿੱਥੇ ਕੀ ਹੁੰਦਾ HCl ਉਸ ਭੋਜਨ ਨੂੰ ਕੀ ਕਰਦਾ, ਪੇਸਟ ਦੇ ਵਿੱਚ ਚੇਂਜ ਕਰਦਾ। ਉਸ ਦੇ ਵਿੱਚ ਜੋ ਹਾਰਮਫੁਲ ਜਰਮਸ ਨੇਗੇ, ਬੈਕਟੀਰੀਆ ਵਗੈਰਾ, ਵਾਇਰਸ ਵਗੈਰਾ ਜੋ ਸਾਡੀ ਬਾਡੀ ਦੇ ਲਈ ਕੀ ਹੈਗਾ, ਹਾਰਮਫੁਲ ਹੈ, ਹਾਨੀਕਾਰਕ ਹੈ, ਉਸ ਨੂੰ ਵੀ ਮਾਰਨ ਦਾ ਕੰਮ ਕਰਦਾ। ਤਾਂ ਸਾਡੀ ਬਾਡੀ ਦੇ ਵਿੱਚ HCl ਹੈ, ਪੈਨਕ੍ਰੀਏਟਿਕ ਐਸਿਡ ਹੈ, ਵਾਈਲ ਜੂਸ ਹੈ, ਇਹ ਸਾਰੇ ਕੀ ਨੇ, ਐਸਿਡਿਕ ਬੇਸਿਕ ਮੀਡੀਅਮ ਨੇ ਰਾਜੇ, ਉਹ ਕੀ ਕਰਦੇ ਨੇਗੇ, ਰਸਾਇਣਿਕ ਪ੍ਰਤੀਕਿਰਿਆ ਕਰਦੇ ਆ ਭੋਜਨ ਦੇ ਨਾਲ। ਤਾਂ ਸਾਡੀ ਬਾਡੀ ਦੇ ਵਿੱਚ ਰਸਾਇਣਿਕ ਪ੍ਰਤੀਕਿਰਿਆ ਹੁੰਦੀ ਹੈ। ਪ੍ਰੋਸੈਸ ਆਫ ਰੈਸਪੀਰੇਸ਼ਨ ਕੀ ਹੁੰਦਾ ਰਾਜੇ, ਸਾਹ ਨੂੰ ਅੰਦਰ ਲੈ ਕੇ ਜਾਣਾ, ਸਾਹ ਨੂੰ ਬਾਹਰ ਕੱਢਣਾ। ਤਾਂ ਰਸਾਇਣਿਕ ਪ੍ਰਤੀਕਿਰਿਆ ਜਦੋਂ ਮੈਂ ਤੁਹਾਨੂੰ ਕਹਿ ਹੀ ਦਿੱਤਾ ਕਿ ਸਾਡੀ ਬਾਡੀ ਦੇ ਵਿੱਚ, ਮਨੁੱਖ ਦੀ ਬਾਡੀ ਦੇ ਵਿੱਚ ਰਸਾਇਣਿਕ ਪ੍ਰਤੀਕਿਰਿਆ ਹੁੰਦੀ ਹੈ। ਤਾਂ ਜੋ ਰੈਸਪੀਰੇਸ਼ਨ ਹੈ, ਇਸ ਦੇ ਵਿੱਚ ਫੇਫੜਿਆਂ ਦੇ ਵਿੱਚ ਵੀ ਕੀ ਹੈ, ਇੱਕ ਅਲੱਗ ਪ੍ਰੋਸੈਸ ਚੱਲਦਾ ਹੈਗਾ, ਗਲੂਕੋਜ਼ ਬਣਦਾ ਹੈਗਾ, ਠੀਕ ਹੈ ਰਾਜੇ, ਕਾਰਬਨ ਡਾਈਆਕਸਾਈਡ ਬਣਦੀ ਹੈ, ਆਕਸੀਜਨ ਆਬਜ਼ਰਵ ਕੀਤੀ ਜਾਂਦੀ ਹੈ। ਇਹ ਵੀ ਰਸਾਇਣਿਕ ਪ੍ਰਤੀਕਿਰਿਆ ਦੇ ਦੌਰਾਨ ਕੀਤੀ ਜਾਂਦੀ ਹੈ, ਕੈਮੀਕਲ ਪ੍ਰੋਸੈਸ ਦੇ ਦੌਰਾਨ ਸਾਡੀ ਬਾਡੀ ਦੇ ਵਿੱਚ ਹੁੰਦੀ ਹੈ। ਤਾਂ ਇਹ ਵੀ ਇਸ ਦਾ ਸਹੀ ਆਨਸਰ ਹੈ, ਮਤਲਬ ਕਿ ਇਸ ਦੇ ਵਿੱਚ ਕੀ ਹੁੰਦੀ ਹੈ, ਕੈਮੀਕਲ ਪ੍ਰਤੀਕਿਰਿਆ ਹੁੰਦੀ ਹੈ। ਉਸਨੇ ਪੁੱਛਿਆ ਕਿ ਕਿਹਦੇ ਵਿੱਚ ਕੈਮੀਕਲ ਰਿਐਕਸ਼ਨ ਨਹੀਂ ਹੁੰਦੀ, ਰਸਾਇਣਿਕ ਪ੍ਰਤੀਕਿਰਿਆ ਕਿਸ ਵਿੱਚ ਨਹੀਂ ਹੁੰਦੀ, ਇਸ ਵਿੱਚ ਤਾਂ ਹੁੰਦੀ ਹੈ, ਪਹਿਲੇ ਵਿੱਚ ਵੀ ਹੁੰਦੀ ਹੈ। ਤਾਂ ਰਾਜੇ ਬਰਨਿੰਗ ਆਫ ਕੈਂਡਲ ਵੈਕਸ ਵੈਨ ਹੀਟਡ, ਠੀਕ ਹੈ ਰਾਜੇ। ਤਾਂ ਕਹਿ ਰਿਹਾ ਬਰਨਿੰਗ ਆਫ ਕੈਂਡਲ ਵੈਕਸ ਵੈਨ ਹੀਟਡ। ਤਾਂ ਰਾਜੇ ਤੁਸੀਂ ਦੇਖੋ, ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ, ਇਸ ਨੂੰ ਧਿਆਨ ਦੇ ਨਾਲ ਸਮਝਿਓ। ਇੱਕ ਮੋਮਬੱਤੀ ਹੈ ਰਾਜੇ, ਅਗਰ ਉਸ ਮੋਮਬੱਤੀ ਨੂੰ ਅਸੀਂ ਕੀ ਕਰਾਂਗੇ ਰਾਜੇ, ਠੀਕ ਹੈ, ਕਿਸੇ ਭਾਂਡੇ ਦੇ ਵਿੱਚ ਪਾ ਕੇ ਗਰਮ ਕਰਾਂਗੇ ਤਾਂ ਮੋਮਬੱਤੀ ਕੀ ਹੋ ਜੂਗੀ, ਤੁਹਾਡੀ ਲਿਕੁਇਡ ਸਟੇਟ ਦੇ ਵਿੱਚ ਆ ਜੂਗੀ। ਕਿਸ ਸਟੇਟ ਦੇ ਵਿੱਚ ਆ ਜੂਗੀ, ਲਿਕੁਇਡ, ਦ੍ਰਵ ਅਵਸਥਾ ਦੇ ਵਿੱਚ ਆ ਜੂਗੀ। ਤਾਂ ਉਸ ਲਿਕੁਇਡ ਤੋਂ, ਉਸ ਦ੍ਰਵ ਤੋਂ ਅਸੀਂ ਦੁਬਾਰਾ ਮੋਮਬੱਤੀ ਬਣਾ ਸਕਦੇ ਹਾਂ, ਕੋਈ ਸ਼ੱਕ ਨਹੀਂ, ਬਣਾ ਸਕਦੇ ਹਾਂ ਰਾਜੇ, ਬਿਲਕੁਲ ਸਹੀ ਹੈ। ਤਾਂ ਮਤਲਬ ਮੋਮ ਦਾ ਪਿਘਲਣਾ ਉਹ ਕੀ ਹੈ ਰਾਜੇ, ਭੌਤਿਕ ਪ੍ਰਤੀਕਿਰਿਆ। ਕੀ ਹੈ, ਭੌਤਿਕ ਪ੍ਰਤੀਕਿਰਿਆ, ਮੋਮ ਦਾ ਪਿਘਲਣਾ। ਬਟ ਰਾਜੇ ਜਦੋਂ ਮੋਮਬੱਤੀ ਨੂੰ ਅੱਗ ਲਗਾਉਂਦੇ ਆ, ਅਸੀਂ ਮੋਮਬੱਤੀ ਨੂੰ ਕੀ ਕੀਤਾ, ਅੱਗ ਲਗਾਤੀ, ਤਾਂ ਇਸ ਦੇ ਵਿੱਚ ਇੱਕ ਧਾਗਾ ਹੁੰਦਾ, ਥ੍ਰੈਡ ਹੁੰਦਾ, ਠੀਕ ਹੈ ਰਾਜੇ। ਤਾਂ ਜਦੋਂ ਮੋਮਬੱਤੀ ਪਿਘਲ ਜਾਂਦੀ ਹੈ, ਪੂਰੀ ਖਤਮ ਹੋ ਜਾਂਦੀ ਹੈ, ਕੀ ਉਹ ਧਾਗਾ ਤੁਹਾਨੂੰ ਦਿਖਾਈ ਦਿੰਦਾ, ਨਹੀਂ ਦਿਖਾਈ ਦਿੰਦਾ, ਕਦੇ ਵੀ ਨਹੀਂ ਦਿਖਾਈ ਦਿੰਦਾ, ਖਤਮ ਹੋ ਗਿਆ ਧਾਗਾ। ਨੰਬਰ 1 ਤੇ। ਨੰਬਰ 2 ਤੇ ਰਾਜੇ ਸਪੋਜ਼ ਕਰ ਲਓ ਮੋਮਬੱਤੀ ਜਲਾਉਣ ਤੋਂ ਪਹਿਲਾਂ ਸਾਡੇ ਕੋਲੇ ਇਸ ਦਾ weight 100 ml ਸੀ। ਕਿੰਨਾ ਸੀਗਾ, 100 ਗ੍ਰਾਮ ਸੀਗਾ। ਜਿਹੜੀ ਵੈਕਸ ਹੈ, ਕੱਲੀ ਮੋਮ ਹੈ, 100 ਗ੍ਰਾਮ ਸੀ। ਬਟ ਜਦੋਂ ਮੋਮਬੱਤੀ ਜਲ ਕੇ ਕੀ ਹੋ ਗਈ, ਖਤਮ ਹੋ ਗਈ, ਮੋਮ ਤਾਂ ਲਿਕੁਇਡ ਬਣ ਗਈ। ਬਟ ਜਿਹੜੀ ਹੁਣ ਇਹ ਲਿਕੁਇਡ ਬਣੀ ਆ ਮੋਮ, ਇਸ ਦਾ ਤੁਸੀਂ weight ਕਰਕੇ ਦੇਖਿਓ, ਇਹ 97 98 ਗ੍ਰਾਮ ਹੋਊਗੀ। ਮਤਲਬ 1-2 ml 3 ml ਹੋ ਸਕਦਾ, 5 ml ਘੱਟ ਹੋਵੇ। ਕਿਉਂ? ਕਿਉਂਕਿ ਰਾਜੇ ਇਹ ਮੋਮ ਵੀ ਹਲਕੀ ਹਲਕੀ ਜਲੀ ਹੈ। ਤੇ ਤੁਸੀਂ ਦੇਖਿਆ ਹੋਊਗਾ ਕਿ ਜਿੱਥੇ ਤੁਹਾਡੇ ਘਰ ਦੇ ਵਿੱਚ ਪਰਮਾਨੈਂਟ ਤੌਰ ਤੇ, ਪੱਕੇ ਤੌਰ ਤੇ ਮੋਮਬੱਤੀ ਪਈ ਰਹਿੰਦੀ ਹੈ, ਉਹ ਜਗ੍ਹਾ ਉੱਪਰੋਂ ਕਾਲੀ ਹੋ ਜਾਂਦੀ ਹੈ। ਉੱਪਰੋਂ ਕੀ ਹੋ ਜਾਂਦੀ ਹੈ ਰਾਜੇ, ਕਾਲੀ ਹੋ ਜਾਂਦੀ ਹੈ, ਡਾਰਕ ਹੋ ਜਾਂਦੀ ਹੈ, ਧੂਆਂ ਲੱਗਿਆ ਪਿਆ ਹੁੰਦਾ ਉੱਥੇ। ਇਟ ਮੀਨਸ ਉਸ ਨੂੰ ਤੁਸੀਂ ਹੱਥਾਂ ਨਾਲ ਲਗਾ ਕੇ ਦੇਖੋਗੇ, ਤੁਹਾਡੇ ਹੱਥਾਂ ਨਾਲ ਲੱਗ ਜੂਗਾ। ਤਾਂ ਇਸ ਦੇ ਵਿੱਚ ਰਾਜੇ ਨਵਾਂ ਪ੍ਰੋਡਕਟ ਤਿਆਰ ਹੋਇਆ। ਇਹ ਕੀ ਹੈ, ਮੋਮਬੱਤੀ ਦਾ ਜਲਣਾ। ਮੋਮਬੱਤੀ ਦਾ ਜਲਣਾ, ਠੀਕ ਹੈ ਰਾਜੇ। ਮੋਮਬੱਤੀ ਦਾ ਜੋ ਜਲਣਾ ਹੁੰਦਾ, ਉਸ ਦੇ ਵਿੱਚ ਭੌਤਿਕ ਤੇ ਰਸਾਇਣਿਕ ਦੋਨੇ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਹੁੰਦੀਆਂ ਰਾਜੇ। ਭੌਤਿਕ ਕਿੱਦਾਂ ਹੁੰਦੀ ਹੈ, ਕਿਉਂਕਿ ਮੋਮ ਪਿਘਲਦੀ ਹੈ, ਉਸ ਮੋਮ ਤੋਂ ਅਸੀਂ ਦੁਬਾਰਾ ਕੀ ਕਰ ਸਕਦੇ ਹਾਂ, ਮੋਮਬੱਤੀ ਬਣਾ ਸਕਦੇ ਹਾਂ, ਕੱਲੀ ਮੋਮਬੱਤੀ ਬਣਾ ਸਕਦੇ ਹਾਂ, ਠੀਕ ਹੈ ਰਾਜੇ। ਤਾਂ ਰਸਾਇਣਿਕ ਕਿੱਦਾਂ, ਜੋ ਉਸ ਦੇ ਵਿੱਚ ਥ੍ਰੈਡ ਸੀ ਉਹ ਖਤਮ ਹੋ ਗਿਆ, ਉਹ ਖਤਮ ਹੋ ਕੇ ਮਤਲਬ ਜਲ ਕੇ ਕੀ ਬਣ ਗਿਆ, ਰਾਖ ਬਣ ਗਿਆ। ਕੀ ਬਣ ਗਿਆ ਰਾਜੇ, ਰਾਖ ਬਣ ਚੁੱਕਿਆ ਹੁਣ ਉਹ। ਤੇ ਉਸ ਤੋਂ ਬਾਅਦ ਸੈਕਿੰਡ ਦੇਖੋ, ਇਸ ਦੇ ਵਿੱਚ ਕਾਰਬਨ ਡਾਈਆਕਸਾਈਡ ਗੈਸ ਪ੍ਰੋਡਿਊਸ ਹੁੰਦੀ ਹੈ, ਉੱਤੋਂ ਧੂਆਂ ਜਾ ਰਿਹਾ ਹੁੰਦਾ, ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਇਦਾਂ ਦੀ ਗੈਸ ਪੈਦਾ ਹੁੰਦੀ ਹੈ, ਠੀਕ ਹੈ ਰਾਜੇ। ਕਾਲਸ ਜਿਹਨੂੰ ਤੁਸੀਂ ਪੰਜਾਬੀ ਚ ਕਹਿੰਦੇ ਹੋਗੇ, ਕਾਲਾ ਕਾਲਾ ਧੂਆਂ ਜੰਮ ਜਾਂਦਾ ਕੰਧਾਂ ਤੇ, ਮਤਲਬ ਨਵਾਂ ਪ੍ਰੋਡਕਟ ਤਿਆਰ ਹੋ ਰਿਹਾ। ਤਾਂ ਮੋਮਬੱਤੀ ਦਾ ਜਲਣਾ, ਠੀਕ ਹੈ ਰਾਜੇ, ਜਲਣਾ, ਉਸ ਦੇ ਵਿੱਚ ਰਸਾਇਣਿਕ ਤੇ ਭੌਤਿਕ ਦੋਨੇ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਹੁੰਦੀਆਂ ਨੇ। ਬਟ ਕੱਲਾ ਮੋਮਬੱਤੀ ਨੂੰ ਕੀ ਕਰਨਾ, ਮੈਲਟ ਕਰਨਾ। ਮੈਲਟ ਦਾ ਮਤਲਬ ਉਸ ਨੂੰ ਪਿਘਲਾਉਣਾ। ਕੱਲਾ ਮੋਮਬੱਤੀ ਨੂੰ ਪਿਘਲਾਉਣਾ, ਉਸ ਦੇ ਵਿੱਚ ਕੀ ਹੈ, ਭੌਤਿਕ ਪ੍ਰਤੀਕਿਰਿਆ, ਕਿਉਂਕਿ ਉਸ ਦੇ ਵਿੱਚ ਮੋਮਬੱਤੀ ਪਿਘਲ ਗਈ, ਜਿੰਨਾ ਉਸ ਦਾ weight ਸੀ ਉਹ ਲਿਕੁਇਡ ਬਣ ਗਿਆ, ਲਿਕੁਇਡ ਤੋਂ ਦੁਬਾਰਾ ਸੋਲਿਡ ਬਣਾ ਲਾਂਗੇ। ਬਟ ਜਦੋਂ ਮੋਮਬੱਤੀ ਜਲਦੀ ਹੈ, ਉਸ ਦੇ ਵਿੱਚ ਭੌਤਿਕ ਤੇ ਰਸਾਇਣਿਕ ਦੋਨੇ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਹੁੰਦੀਆਂ ਰਾਜੇ। ਇਸ ਕਰਕੇ ਜੋ ਸਾਡਾ ਆਨਸਰ ਹੈ, ਦੇਖੋ ਧਿਆਨ ਦੇ ਨਾਲ, ਇਸ ਦੇ ਵਿੱਚ ਕੀ ਕਹਿ ਰਿਹਾ ਹੈਗਾ ਕਿ ਬਰਨਿੰਗ ਆਫ ਕੈਂਡਲ ਵੈਕਸ ਵੈਨ ਹੀਟਡ, ਠੀਕ ਹੈ। ਬਰਨਿੰਗ ਦਾ ਮਤਲਬ ਜਲਣਾ। ਮੋਮਬੱਤੀ ਜਦੋਂ ਜਲੂਗੀ ਤਾਂ ਰਾਜੇ ਕੀ ਹੋਊਗਾ, ਨਵਾਂ ਪ੍ਰੋਡਕਟ ਜ਼ਰੂਰ ਬਣੂਗਾ। ਤਾਂ ਇਸ ਦੇ ਵਿੱਚ ਦੋਨੇ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸ਼ਾਮਲ ਨੇ, ਭੌਤਿਕ ਵੀ ਹੈ, ਰਸਾਇਣਿਕ ਵੀ ਹੈ। ਤਾਂ ਇਹ ਵੀ ਆਪਣਾ ਆਨਸਰ ਕੀ ਹੈਗਾ ਰਾਜੇ, ਗਲਤ ਹੈ, ਕਿਉਂਕਿ ਇਸ ਦੇ ਵਿੱਚ ਰਸਾਇਣਿਕ ਪ੍ਰਤੀਕਿਰਿਆ ਹੋ ਰਹੀ ਹੈ। ਬਟ ਉਸਨੇ ਕੁਐਸਚਨ ਦੇ ਵਿੱਚ ਪੁੱਛਿਆ ਕਿਸ ਦੇ ਵਿੱਚ ਰਸਾਇਣਿਕ ਪ੍ਰਤੀਕਿਰਿਆ ਨਹੀਂ ਹੁੰਦੀ। ਤਾਂ ਰਾਜੇ ਮੈਲਟਿੰਗ ਆਫ ਕੈਂਡਲ ਔਨ ਹੀਟਿੰਗ, ਮੋਮਬੱਤੀ ਨੂੰ ਪਿਘਲਾਉਣਾ,
ਠੀਕ ਹੈ ਰਾਜੇ। ਅੱਗ ਨਹੀਂ ਲਗਾਈ, ਇੱਥੇ ਅਸੀਂ ਕਿਸੇ ਭਾਂਡੇ ਦੇ ਵਿੱਚ ਪਾ ਕੇ ਗਰਮ ਕੀਤਾ ਹੈ। ਮੋਮਬੱਤੀ ਨੂੰ ਪਿਘਲਾਉਣਾ ਇਟ ਮੀਨਸ ਇਹ ਕੀ ਹੈ, ਭੌਤਿਕ ਪ੍ਰਤੀਕਿਰਿਆ, ਕਿਉਂਕਿ ਮੋਮਬੱਤੀ ਨੂੰ ਪਿਘਲਾ ਲਿਆ ਜਦੋਂ ਅਸੀਂ ਤਾਂ ਉਹ ਲਿਕੁਇਡ ਬਣ ਜੂ, ਦਰਵ ਬਣ ਜੂ, ਦਰਵ ਤੋਂ ਦੁਬਾਰਾ ਅਸੀਂ ਸੋਲਿਡ ਬਣਾ ਲਾਂਗੇ। ਕੋਈ ਨਵੀਂ ਚੀਜ਼ ਨਹੀਂ ਬਣ ਰਹੀ ਰਾਜੇ ਇਸ ਦੇ ਵਿੱਚ ਜਦੋਂ ਮੋਮਬੱਤੀ ਨੂੰ ਪਿਘਲਾਉਂਦੇ ਆ। ਤਾਂ ਇਸ ਕਰਕੇ ਇਸ ਦਾ ਆਨਸਰ ਕੀ ਹੈ ਰਾਜੇ, 4th ਆਊਗਾ, ਡੀ ਇਸ ਦਾ ਆਨਸਰ ਆਊਗਾ। ਠੀਕ ਹੈ ਰਾਜੇ। ਹੋਪ ਉਮੀਦ ਹੈ ਕਿ ਤੁਹਾਨੂੰ ਸਭ ਨੂੰ ਸਮਝ ਆਇਆ ਹੋਵੇਗਾ। ਉਸ ਤੋਂ ਬਾਅਦ ਰਾਜੇ ਆ ਜਾਓ ਕੁਐਸਚਨ ਨੰਬਰ 73, 73 ਨੰਬਰ ਕੁਐਸਚਨ ਕਰਦੇ ਆ ਰਾਜੇ। ਇਹ ਡਾਇਮੰਡ ਟੁੱਥ ਹੈਡ ਸੌ ਇਜ਼ ਯੂਜ਼ਲੀ ਯੂਜ਼ਡ ਫॉर ਦਾ ਕਟਿੰਗ। ਕਹਿੰਦਾ ਰਾਜੇ ਇੱਕ ਪੰਜਾਬੀ ਦੇ ਵਿੱਚ ਦੇਖੋ, ਇੱਕ ਹੀਰਾ ਦੰਦੀ ਆਰੀ ਆਮ ਤੌਰ ਤੇ ਕੱਟਣ ਦੇ ਲਈ ਵਰਤੀ ਜਾਂਦੀ ਹੈ। ਕਿਸ ਚੀਜ਼ ਨੂੰ ਕੱਟਣ ਦੇ ਲਈ ਵਰਤੀ ਜਾਂਦੀ ਹੈ? ਨੰਬਰ 1 ਤੇ ਰਾਜੇ ਤੁਸੀਂ ਆਪਸ਼ਨਾਂ ਪਹਿਲਾਂ ਜਿਹੜੀਆਂ ਗਲਤ ਹੁੰਦੀਆਂ ਉਹਨਾਂ ਨੂੰ ਅਲੱਗ ਕੱਢਣੀਆਂ ਸਿੱਖੋ। ਲੱਕੜ ਦੇ ਖੁੰਡ ਕਦੇ ਦੇਖੇ ਨੇਗੇ, ਮਤਲਬ ਲੱਕੜ ਦੇ ਖੁੰਡ ਹੀਰੇ ਦੇ ਨਾਲ ਕੱਟਦੇ ਹੋਏ? ਤਾਂ ਲੱਕੜ ਦੇ ਖੁੰਡਾਂ ਨੂੰ ਅਸੀਂ ਸਿੰਪਲ ਆਰੀ ਦੇ ਨਾਲ ਕੱਟਦੇ ਹਾਂ, ਤੁਸੀਂ ਹਰ ਕਿਸੇ ਨੇ ਦੇਖਿਆ ਹੋਊਗਾ। ਇਟ ਮੀਨਸ ਬੀ ਆਪਸ਼ਨ ਤਾਂ ਗਲਤ ਆ ਰਾਜੇ। ਸਟੀਲ ਦੇ ਗਾਡਰ, ਲੋਹਾ ਕਦੇ ਵੀ ਕਿਹਦੇ ਨਾਲ ਨਹੀਂ ਕੱਟਿਆ ਜਾਂਦਾ ਰਾਜੇ? ਲੋਹਾ ਕਦੇ ਵੀ ਹੀਰੇ ਦੇ ਨਾਲ ਕੱਟਿਆ ਨਹੀਂ ਜਾਂਦਾ। ਲੋਹੇ ਨੂੰ ਜਾਂ ਤਾਂ ਲੋਹਾ ਕੱਟਦਾ ਜੋ ਅੱਜ ਕੱਲ ਕੀ ਚੱਲੇ ਆ, ਸਪੈਸ਼ਲ ਤਰ੍ਹਾਂ ਦੇ ਬਲੇਡ ਚੱਲੇ ਹੋਏ ਆ ਲੋਹੇ ਨੂੰ ਕੱਟਣ ਵਾਲੇ, ਉਹਨਾਂ ਨਾਲ ਕੱਟਿਆ ਜਾਂਦਾ। ਤਾਂ ਇਹ ਆਪਸ਼ਨ ਵੀ ਗਲਤ। ਤੀਜੀ ਰਾਜੇ ਪਥਰੀਲੀ ਸਿੱਲ, ਬਿਲਕੁਲ ਕਿ ਬਹੁਤ ਸਾਰੇ ਬੱਚੇ ਐਦਾਂ ਸੋਚਦੇ ਹੋਣਗੇ ਕਿਉਂਕਿ ਉਹਨਾਂ ਨੇ ਆਪਣੇ ਘਰ ਦੇ ਵਿੱਚ ਮਾਰਬਲ ਮਤਲਬ ਜੋ ਲਗਾਉਂਦੇ ਨੇ, ਲੱਗਦਾ ਦੇਖਿਆ ਹੋਊਗਾ, ਉਹ ਦੇਖਦੇ ਹੋਣਗੇ ਉਹਨਾਂ ਕੋਲੇ ਤਾਂ ਇੱਕ ਕਟਰ ਹੁੰਦਾ ਹੈ, ਉਸ ਦੇ ਉੱਪਰ ਲੋਹੇ ਦਾ ਬਲੇਡ ਚੜਿਆ ਹੁੰਦਾ ਹੈ, ਤਾਂ ਉਸ ਦੇ ਨਾਲ ਤਾਂ ਮਤਲਬ ਲੋਹੇ ਦੇ ਬਲੇਡ ਨਾਲ ਪੱਥਰ ਕੱਟਿਆ ਜਾਂਦਾ। ਤਾਂ ਉਹ ਇਹ ਸੋਚ ਕੇ ਇਸ ਆਪਸ਼ਨ ਨੂੰ ਗਲਤ ਕਰ ਦਿੰਦੇ ਆ। ਉਸ ਤੋਂ ਬਾਅਦ ਆਹ ਨਾਮ ਉਹਨਾਂ ਨੇ ਕਦੇ ਵੀ ਨਹੀਂ ਸੁਣਿਆ ਰਾਜੇ, ਠੀਕ ਹੈ। ਤਾਂ ਇਸ ਕਰਕੇ ਫਿਰ ਉਹ ਸੋਚਦੇ ਆ ਕਿ ਇਹੀ ਆਪਸ਼ਨ ਕੀ ਹੋ ਸਕਦੀ ਹੈ, ਕਰੈਕਟ ਹੋ ਸਕਦੀ ਹੈ। ਬਹੁਤ ਸਾਰੇ ਬੱਚਿਆਂ ਨੇ ਇਹੀ ਕੀ ਕੀਤਾ ਸੀਗਾ, ਕੁਐਸਚਨ ਦੇ ਵਿੱਚ ਪਿਛਲੇ ਪੇਪਰ ਦੇ ਵਿੱਚ ਆਪਸ਼ਨ ਟਿਕ ਕੀਤੀ ਸੀਗੀ ਰਾਜੇ, ਜਦ ਕਿ ਦੇਖੋ ਕੀ ਹੈ ਇਹ, ਠੀਕ ਹੈ। ਐਸਬੈਸਟੋਸ ਚਾਦਰਾਂ ਕੀ ਹੁੰਦੀਆਂ ਰਾਜੇ? ਐਸਬੈਸਟੋਸ ਚਾਦਰਾਂ ਕੀ ਹੁੰਦੀਆਂ ਨੇ, ਜੋ ਤੁਸੀਂ ਘਰਾਂ ਦੇ ਵਿੱਚ ਸ਼ੈੱਡ ਪਾਉਂਦੇ ਹੋਗੇ। ਇੱਕ ਹੁੰਦੀਆਂ ਲੋਹੇ ਦੀਆਂ ਚਾਦਰਾਂ, ਇੱਕ ਸੀਮੈਂਟ ਦੀਆਂ ਚਾਦਰਾਂ। ਜਿਹੜੀਆਂ ਸੀਮੈਂਟ ਦੀਆਂ ਚਾਦਰਾਂ ਹੁੰਦੀਆਂ ਰਾਜੇ ਉਹਨਾਂ ਨੂੰ ਕਹਿੰਦੇ ਆ ਇਹ ਐਸਬੈਸਟੋਸ ਚਾਦਰਾਂ, ਠੀਕ ਹੈ ਰਾਜੇ। ਤਾਂ ਇਹ ਵੀ ਆਪਸ਼ਨ ਤੁਹਾਡੀ ਗਲਤ ਹੈ, ਹੀਰੇ ਦੇ ਨਾਲ ਕਦੇ ਪੱਥਰ ਵੀ ਨਹੀਂ ਕੱਟੇ ਜਾਂਦੇ। ਤਾਂ ਰਾਜੇ ਜਿਹੜੀ ਪਥਰੀਲੀ ਸਿੱਲ ਹੈ, ਜੋ ਪੱਥਰ ਵਗੈਰਾ ਤੁਹਾਡਾ, ਠੀਕ ਹੈ ਰਾਜੇ, ਸ਼ੀਸ਼ਾ, ਤੁਸੀਂ ਸ਼ੀਸ਼ਾ ਮੰਨ ਕੇ ਚੱਲੋ, ਬਹੁਤ ਸਾਰੇ ਬੱਚਿਆਂ ਨੂੰ ਪਤਾ ਹੈ ਕਿ ਹੀਰੇ ਦੇ ਨਾਲ ਸ਼ੀਸ਼ਾ ਕੱਟਿਆ ਜਾਂਦਾ, ਬਟ ਇੱਥੇ ਸ਼ੀਸ਼ੇ ਦੀ ਆਪਸ਼ਨ ਨਹੀਂ ਹੈਗੀ। ਤਾਂ ਕੀ ਮਤਲਬ ਟਿਕ ਕਰਨ ਉਹ ਬੱਚੇ? ਤਾਂ ਰਾਜੇ ਜਿਹੜਾ ਸਾਡਾ ਸ਼ੀਸ਼ਾ ਹੁੰਦਾ ਹੈ ਉਹ ਕਿਸ ਤੋਂ ਬਣਦਾ ਹੈ? ਸੈਂਡ ਵਗੈਰਾ ਤੋਂ ਬਣਦਾ ਹੈ, ਸਿਲੀਕਾ ਰੇਤ ਤੋਂ ਬਣਦਾ ਹੈ। ਤਾਂ ਸਿਲੀਕਾ ਰੇਤ ਵਗੈਰਾ ਜੋ ਕਿਸ ਦਾ ਇੱਕ ਪਾਰਟ ਹੁੰਦੀ ਹੈ, ਪੱਥਰਾਂ ਦਾ ਹੀ ਇੱਕ ਪਾਰਟ ਹੁੰਦੀ ਹੈ ਰਾਜੇ। ਅੱਜ ਕੱਲ ਇਦਾਂ ਦੇ ਪੱਥਰ ਚੱਲੇ ਨੇ, ਮਤਲਬ ਦੇਖਣ ਦੇ ਵਿੱਚ ਤਾਂ ਉਹ ਦੂਰੋਂ ਕੀ ਲੱਗਦੇ ਨੇ, ਪੱਥਰ ਲੱਗਦੇ ਆ, ਬਟ ਨਜ਼ਦੀਕ ਆ ਕੇ ਦੇਖਦੇ ਆ ਤਾਂ ਉਹਨਾਂ ਦੇ ਵਿੱਚੋਂ ਸ਼ੀਸ਼ੇ ਦੀ ਤਰ੍ਹਾਂ ਸ਼ਾਈਨਿੰਗ ਆਉਂਦੀ ਹੈ, ਰਿਫਲੈਕਸ਼ਨ ਹੁੰਦੀ ਹੈਗੀ। ਤਾਂ ਉਸ ਤਰ੍ਹਾਂ ਦੇ ਪੱਥਰਾਂ ਨੂੰ ਕੱਟਣ ਦੇ ਲਈ ਰਾਜੇ ਕੀ ਵਰਤੀ ਜਾਂਦੀ ਹੈ ਸਾਡੇ ਕੋਲੇ, ਜੋ ਡਾਇਮੰਡ ਟੁੱਥ ਹੈਡ ਸੌ ਹੈ, ਠੀਕ ਹੈ, ਮਤਲਬ ਹੀਰਾ ਦੰਦੀ ਪਥਰੀਲੀ ਸਿੱਲ ਨੂੰ ਕੱਟਣ ਦੇ ਲਈ ਵਰਤੀ ਜਾਂਦੀ ਹੈ ਰਾਜੇ, ਠੀਕ ਹੈ ਰਾਜੇ। ਇਸ ਦਾ ਆਨਸਰ ਕੀ ਆਊਗਾ? ਸੀ ਆਊਗਾ, ਪਥਰੀਲੀ ਸਿੱਲ ਆਊਗਾ। ਉਸ ਤੋਂ ਬਾਅਦ ਆ ਜਾਓ ਰਾਜੇ, ਸੀ ਆਨਸਰ ਇਸ ਦਾ ਕਰੈਕਟ ਕਰ ਲਿਓ ਰਾਜੇ। ਤਾਂ ਉਸ ਤੋਂ ਬਾਅਦ ਆ ਜਾਓ, ਮੋਸਟ ਆਫ ਦਾ ਪਲਾਂਟ ਐਬਜ਼ੌਰਬ ਨਾਈਟ੍ਰੋਜਨ ਇਨ ਵਨ ਆਫ ਦਾ ਫੋਲੋਇੰਗ ਫਾਰਮ ਦਿਸ। ਤਾਂ ਰਾਜੇ ਕੀ ਕਹਿ ਰਿਹਾ ਕਿ ਜ਼ਿਆਦਾਤਰ ਰੁੱਖ ਹੇਠ ਲਿਖਿਆਂ ਵਿੱਚੋਂ ਇੱਕ ਰੂਪ ਵਿੱਚ ਨਾਈਟ੍ਰੋਜਨ ਸੋਖਦੇ ਹਨ। ਤਾਂ ਰਾਜੇ ਮੈਂ ਤੁਹਾਨੂੰ ਦੱਸ ਦਵਾਂ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਕੁਐਸਚਨ ਦੱਸਣਾ ਚਾਹੁੰਦਾ, ਤਾਂ ਕੁਐਸਚਨ ਪੁੱਛਣਾ ਵੀ ਚਾਹੁੰਦਾ ਤੁਹਾਡੇ ਤੋਂ ਕਿ ਪੌਦੇ ਸਾਹ ਕਿਰਿਆ ਦੇ ਲਈ ਕਿਹੜੀ ਗੈਸ ਵਰਤਦੇ ਆ। ਤਾਂ ਬਹੁਤ ਸਾਰੇ ਬੱਚੇ ਨੇ ਜਿਹੜੇ ਉਹਨਾਂ ਦੇ ਦਿਮਾਗ ਦੇ ਵਿੱਚ ਆਨਸਰ ਆਊਗਾ ਕਾਰਬਨ ਡਾਈਆਕਸਾਈਡ, ਠੀਕ ਹੈ ਰਾਜੇ, ਕਿਉਂਕਿ ਸਾਡੇ ਦਿਮਾਗ ਦੇ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਤੱਕ ਇੱਕ ਹੀ ਗੱਲ ਕੀ ਕੀਤੀ ਜਾਂਦੀ ਹੈ, ਕੋਟ ਕੇ ਭਰ ਦਿੱਤੀ ਜਾਂਦੀ ਹੈ ਕਿ ਜਿਹੜੇ ਪੌਦੇ ਨੇਗੇ ਕਾਰਬਨ ਡਾਈਆਕਸਾਈਡ ਲੈਂਦੇ ਆ, ਠੀਕ ਹੈ ਰਾਜੇ। ਬਟ ਉਹਨਾਂ ਨੂੰ ਮਤਲਬ ਨਾ ਕੋਈ ਪੁੱਛਦਾ ਅੱਜ ਕੱਲ, ਬਟ ਨਾ ਕੋਈ ਉਹਨਾਂ ਨੂੰ ਪ੍ਰੋਪਰ ਦੱਸਦਾ ਹੈਗਾ ਕਿ ਰਾਜੇ ਕਾਰਬਨ ਡਾਈਆਕਸਾਈਡ ਪੌਦੇ ਲੈਂਦੇ ਨੇ, ਬਿਲਕੁਲ ਸਹੀ ਹੈ। ਉਹ ਸਿਰਫ ਭੋਜਨ ਬਣਾਉਂਦੇ ਆ ਕਾਰਬਨ ਡਾਈਆਕਸਾਈਡ ਦੇ ਨਾਲ। ਸਾਹ ਲੈਣ ਲਈ ਤਾਂ ਉਹ ਕਿਹੜੀ ਗੈਸ ਵਰਤਦੇ ਆ ਰਾਜੇ? ਆਕਸੀਜਨ ਗੈਸ ਦੇ ਨਾਲ ਹੀ ਉਹ ਸਾਹ ਲੈਂਦੇ ਆ। ਕਾਰਬਨ ਡਾਈਆਕਸਾਈਡ ਦੇ ਨਾਲ ਤਾਂ ਉਹ ਸਿਰਫ ਰਾਜੇ ਭੋਜਨ ਬਣਾਉਂਦੇ ਆ। ਇਹ ਗੱਲ ਤੁਸੀਂ ਧਿਆਨ 'ਚ ਰੱਖਣੀ ਹੈ। ਤਾਂ ਕਾਰਬਨ ਡਾਈਆਕਸਾਈਡ ਜਾਂ ਆਕਸੀਜਨ ਗੈਸਾਂ ਕਿੱਥੋਂ ਲੈਂਦੇ ਨੇ ਰਾਜੇ? ਉਹ ਹਵਾ ਦੇ ਵਿੱਚੋਂ ਲੈਂਦੇ ਨੇ। ਕਿੱਥੋਂ ਲੈਂਦੇ ਨੇ? ਹਵਾ ਦੇ ਵਿੱਚੋਂ। ਤੁਸੀਂ ਛੋਟੀਆਂ ਕਲਾਸਾਂ ਦੇ ਵਿੱਚ ਪੜਿਆ ਹੋਊਗਾ ਰਾਜੇ ਕਿ 에ਅਰ ਇਜ਼ ਅ ਮਿਕਸਚਰ ਆਫ ਡਿਫਰੈਂਟ ਟਾਈਪ ਆਫ ਗੈਸਸ, ਕਿ ਹਵਾ ਹੈ ਜੋ ਬਹੁਤ ਸਾਰੀਆਂ ਗੈਸਾਂ ਦਾ ਮਿਸ਼ਰਣ ਹੈ। ਤਾਂ ਉਸ ਦੇ ਵਿੱਚੋਂ ਕੀ ਕਰਦੇ ਆ ਪੌਦੇ? ਕਾਰਬਨ ਡਾਈਆਕਸਾਈਡ ਲੈ ਲਈ, ਆਕਸੀਜਨ ਲੈ ਲਈ, ਐਦਾਂ ਦੀਆਂ ਸਾਰੀਆਂ ਗੈਸਾਂ ਲੈਂਦੇ ਜਿਨ੍ਹਾਂ ਦੀ ਉਹਨਾਂ ਨੂੰ ਜ਼ਰੂਰਤ ਹੈ।
ਬਟ ਜਿਹੜੀ ਨਾਈਟ੍ਰੋਜਨ ਗੈਸ ਆ ਰਾਜੇ, ਨਾਈਟ੍ਰੋਜਨ ਗੈਸ ਦੀ ਪੌਦਿਆਂ ਨੂੰ ਜ਼ਰੂਰਤ ਪੈਂਦੀ ਹੈ, ਬਟ ਉਹ ਹਵਾ ਦੇ ਵਿੱਚੋਂ ਇਸ ਨੂੰ ਸਿੱਧੇ ਤੌਰ ਤੇ ਨਹੀਂ ਸੋਖ ਸਕਦੇ ਰਾਜੇ। ਕਾਰਬਨ ਡਾਈਆਕਸਾਈਡ ਨਾਈਟ੍ਰੋਜਨ ਗੈਸ ਨੂੰ ਸਿੱਧੇ ਤੌਰ ਤੇ ਨਹੀਂ ਸੋਖ ਸਕਦੇ। ਤਾਂ ਜਿਹੜੀ ਨਾਈਟ੍ਰੋਜਨ ਗੈਸ ਹੈ ਮਿੱਟੀ ਦੇ ਵਿੱਚ ਜਾ ਕੇ, ਮਿੱਟੀ ਦੇ ਵਿੱਚ ਕੀ ਹੁੰਦੇ ਨੇ, ਸਪੈਸ਼ਲ ਟਾਈਪ ਦੇ ਰਾਜੇ ਬੈਕਟੀਰੀਆ ਹੁੰਦੇ ਨੇਗੇ। ਉਹ ਬੈਕਟੀਰੀਆ ਨਾਈਟ੍ਰੋਜਨ ਨੂੰ ਕਿਸ ਫਾਰਮ ਦੇ ਵਿੱਚ ਚੇਂਜ ਕਰ ਦਿੰਦੇ ਆ ਰਾਜੇ, ਨਾਈਟ੍ਰੇਟ ਤੇ ਨਾਈਟਰਾਈਟਸ। ਠੀਕ ਹੈ ਰਾਜੇ, ਨਾਈਟ੍ਰੇਟ ਤੇ ਨਾਈਟਰਾਈਟਸ ਦੇ ਵਿੱਚ ਕੀ ਕਰ ਦਿੰਦੇ ਆ, ਚੇਂਜ ਕਰ ਦਿੰਦੇ ਆ ਰਾਜੇ। ਨਾਈਟ੍ਰੇਟ ਦਾ ਫਾਰਮੂਲਾ ਕੀ ਹੁੰਦਾ ਰਾਜੇ, NO3 ਉੱਪਰ ਕੀ ਹੁੰਦਾ, ਨੈਗੇਟਿਵ। ਠੀਕ ਹੈ ਰਾਜੇ, ਤੇ ਨਾਈਟਰਾਈਟਸ ਦਾ ਫਾਰਮੂਲਾ ਕੀ ਹੁੰਦਾ, NO2 ਉੱਪਰ ਨੈਗੇਟਿਵ। ਤਾਂ ਜਿਹੜੀ ਨਾਈਟ੍ਰੋਜਨ ਸੀ ਦੇਖੋ ਰਾਜੇ, ਨਾਈਟ੍ਰੋਜਨ ਗੈਸ ਨੂੰ ਕੁਝ ਟਾਈਪ ਦੇ ਬੈਕਟੀਰੀਆ ਧਰਤੀ ਦੇ ਵਿੱਚ ਇਸ ਫਾਰਮ ਦੇ ਵਿੱਚ ਕੀ ਕਰ ਦਿੰਦੇ ਆ, ਚੇਂਜ ਕਰ ਦਿੰਦੇ ਆ। ਇਸ ਫਾਰਮ ਦੇ ਵਿੱਚ ਉਸ ਨੂੰ ਨਾਈਟ੍ਰੋਜਨ ਨੂੰ ਚੇਂਜ ਕਰਦੇ ਆ। ਤਾਂ ਫਿਰ ਇਹ ਨਾਈਟ੍ਰੋਜਨ ਐਟਮੋਸਫੀਅਰ ਦੇ ਵਿੱਚੋਂ ਪਹਿਲਾਂ ਇਸ ਫਾਰਮ ਦੇ ਵਿੱਚ ਚੇਂਜ ਹੁੰਦੀ ਹੈ ਮਿੱਟੀ ਦੇ ਵਿੱਚ ਜਾ ਕੇ। ਤਾਂ ਫਿਰ ਇਹ ਨਾਈਟ੍ਰੇਟ ਤੇ ਨਾਈਟਰਾਈਟਸ, ਤੁਹਾਨੂੰ ਪਤਾ ਜ਼ਮੀਨ ਦੇ ਵਿੱਚ ਕੀ ਹੈ ਰਾਜੇ, ਪਾਣੀ ਹੈ। ਤਾਂ ਫਿਰ ਇਹ ਮਤਲਬ ਮਿੱਟੀ ਦੇ ਵਿੱਚ ਮਿਕਸ ਹੋ ਜਾਂਦੇ ਆ। ਤਾਂ ਫਿਰ ਪੌਦਿਆਂ ਦੀਆਂ ਜੋ ਜੜਾਂ ਹੁੰਦੀਆਂ ਨੇ, ਪਾਣੀ ਜਦੋਂ ਸੋਖਦੀਆਂ ਨੇ, ਪਾਣੀ ਸੋਖਣ ਦੇ ਨਾਲ ਨਾਲ ਇਹਨਾਂ ਮਿਨਰਲਸ ਨੂੰ ਕੀ ਕਰਦੀਆਂ, ਉਹ ਨਾਲ ਸੋਖਦੀਆਂ ਨੇ। ਤਾਂ ਇਸ ਫਾਰਮ ਦੇ ਵਿੱਚ ਪੌਦੇ ਕੀ ਕਰਦੇ ਆ, ਨਾਈਟ੍ਰੋਜਨ ਨੂੰ ਅਬਜ਼ੌਰਬ ਕਰਦੇ ਆ, ਸੋਖਦੇ ਆ। ਕਿਸ ਫਾਰਮ ਦੇ ਵਿੱਚ ਰਾਜੇ, ਨਾਈਟ੍ਰੇਟ ਤੇ ਨਾਈਟਰਾਈਟ ਦੇ ਵਿੱਚ। ਠੀਕ ਹੈ ਰਾਜੇ, ਨਾਈਟ੍ਰੋਜਨ ਨੂੰ ਪੌਦੇ ਡਾਇਰੈਕਟਲੀ ਤੌਰ ਤੇ ਨਹੀਂ ਸੋਖ ਸਕਦੇ ਰਾਜੇ। ਕਿਸ ਫਾਰਮ ਦੇ ਵਿੱਚ ਸੋਖਦੇ ਆ, ਨਾਈਟ੍ਰੇਟ ਤੇ ਨਾਈਟਰਾਈਟਸ ਦੇ ਵਿੱਚ। ਤਾਂ ਇਸ ਦਾ ਐਗਜ਼ੈਕਟ ਆਨਸਰ ਕੀ ਸੀ ਰਾਜੇ, 47 ਨੰਬਰ ਕੁਐਸਚਨ ਹੈ ਇਹ ਤੁਹਾਡਾ। ਠੀਕ ਹੈ ਰਾਜੇ, ਤਾਂ ਇਸ ਦਾ ਜੋ ਐਗਜ਼ੈਕਟ ਆਨਸਰ ਹੈ, ਸਹੀ ਆਨਸਰ ਹੈ ਰਾਜੇ ਤੁਹਾਡੇ ਕੋਲੇ ਕੀ ਹੈ, ਪ੍ਰੋਟੀਨ। ਗਲਤ ਹੈ। ਠੀਕ ਹੈ, ਨਾਈਟ੍ਰੇਟ ਤੇ ਨਾਈਟਰਾਈਟਸ ਬਿਲਕੁਲ ਸਹੀ ਆਨਸਰ ਹੈ ਰਾਜੇ। ਯੂਰੀਆ ਗਲਤ ਹੈ। ਐਟਮੋਸਫੀਅਰਿਕ ਨਾਈਟ੍ਰੋਜਨ, ਐਟਮੋਸਫੀਅਰ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਸਿੱਧੇ ਤੌਰ ਤੇ ਨਾਈਟ੍ਰੋਜਨ ਨਹੀਂ ਲੈ ਸਕਦੇ, ਇਹ ਵੀ ਆਪਸ਼ਨ ਗਲਤ ਹੈ ਰਾਜੇ। ਤਾਂ ਹੋਪ ਤੁਹਾਨੂੰ ਇਸ ਦਾ ਆਨਸਰ ਬਹੁਤ ਚੰਗੀ ਤਰ੍ਹਾਂ ਕਲੀਅਰ ਹੋਇਆ ਹੋਵੇਗਾ। ਤਾਂ ਰਾਜੇ ਇਹ ਕੁਐਸਚਨ ਆਇਆ ਕਿੱਥੋਂ ਹੋਇਆ, ਤਾਂ ਇੱਕ ਗੱਲ ਧਿਆਨ ਚ ਰੱਖਿਓ ਕਿ ETT ਸਕਰੀਨਿੰਗ ਦੇ ਬੱਚੇ ਨੇ ਜੋ ਮਤਲਬ ਐਦਾਂ ਦੇਖ ਰਹੇ ਆ, ਜੋ ਚੈਪਟਰ ਉਹਨਾਂ ਨੂੰ ਸਿਲੇਬਸ ਦੇ ਵਿੱਚ ਨੇਗੇ ਉੱਥੋਂ ਹੀ ਉਹ ਕੀ ਕਰ ਰਹੇ ਨੇ, ਪ੍ਰਿਪੇਅਰ ਕਰ ਰਹੇ ਆ। ਬਟ ਰਾਜੇ ਇਹ ਜਿਹੜਾ ਕੁਐਸਚਨ ਆਇਆ ਹੋਇਆ ਤੁਹਾਨੂੰ, ਇਹ 8th ਕਲਾਸ ਦੇ ਵਿੱਚ ਇੱਕ ਫਸਟ ਚੈਪਟਰ ਹੈ ਕ੍ਰੌਪ ਪ੍ਰੋਡਕਸ਼ਨ, ਉਸ ਦੇ ਵਿੱਚ ਟੌਪਿਕ ਹੈ ਨਾਈਟ੍ਰੋਜਨ ਫਿਕਸੇਸ਼ਨ। ਉਸ ਦੇ ਵਿੱਚ ਇਸ ਦਾ ਆਨਸਰ ਪਿਆ ਨਾਈਟ੍ਰੋਜਨ ਸਾਈਕਲ ਦੇ ਵਿੱਚ। ਉੱਥੋਂ ਤੁਹਾਨੂੰ ਇਸ ਦਾ ਆਨਸਰ ਮਿਲੇਗਾ ਰਾਜੇ 8th ਕਲਾਸ ਦੀ ਬੁੱਕ ਦੇ ਵਿੱਚੋਂ। ਜੋ ਤੁਹਾਡੇ ਟੌਪਿਕ ਮਤਲਬ ਛੋਟੀਆਂ ਕਲਾਸਾਂ ਦੇ ਵਿੱਚ ਵੀ ਨੇ, ਲੋਅਰ ਕਲਾਸਾਂ ਦੇ ਵਿੱਚ ਵੀ ਨੇ ਤੇ ਵੱਡੀਆਂ ਕਲਾਸਾਂ ਦੇ ਵਿੱਚ ਵੀ ਹੈ, 9th 10th ਚ ਵੀ ਹੈ। ਤਾਂ ਮੈਂ ਤੁਹਾਨੂੰ ਸਲਾਹ ਦੇ ਸਕਦਾ ਕਿ ਸਭ ਤੋਂ ਪਹਿਲਾਂ ਤੁਸੀਂ ਛੋਟੀ ਕਲਾਸ ਵਾਲਾ ਪੜ੍ਹੋ, ਕਿਉਂਕਿ ਉੱਥੋਂ ਤੁਹਾਨੂੰ ਜਲਦੀ ਯਾਦ ਕਰਨਾ ਸੌਖਾ, ਸਮਝਣਾ ਬਹੁਤ ਜ਼ਿਆਦਾ ਸੌਖਾ ਹੁੰਦਾ ਹੈ। ਫਿਰ ਤੁਸੀਂ ਕੀ ਕਰੋ, 9th 10th ਦੀਆਂ ਬੁੱਕਸ ਦੇ ਵਿੱਚੋਂ ਉਸ ਟੌਪਿਕ ਨੂੰ ਪੜ੍ਹੋ। ਤਾਂ ਉਮੀਦ ਹੈ ਕਿ ਤੁਹਾਨੂੰ ਉੱਥੋਂ ਉਹ ਚੈਪਟਰ ਜਦੋਂ ਤੁਸੀਂ ਛੋਟੀ ਕਲਾਸ ਤੋਂ ਪੜ੍ਹ ਲਿਆ ਤਾਂ ਵੱਡੀ ਕਲਾਸ ਵਾਲਾ ਆਪਣੇ ਆਪ ਬਹੁਤ ਚੰਗੀ ਤਰ੍ਹਾਂ ਕੀ ਹੋ ਜਾਵੇਗਾ, ਸਮਝ ਦੇ ਵਿੱਚ ਆ ਜਾਵੇਗਾ ਰਾਜੇ। ਠੀਕ ਹੈ ਰਾਜੇ, ਇਸ ਦਾ ਆਨਸਰ ਉਮੀਦ ਹੈ ਸਮਝ ਆਇਆ ਹੋਵੇਗਾ। ਤਾਂ ਅਗਲਾ ਕੁਐਸਚਨ ਕਰਦੇ ਹਾਂ। ਕੀ ਹੈ ਰਾਜੇ ਆਪਣੇ ਕੋਲੇ ਅਗਲਾ ਕੁਐਸਚਨ, ਦੀ ਇਨਸਟਰੂਮੈਂਟ ਫॉर ਮੈਜ਼ਰਿੰਗ ਦਾ ਬਲੱਡ ਪ੍ਰੈਸ਼ਰ। ਠੀਕ ਹੈ ਰਾਜੇ, ਤਾਂ ਇਹਨਾਂ ਦੇ ਵਿੱਚੋਂ ਬਲੱਡ ਪ੍ਰੈਸ਼ਰ ਨੂੰ ਮੈਜ਼ਰ ਕਰਨ ਦੇ ਲਈ ਕਿਹੜਾ ਇਨਸਟਰੂਮੈਂਟ ਵਰਤਿਆ ਜਾਂਦਾ ਹੈ। ਤਾਂ ਰਾਜੇ ਮੈਂ ਤੁਹਾਨੂੰ ਦੱਸ ਦਵਾਂ ਕਿ ਜੋ ਆਪਾਂ ਮਤਲਬ ਇਨਸਟਰੂਮੈਂਟ ਇਹਨਾਂ ਦੇ ਵਿੱਚ ਵਰਤਦੇ ਆਂਗੇ ਬਲੱਡ ਪ੍ਰੈਸ਼ਰ ਨੂੰ ਮੈਜ਼ਰ ਕਰਨ ਦੇ ਲਈ, ਉਹ ਆਨਸਰ ਆਪਣਾ ਸਫਿਗਮੋਮੈਨੋਮੀਟਰ। ਕੀ ਹੈ ਰਾਜੇ, ਸਫਿਗਮੋਮੈਨੋਮੀਟਰ। ਸਫਿਗਮੋਮੈਨੋਮੀਟਰ ਕੀ ਹੁੰਦਾ ਹੈ, ਜਦੋਂ ਕਈ ਵਾਰ ਬਾਏ ਚਾਂਸ ਸਾਡੇ ਕੀ ਹੁੰਦਾ ਹੈ, ਮਤਲਬ ਆਪਣਾ ਲਗਾ ਲਓ ਜਾਂ ਆਪਣੇ ਕਿਸੇ ਰਿਲੇਟਿਵ ਦਾ, ਜਾਂ ਸਕੂਲ ਦੇ ਵਿੱਚ ਬੱਚਿਆਂ ਦਾ ਦੇਖਿਆ ਹੋਊਗਾ ਤੁਸੀਂ, ਚੱਕਰ ਖਾ ਕੇ ਡਿੱਗ ਪੈਂਦੇ ਨੇ ਸਕੂਲ ਦੇ ਵਿੱਚ ਬੱਚੇ, ਜਾਂ ਚੱਕਰ ਆ ਜਾਂਦਾ। ਉਸ ਟਾਈਮ ਕੀ ਹੁੰਦਾ, BP ਜਾਂ ਤਾਂ ਵੱਧ ਜਾਂਦਾ ਜਾਂ ਘਟ ਜਾਂਦਾ, ਐਦਾਂ ਦੀ ਕੰਡੀਸ਼ਨ ਹੁੰਦੀ ਹੈ। ਤਾਂ ਉਸ ਟਾਈਮ ਜਦੋਂ ਅਸੀਂ ਡਾਕਟਰ ਕੋਲ ਲੈ ਕੇ ਜਾਂਦੇ ਆਂਗੇ ਉਸ ਪੇਸ਼ੈਂਟ ਨੂੰ, ਤਾਂ ਡਾਕਟਰ ਕੀ ਕਰਦਾ, ਬਾਂਹ ਦੇ ਉੱਪਰ ਮਤਲਬ ਇੱਕ ਪੱਟੀ ਜੀ ਲਪੇਟਦਾ ਹੁੰਦਾ। ਉਸ ਤੋਂ ਬਾਅਦ ਇੱਕ ਚੀਜ਼ ਨੂੰ ਕੀ ਕਰਦਾ, ਪੰਪ ਕਰਦਾ ਹੁੰਦਾਗਾ। ਇੱਕ ਉਸ ਕੋਲ ਬਲੈਡਰ ਹੁੰਦਾ, ਉਸ ਨੂੰ ਪੰਪ ਕਰਦਾ। ਤਾਂ ਉਸ ਦੇ ਨਾਲ ਕੀ ਹੁੰਦਾਗਾ, ਉਸ ਦੇ ਕੋਲ ਇੱਕ ਜੋ ਇਨਸਟਰੂਮੈਂਟ ਹੁੰਦਾ, ਉਸ ਦੇ ਵਿੱਚ ਮਰਕਰੀ ਦਾ ਲੈਵਲ ਆ ਜੋ ਅੱਪ ਜਾਂਦਾਗਾ, ਮਰਕਰੀ ਹੁੰਦੀ ਆ ਉਸ ਦੇ ਵਿੱਚ। ਤਾਂ ਉਹ ਇਨਸਟਰੂਮੈਂਟ ਨੂੰ ਰਾਜੇ ਅਸੀਂ ਕੀ ਕਹਿੰਦੇ ਆ, ਸਫਿਗਮੋਮੈਨੋਮੀਟਰ। ਅੱਜ ਕੱਲ ਇਹ ਡਿਜੀਟਲ ਚੱਲ ਪਏ। ਠੀਕ ਆ ਰਾਜੇ, ਤਾਂ ਸਫਿਗਮੋਮੈਨੋਮੀਟਰ ਇਸ ਦਾ ਆਨਸਰ ਆਏਗਾ। ਮੋਨੋਮੀਟਰ ਕੀ ਹੁੰਦਾ ਰਾਜੇ, ਠੀਕ ਹੈ, ਤਾਂ ਮੋਨੋਮੀਟਰ ਰਾਜੇ ਆਪਣੇ ਕੋਲੇ ਕੀ ਹੁੰਦਾਗਾ, ਇਹ ਪ੍ਰੈਸ਼ਰ ਮੈਜ਼ਰ ਕਰਦਾ ਹੁੰਦਾ ਰਾਜੇ। ਕੀ ਕਰਦਾ, ਦੋ ਪੁਆਇੰਟਾਂ ਦੇ ਵਿਚਕਾਰ, ਇੱਕ ਪੁਆਇੰਟ A ਹੈ, ਇੱਕ ਪੁਆਇੰਟ B ਹੈ ਸਾਡੇ ਕੋਲੇ। ਠੀਕ ਹੈ ਰਾਜੇ, ਤਾਂ ਇੱਥੇ ਕਿੰਨਾ ਪ੍ਰੈਸ਼ਰ ਹੈ, ਇੱਥੇ ਕਿੰਨਾ ਪ੍ਰੈਸ਼ਰ ਹੈ, ਇਹਨਾਂ ਦੇ ਵਿਚਕਾਰ ਕਿੰਨਾ ਪ੍ਰੈਸ਼ਰ ਹੈ। ਠੀਕ ਹੈ ਰਾਜੇ, ਤਾਂ ਦੋ ਪੁਆਇੰਟਾਂ ਦੇ ਵਿਚਕਾਰ ਕੀ ਕਰਦਾਗਾ, ਪ੍ਰੈਸ਼ਰ ਨੂੰ ਮੈਜ਼ਰ ਕਰਦਾ ਮੋਨੋਮੀਟਰ ਰਾਜੇ।
ਤਾਂ ਜੋ ਸਾਡੇ ਕੋਲੇ ਬੈਰੋਮੀਟਰ ਹੁੰਦਾ ਹੈ, ਇਹ ਐਟਮੋਸਫੀਅਰਿਕ ਪ੍ਰੈਸ਼ਰ, ਠੀਕ ਹੈ ਰਾਜੇ, ਐਟਮੋਸਫੀਅਰਿਕ ਪ੍ਰੈਸ਼ਰ ਸਾਡੇ ਇਨਵਾਇਰਨਮੈਂਟ ਦੇ ਵਿੱਚ ਹਵਾ ਦਾ ਕਿੰਨਾ ਪ੍ਰੈਸ਼ਰ ਹੈ, ਐਟਮੋਸਫੀਅਰਿਕ ਪ੍ਰੈਸ਼ਰ ਨੂੰ ਕੀ ਕਰਦਾ, ਬੈਰੋਮੀਟਰ ਮੈਜ਼ਰ ਕਰਦਾ ਹੈ। ਪੋਟੈਂਸ਼ੀਅਲ ਮੀਟਰ ਕੀ ਹੁੰਦਾ ਰਾਜੇ, ਦੋ ਪੁਆਇੰਟਾਂ ਦੇ ਵਿਚਕਾਰ ਕੀ ਹੁੰਦਾ, ਪੋਟੈਂਸ਼ੀਅਲ ਡਿਫਰੈਂਸ ਹੁੰਦਾ ਹੈਗਾ, ਤਾਂ ਪੋਟੈਂਸ਼ੀਅਲ ਡਿਫਰੈਂਸ ਕਿੰਨਾ ਉਸ ਨੂੰ ਮੈਜ਼ਰ ਕਰਦਾ ਰਾਜੇ ਕੌਣ, ਪੋਟੈਂਸ਼ੀਅਲ ਮੀਟਰ। ਪੋਟੈਂਸ਼ੀਅਲ ਡਿਫਰੈਂਸ ਮੈਜ਼ਰ ਕਰਨ ਦੇ ਲਈ ਯੂਜ਼ ਕੀਤਾ ਜਾਂਦਾ ਪੋਟੈਂਸ਼ੀਓਮੀਟਰ ਜਾਂ EMF, ਦੋ ਸੈੱਲਾਂ ਦੇ ਵਿਚਕਾਰ। ਇਹ ਤੁਹਾਨੂੰ ਕਨਸੈਪਟ ਵੈਸੇ ਔਖਾ ਲੱਗੇਗਾ, ਦੋ ਪੁਆਇੰਟਾਂ ਦੇ ਵਿਚਕਾਰ EMF ਨੂੰ ਕੀ ਕਰਦਾ, ਮੈਜ਼ਰ ਕਰਦਾ। ਤਾਂ ਰਾਜੇ ਇਹ ਮਤਲਬ ਇਸ ਨਾਲ ਦਾ ਕੁਐਸਚਨ ਬੱਚਿਆਂ ਦੀ ਮੋਸਟਲੀ ਕੀ ਹੁੰਦੀ ਹੈ, ਜ਼ਿਆਦਾਤਰ ਆਦਤ ਹੁੰਦੀ ਹੈ ਕਿ ਜਿਸ ਤਰ੍ਹਾਂ ਪਿਛਲਾ ਪੇਪਰ ਆਇਆ ਸੀਗਾ ਉਸੇ ਤਰ੍ਹਾਂ ਦਾ ਪੇਪਰ ਇਸ ਵਾਰ ਵੀ ਆਵੇਗਾ। ਤਾਂ 10% ਚਾਂਸ ਵੀ ਹੁੰਦੇ ਆ, 50% ਵੀ ਹੁੰਦੇ ਆ, ਬਹੁਤ ਵਾਰੀ ਐਦਾਂ ਹੁੰਦਾ ਆ ਜਾਂਦਾ ਹੈ, ਕੋਈ ਸ਼ੱਕ ਨਹੀਂ ਇਸ ਦੇ ਵਿੱਚ। ਪਰ ਕੀ ਕਰਦੇ ਆ ਬੱਚੇ, ਮਤਲਬ ਫਿਰ ਜਦੋਂ ਤਿਆਰੀ ਕਰਦੇ, ਜੋ ਪੇਪਰ ਦੇ ਵਿੱਚ ਕੁਐਸਚਨ ਆਏ ਹੁੰਦੇ ਆ ਪੁਰਾਣੇ ਦੇ ਵਿੱਚ, ਉਸ ਦੇ ਹਿਸਾਬ ਨਾਲ ਤਿਆਰੀ ਕਰਦੇ ਆ। ਤਾਂ ਤੁਸੀਂ ਵੀ ਇਸ ਵਾਰ ਜਦੋਂ ਤਿਆਰੀ ਕਰੋਗੇ, ਮੈਂ ਤੁਹਾਨੂੰ 100% ਕਹਿਣਾ, ਤੁਸੀਂ ਕੀ ਕਰੋਗੇ, ਮਤਲਬ ਗੂਗਲ ਤੇ ਸਰਚ ਕਰੋਗੇ, ਠੀਕ ਹੈ, ਮੈਜ਼ਰਿੰਗ ਇੰਸਟਰੂਮੈਂਟ ਫॉर ਸਾਇੰਸ, ਐਦਾਂ ਭਰ ਕੇ ਤੁਸੀਂ ਕੀ ਕਰਦੇ ਹੋ, ਸਰਚ ਕਰਦੇ ਹੋ, ਤਾਂ ਨੰਬਰ ਆਫ ਇੰਸਟਰੂਮੈਂਟ ਨਿਕਲੇ ਹੁੰਦੇ ਆ, ਮਤਲਬ 100 200 250 ਇੰਸਟਰੂਮੈਂਟ ਨਿਕਲੇ ਹੋਗਾ ਜੋ ਮੈਜ਼ਰ ਕਰਦਾ ਅਲੱਗ-ਅਲੱਗ ਕਿਸ ਨੂੰ, ਅਲੱਗ-ਅਲੱਗ ਚੀਜ਼ ਨੂੰ। ਤਾਂ ਇੰਨੇ ਯਾਦ ਕਰਨੇ ਇੰਪੋਸੀਬਲ ਹੁੰਦੇ ਆ ਰਾਜੇ। ਤੁਸੀਂ ਫਿਰ ਇਹਨਾਂ ਦੇ ਵਿੱਚੋਂ ਕਿਸ ਤਰ੍ਹਾਂ ਯਾਦ ਕਰੋਗੇ, ਤੁਹਾਨੂੰ ਕੀ ਪਤਾ ਹੈ ਕਿ ਤੁਹਾਡੇ ਐਗਜ਼ਾਮ ਦੇ ਵਿੱਚ ਕਿਹੜਾ ਆਊਗਾ, ਤਾਂ ਤੁਸੀਂ ਕਨਫਿਊਜ਼ ਹੋ ਜਾਂਦੇ ਹੋ। ਤਾਂ ਰਾਜੇ ਜੋ ਤੁਹਾਡਾ ਐਗਜ਼ਾਮ ਹੈ ਤੁਹਾਡੇ ਸਿਲੇਬਸ ਤੋਂ ਬਾਹਰ ਨਹੀਂ ਆਉਂਦਾ, ਤੁਹਾਡੇ ਸਿਲੇਬਸ ਦੇ ਵਿੱਚ ਜੋ ਇੰਸਟਰੂਮੈਂਟ ਦਿੱਤੇ ਹੋਏ ਨੇ ਸਿਰਫ ਤੁਸੀਂ ਉਹੀ ਯਾਦ ਕਰਨੇ ਆ। ਜਿਸ ਤਰ੍ਹਾਂ ਇਹ ਦੇਖੋ, ਇਹ ਤੁਹਾਡੇ ਕੋਲੇ ਚੈਪਟਰ ਕੰਟਰੋਲ ਐਂਡ ਕੋਆਰਡੀਨੇਸ਼ਨ ਜਾਂ ਲਾਈਫ ਪ੍ਰੋਸੈਸ, ਜਿਸ ਦੇ ਵਿੱਚ ਕੀ ਹੈਗਾ, ਮਤਲਬ ਹਿਊਮਨ ਬਾਡੀ ਦੀ ਗੱਲ ਕੀਤੀ ਜਾਂਦੀ ਹੈ, ਇੰਟਰਨਲ ਪਾਰਟਸ ਦੀ ਗੱਲ ਕੀਤੀ ਜਾਂਦੀ ਹੈ, ਜਿੱਥੇ ਬਲੱਡ ਦਾ ਸਰਕੂਲੇਸ਼ਨ ਹੁੰਦਾ ਹੈ, ਉਸ ਜਗ੍ਹਾ ਦੇ ਵਿੱਚ ਇਹ ਤੁਹਾਨੂੰ ਕੁਐਸਚਨ ਪੱਕਾ ਮਿਲ ਜਾਵੇਗਾ ਲਾਈਫ ਪ੍ਰੋਸੈਸ ਦੇ ਵਿੱਚ ਜਾਂ ਕੰਟਰੋਲ ਐਂਡ ਕੋਆਰਡੀਨੇਸ਼ਨ ਦੇ ਵਿੱਚ। ਜੋ ਇਹ ਕੁਐਸਚਨ ਹੈ ਤੁਹਾਨੂੰ ਇਲੈਕਟ੍ਰਿਸਿਟੀ ਚੈਪਟਰ ਦੇ ਵਿੱਚੋਂ ਮਿਲੇਗਾ। ਤਾਂ ਰਜੇ ਮਤਲਬ ਜਦੋਂ ਚੈਪਟਰ ਡਿਟੇਲ ਦੇ ਵਿੱਚ ਪੜੋਗੇ ਤੁਹਾਨੂੰ ਇਹ ਜੋ ਇੰਸਟਰੂਮੈਂਟ ਨੇ ਪੱਕੇ ਤੌਰ ਤੇ ਮਿਲਣਗੇ। ਤਾਂ ਤੁਸੀਂ ਸਿਰਫ ਉਹਨਾਂ ਹੀ ਇੰਸਟਰੂਮੈਂਟਸ ਨੂੰ ਯਾਦ ਕਰਨਾ ਜੋ ਤੁਹਾਡੇ ਸਿਲੇਬਸ ਦੇ ਵਿੱਚ ਨੇ, ਤੁਹਾਡੇ ਚੈਪਟਰ ਦੇ ਵਿੱਚ ਤੁਸੀਂ ਪੜ੍ਹ ਰਹੇ ਹੋ, ਬਾਕੀ ਤੁਸੀਂ ਕੁਝ ਵੀ ਯਾਦ ਨਹੀਂ ਕਰਨੇ ਰਾਜੇ। ਤਾਂ ਹੋਪ ਤੁਹਾਨੂੰ ਇਸ ਦਾ ਆਨਸਰ ਵੀ ਰਾਜੇ ਬਹੁਤ ਚੰਗੀ ਤਰ੍ਹਾਂ ਸਮਝ ਚ ਆਇਆ ਹੋਊਗਾ। ਤਾਂ ਉਸ ਤੋਂ ਬਾਅਦ ਰਾਜੇ ਅਸੀਂ ਨੈਕਸਟ ਕੁਐਸਚਨ ਕਰਦੇ ਹਾਂ, ਕਿਹੜਾ ਆਪਣੇ ਕੋਲੇ, ਤਾਂ ਰਾਜੇ ਆਪਣੇ ਕੋਲੇ ਨੈਕਸਟ ਕੁਐਸਚਨ ਆ ਗਿਆ। ਦੇਖੋ ਕੀ ਕਹਿ ਰਿਹਾ ਹੈਗਾ, ਵਨ ਆਫ ਦਾ ਫੋਲੋਇੰਗ ਡਜ਼ ਨਾਟ ਹੈਵ ਨਿਊਕਲੀਅਸ ਦਿਸ ਵਨ। ਤਾਂ ਰਾਜੇ ਇਹ ਜੋ ਕੁਐਸਚਨ ਹੈ ਤੁਹਾਨੂੰ ਸੈੱਲ ਚੈਪਟਰ, ਟਿਸ਼ੂ ਚੈਪਟਰ ਐਦਾਂ ਦੇ ਚੈਪਟਰ ਦੇ ਵਿੱਚ ਮਿਲੇਗਾ। ਇਹ ਸੈੱਲ ਚੈਪਟਰ ਦਾ ਕੁਐਸਚਨ ਆ ਰਾਜੇ। ਸੈੱਲ ਚੈਪਟਰ ਤੁਹਾਨੂੰ ਜਿੰਨਾ ਚਿਰ ਡੀਪਲੀ ਤੁਸੀਂ ਸਟੱਡੀ ਨਹੀਂ ਕਰਦੇ, ਉਸ ਨੂੰ ਸੈੱਲ ਦੀ ਤੁਹਾਨੂੰ ਸਮਝ ਨਹੀਂ ਹੈਗੀ, ਤਾਂ ਉਹਨਾਂ ਟਾਈਮ ਤੁਸੀਂ ਇਸ ਮਤਲਬ ਜੋ ਸੈੱਲ ਚੈਪਟਰ ਦਾ ਕੁਐਸਚਨ ਆ ਉਸ ਨੂੰ ਅਟੈਂਪਟ ਨਹੀਂ ਕਰ ਪਾਓਗੇ ਰਾਜੇ। ਤਾਂ ਇੱਥੇ ਮੈਂ ਤੁਹਾਨੂੰ ਪੂਰਾ ਡਿਟੇਲ ਦੇ ਵਿੱਚ ਸਮਝਾ ਨਹੀਂ ਸਕਦਾ ਕਿ ਇਸ ਦਾ ਆਨਸਰ ਕੀ ਆਏਗਾ, ਸਿਰਫ ਮੈਂ ਤੁਹਾਨੂੰ ਇਸ ਦਾ ਆਨਸਰ ਹੀ ਦੱਸਾਂਗਾ। ਵਨ ਆਫ ਦਾ ਫੋਲੋਇੰਗ ਡਜ਼ ਨਾਟ ਹੈਵ ਨਿਊਕਲੀਅਸ, ਇਹਨਾਂ ਦੇ ਵਿੱਚੋਂ ਕਹਿੰਦਾ ਕਿਸ ਦੇ ਕੋਲ ਨਿਊਕਲੀਅਸ ਨਹੀਂ ਹੁੰਦਾ, ਉਹ ਹੈ, ਠੀਕ ਹੈ ਰਾਜੇ, ਰੈੱਡ ਬਲੱਡ ਸੈੱਲ, ਵਾਈਟ ਬਲੱਡ ਸੈੱਲ ਤੇ ਗਰਡ ਸੈੱਲ ਤੇ ਐਪੀਡਰਮਿਸ ਸੈੱਲ। ਰੈੱਡ ਬਲੱਡ ਸੈੱਲ, ਵਾਈਟ ਬਲੱਡ ਸੈੱਲ ਸਾਡੇ ਬਲੱਡ ਦੇ ਵਿੱਚ, ਹਿਊਮਨ ਬਾਡੀ ਦੇ ਬਲੱਡ ਦੇ ਵਿੱਚ ਪਾਏ ਜਾਂਦੇ ਆ ਰਾਜੇ। ਰੈੱਡ ਬਲੱਡ ਸੈੱਲ ਕੀ ਹੈ, ਆਕਸੀਜਨ ਕੈਰੀ ਕਰਦਾ ਪੂਰੀ ਬਾਡੀ ਦੇ ਵਿੱਚ, ਆਕਸੀਜਨ ਨੂੰ ਕੀ ਕਰਦਾ, ਟਰਾਂਸਪੋਰਟ ਕਰਦਾ। ਵਾਈਟ ਬਲੱਡ ਸੈੱਲ ਕੀ ਕਰਦਾ ਰਾਜੇ, ਸਾਨੂੰ ਮਤਲਬ ਡਿਜ਼ੀਜ਼ ਵਗੈਰਾ ਤੋਂ ਕੀ ਕਰਦਾ, ਪ੍ਰੋਟੈਕਟ ਕਰਦਾ ਹੈਗਾ ਇਹ, ਠੀਕ ਹੈ। ਤੇ ਗਰਡ ਸੈੱਲ ਕੀ ਹੁੰਦੇ ਆ ਰਾਜੇ, ਇਹ ਪੱਤਿਆਂ ਦੇ ਵਿੱਚ ਹੁੰਦੇ ਹੈਗੇ, ਪੱਤਿਆਂ ਦੀ ਗੱਲ ਕਰਦੇ ਆ, ਪਲਾਂਟ ਸੈੱਲ ਨੇ। ਐਪੀਡਰਮਿਸ ਕੀ ਹੈ, ਇਹ ਵੀ ਪਲਾਂਟ ਸੈੱਲ ਹੈਗਾ। ਤਾਂ ਜਦੋਂ ਤੁਹਾਨੂੰ ਇੰਨੇ ਮਤਲਬ ਕਿ ਤੁਹਾਨੂੰ ਪਲਾਂਟ ਸੈੱਲ ਤੇ ਐਨੀਮਲ ਸੈੱਲ ਲਗਾ ਲਓ ਤੁਸੀਂ, ਉਸ ਦੇ ਵਿੱਚ ਡਿਫਰੈਂਸ ਕਲੀਅਰ ਨਹੀਂ ਹੁੰਦਾ ਹੈਗਾ, ਸੈੱਲ ਦੇ ਬਾਰੇ ਤੁਹਾਨੂੰ ਪੂਰੀ ਨੌਲੇਜ ਨਹੀਂ, ਨਿਊਕਲੀਅਸ ਕੀ ਹੈ, ਸਾਈਟੋਪਲਾਜ਼ਮ ਕੀ ਹੈ, ਪ੍ਰੋਟੋਪਲਾਜ਼ਮ ਕੀ ਹੈ, ਨਿਊਕਲੀਆਈ ਕੀ ਹੈ, ਤਾਂ ਰਾਜੇ ਤੁਸੀਂ ਉਹਨਾਂ ਟਾਈਮ ਇਸ ਦਾ ਆਨਸਰ ਨਹੀਂ ਦੇ ਸਕਦੇ ਹੈਗੇ। ਵੈਸੇ ਇਸ ਦਾ ਆਨਸਰ ਕੀ ਆਊਗਾ, ਰੈੱਡ ਬਲੱਡ ਸੈੱਲ ਆਊਗਾ। ਰੈੱਡ ਬਲੱਡ ਸੈੱਲ ਐਦਾਂ ਦਾ ਸੈੱਲ ਹੈ ਜਿਸ ਦੇ ਵਿੱਚ ਕੀ ਹੁੰਦਾ ਰਾਜੇ, ਨਿਊਕਲੀਅਸ ਨਹੀਂ ਹੁੰਦਾ। ਨਿਊਕਲੀਅਸ ਹੁੰਦਾ ਕੀ ਹੈ, ਜਦੋਂ ਅਸੀਂ ਸੈੱਲ ਦੀ ਸਟੱਡੀ ਕਰਦੇ ਹਾਂ, ਸੈੱਲ ਦੇ ਸੈਂਟਰ ਦੇ ਵਿੱਚ ਕੀ ਹੁੰਦਾ ਹੈਗਾ, ਨਿਊਕਲੀਅਸ ਹੁੰਦਾ ਰਾਜੇ। ਤਾਂ ਨਿਊਕਲੀਅਸ ਨੂੰ ਬ੍ਰੇਨ ਆਫ ਸੈੱਲ ਵੀ ਕਹਿੰਦੇ ਆ। 1 ਨੰਬਰ ਦੇ ਵਿੱਚ ਕੁਐਸਚਨ ਆ ਸਕਦਾ ਰਾਜੇ, ਬ੍ਰੇਨ ਆਫ ਸੈੱਲ ਕਿਸ ਨੂੰ ਕਿਹਾ ਜਾਂਦਾ, ਨਿਊਕਲੀਅਸ ਨੂੰ ਬ੍ਰੇਨ ਆਫ ਸੈੱਲ ਕਿਹਾ ਜਾਂਦਾ ਰਾਜੇ। ਤਾਂ ਉਮੀਦ ਹੈ ਤੁਹਾਨੂੰ ਇਸ ਦਾ ਆਨਸਰ ਵੀ ਜਿੰਨਾ ਦੱਸਿਆ ਸਮਝ ਆਇਆ ਹੋਵੇਗਾ। ਇਸ ਦਾ ਆਨਸਰ ਰੈੱਡ ਬਲੱਡ ਸੈੱਲ ਆਵੇਗਾ ਰਾਜੇ, ਲਾਲ ਖੂਨ ਸੈੱਲ ਜਿਸ ਦੇ ਵਿੱਚ ਨਿਊਕਲੀਅਸ ਨਹੀਂ ਹੁੰਦਾ। ਤਾਂ ਉਸ ਤੋਂ ਬਾਅਦ ਰਾਜੇ ਨੈਕਸਟ ਆ ਜੋ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਆਰ ਟਰੂ ਅਬਾਊਟ ਦਾ ਰੈਸਪੀਰੇਸ਼ਨ, ਠੀਕ ਹੈ ਰਾਜੇ। ਤਾਂ ਇਹ ਵੀ ਮਤਲਬ ਤੁਸੀਂ ਡਿਟੇਲ ਦੇ ਵਿੱਚ, ਮੈਂ ਤੁਹਾਨੂੰ ਇੱਥੇ ਇੰਨੇ ਥੋੜੇ ਸਮੇਂ ਦੇ ਵਿੱਚ ਮੈਂ ਸਮਝਾ ਨਹੀਂ ਸਕਦਾ ਪ੍ਰੋਪਰ ਇਸ ਦੀ ਫੰਕਸ਼ਨਿੰਗ, ਕਿ ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਸਾਹ ਪ੍ਰਣਾਲੀ ਦੇ ਲਈ ਸਹੀ ਹੈ, ਠੀਕ ਹੈ ਰਾਜੇ। ਤਾਂ ਦੇਖੋ, ਡਿਊਰਿੰਗ ਇਨਹਾਲੇਸ਼ਨ ਰਿਬਸ ਮੂਵ ਇਨਵਰਡ ਐਂਡ ਡਾਇਆਫ੍ਰੈਗਮ
ਇਜ਼ ਰਾਈਜ਼ਡ। ਕੀ ਕਹਿ ਰਿਹਾ ਹੈਗਾ ਕਿ ਸਾਹ ਅੰਦਰ ਖਿੱਚਣ ਵੇਲੇ ਪਸਲੀਆਂ ਅੰਦਰ ਵੱਲ ਜਾਂਦੀਆਂ ਨੇ ਅਤੇ ਡਾਇਆਫ੍ਰੈਮ ਫੈਲਦਾ। ਠੀਕ ਹੈ ਰਾਜੇ। ਸੈਕੰਡ ਆਪਸ਼ਨ ਕੀ ਹੈਗਾ, ਡਾਇਆਫ੍ਰੈਮ ਕੀ ਹੁੰਦਾ, ਜੋ ਪਸਲੀਆਂ ਹੁੰਦੀਆਂ ਪਸਲੀਆਂ ਦੇ ਨੀਚੇ ਵਾਲੇ ਹਿੱਸੇ ਦੇ ਵਿੱਚ ਹੁੰਦਾ ਹੈਗਾ ਇੱਕ ਮਤਲਬ ਹਿੱਸਾ ਜੋ ਕੀ ਕਰਦਾ, ਕਦੇ ਫੈਲਦਾ ਕਦੇ ਸੁੰਗੜਦਾ। ਕਦੋਂ, ਜਦੋਂ ਅਸੀਂ ਸਾਹ ਕਿਰਿਆ ਕਰਦੇ ਹਾਂ, ਸਾਹ ਨੂੰ ਅੰਦਰ ਲੈ ਕੇ ਜਾਂਦੇ ਹਾਂ ਬਾਹਰ ਲੈ ਕੇ ਜਾਂਦੇ ਹਾਂ। ਤਾਂ ਆਪਸ਼ਨਾਂ ਦੇ ਵਿੱਚ ਪੁੱਛ ਰਿਹਾ ਤੁਹਾਨੂੰ ਕਿ ਜਦੋਂ ਸਾਹ ਖਿੱਚਦੇ ਹਾਂ ਅਸੀਂ, ਠੀਕ ਹੈ ਰਾਜੇ, ਇਨਹਾਲੇਸ਼ਨ ਦਾ ਮਤਲਬ ਹੁੰਦਾ ਸਾਹ ਨੂੰ ਅੰਦਰ ਲੈ ਕੇ ਜਾਣਾ, ਕਿ ਜਦੋਂ ਸਾਹ ਅਸੀਂ ਅੰਦਰ ਲੈ ਕੇ ਜਾਂਦੇ ਆਂਗੇ ਤਾਂ ਜਿਹੜੀਆਂ ਤੁਹਾਡੀਆਂ ਪਸਲੀਆਂ ਨੇਗੀਆਂ, ਠੀਕ ਹੈ ਰਾਜੇ, ਉਹ ਕੀ ਹੋ ਜਾਂਦੀਆਂ ਨੇਗੀਆਂ, ਅੰਦਰ ਵੱਲ ਹੋ ਜਾਂਦੀਆਂ ਨੇਗੀਆਂ ਤੇ ਡਾਇਆਫ੍ਰੈਮ ਕੀ ਹੋ ਜਾਂਦਾ, ਫੈਲ ਜਾਂਦਾ। ਪਹਿਲੀ ਆਪਸ਼ਨ। ਦੂਜੀ ਆਪਸ਼ਨ ਕੀ ਹੈ ਰਾਜੇ, ਦੀ ਗੈਸੀਅਸ ਐਕਸਚੇਂਜ ਟੇਕ ਪਲੇਸ ਇਨ ਦਾ ਐਲਵੀਓਲਸ। ਜਦੋਂ ਤੁਸੀਂ ਰਾਜੇ ਲੰਗਸ ਫੇਫੜਿਆਂ ਦੇ ਬਾਰੇ ਪੜੋਗੇ ਨਾ ਤੁਸੀਂ ਰੈਸਪੀਰੇਸ਼ਨ ਦੇ ਵਿੱਚ, ਸਾਹ ਕਿਰਿਆ ਦੇ ਵਿੱਚ, ਤਾਂ ਤੁਸੀਂ ਐਲਵੀਓਲ ਪੜੋਗੇ। ਕਿਹਦੇ ਬਾਰੇ ਪੜੋਗੇ, ਐਲਵੀਓਲ। ਤਾਂ ਤੁਹਾਨੂੰ ਉੱਥੇ ਇਸ ਦੀ ਫੰਕਸ਼ਨਿੰਗ ਕਲੀਅਰ ਹੋਊਗੀ ਰਾਜੇ। ਐਲਵੀਓਲ ਕੀ ਹੈ, ਤਾਂ ਇਹ ਫੇਫੜਿਆਂ ਦੇ ਵਿੱਚ ਹੁੰਦਾ ਰਾਜੇ ਐਲਵੀਓਲ। ਤਾਂ ਕੀ ਕਹਿ ਰਿਹਾ ਹੈਗਾ, ਸਾਹ ਤਬਾਦਲਾ ਪ੍ਰਕਿਰਿਆ ਐਲਵੀਓਲ ਵਿੱਚ ਹੁੰਦੀ ਹੈ। ਠੀਕ ਹੈ ਰਾਜੇ। ਤੀਜੀ ਕੀ ਹੈ, ਹੀਮੋਗਲੋਬਿਨ ਹੈਜ਼ ਗ੍ਰੇਟਰ ਅਫਿਨਿਟੀ ਫॉर ਕਾਰਬਨ ਡਾਈਆਕਸਾਈਡ ਦੈਨ ਆਕਸੀਜਨ। ਕੀ ਕਹਿ ਰਿਹਾ, ਹੀਮੋਗਲੋਬਿਨ ਦੀ ਆਕਸੀਜਨ ਨਾਲੋਂ ਕਾਰਬਨ ਡਾਈਆਕਸਾਈਡ ਨਾਲ ਜ਼ਿਆਦਾ ਨੇੜਤਾ ਹੁੰਦੀ ਹੈ। ਠੀਕ ਹੈ ਰਾਜੇ। ਐਲਵੀਓਲ ਇਨਕਰੀਜ਼ ਸਰਫੇਸ ਏਰੀਆ ਫॉर ਐਕਸਚੇਂਜ ਆਫ ਗੈਸਸ। ਤਾਂ ਰਾਜੇ ਕੀ ਕਹਿ ਰਿਹਾ, ਐਲਵੀਓਲੀ ਹੈ ਜੋ ਗੈਸਾਂ ਦੇ ਤਬਾਦਲੇ ਲਈ ਸਤਹੀ ਖੇਤਰਫਲ ਵਧਾਉਂਦਾ ਹੈ। ਐਲਵੀਓਲ ਕੀ ਕਰਦਾ ਰਾਜੇ, ਜਿਹੜੀ ਸਾਡੀ ਗੈਸ ਹੈ ਸਾਡੀ ਬਾਡੀ ਦੇ ਵਿੱਚ ਕਾਰਬਨ ਡਾਈਆਕਸਾਈਡ ਬਣਦੀ ਹੈ ਤੇ ਆਕਸੀਜਨ ਅਸੀਂ ਕੀ ਕਰਦੇ ਹਾਂ, ਬਾਹਰੋਂ ਲੈਂਦੇ ਹਾਂ। ਆਕਸੀਜਨ ਅਸੀਂ ਬਾਹਰੋਂ ਖਿੱਚਦੇ ਹਾਂ, ਸਾਡੀ ਬਾਡੀ ਦੇ ਵਿੱਚ ਜੋ ਕਾਰਬਨ ਡਾਈਆਕਸਾਈਡ ਬਣਦੀ ਹੈ ਉਸ ਨੂੰ ਅਸੀਂ ਬਾਹਰ ਕੱਢਦੇ ਹਾਂ। ਤਾਂ ਜਿਹੜਾ ਇਹ ਪ੍ਰੋਸੈਸ ਹੁੰਦਾ ਰਾਜੇ ਫੇਫੜਿਆਂ ਦੇ ਵਿੱਚ ਹੁੰਦਾ ਹੈ। ਫੇਫੜਿਆਂ ਦੇ ਵਿੱਚ ਜਿਹੜਾ ਐਲਵੀਓਲ ਹੈ ਇਹ ਕੰਮ ਕਰਦਾ। ਤਾਂ ਰਾਜੇ ਇਸ ਦੀ ਜਿਹੜੀ ਆਪਸ਼ਨ ਹੈ ਉਹ ਡੀ ਆਊਗੀ। ਡੀ ਦੇ ਵਿੱਚ ਕੀ ਹੈ, ਜਿਹੜੀ ਤੁਹਾਡੀ ਆਪਸ਼ਨ ਨੰਬਰ ਸੈਕਿੰਡ ਹੈ, ਦੂਜੀ ਹੈ, ਤੇ ਆਪਸ਼ਨ ਨੰਬਰ ਚੌਥੀ ਹੈ, ਫੋਰਥ ਹੈ, ਦੋਨੇ ਸਹੀ ਨੇ ਰਾਜੇ। ਕਿ ਗੈਸਸ ਜਿਹੜੀਆਂ ਐਕਸਚੇਂਜ ਹੁੰਦੀਆਂ ਨੇ, ਮਤਲਬ ਸਾਡੀ ਬਾਡੀ ਦੇ ਵਿੱਚੋਂ ਕਾਰਬਨ ਡਾਈਆਕਸਾਈਡ ਬਾਹਰ ਨਿਕਲਦੀ ਹੈ ਤੇ ਆਕਸੀਜਨ ਸਾਡੇ ਖੂਨ ਦੇ ਵਿੱਚ ਮਿਕਸ ਹੁੰਦੀ ਹੈ। ਉਹ ਕੰਮ ਕਿਹਦੇ ਦੁਆਰਾ ਹੁੰਦਾ ਰਾਜੇ, ਐਲਵੀਓਲ ਦੇ ਦੁਆਰਾ ਹੁੰਦਾ ਹੈ। ਇਹ ਬਿਲਕੁਲ ਸਹੀ ਹੈ। ਨੰਬਰ 2 ਤੇ ਜੋ ਤੁਹਾਡੀ ਚੌਥੀ ਆਪਸ਼ਨ ਹੈ ਐਲਵੀਓਲ ਹੈ, ਜੋ ਮਤਲਬ ਕੀ ਨੇ, ਫੇਫੜਿਆਂ ਦੇ ਵਿੱਚ ਬਹੁਤ ਸਾਰੇ ਐਲਵੀਓਲ ਹੁੰਦੇ ਆ। ਜਿੰਨੇ ਸਾਰੇ ਐਲਵੀਓਲ ਹੋਣਗੇ ਉਹਨਾਂ ਇਹ ਪ੍ਰੋਸੈਸ ਆ ਜਿਹੜਾ ਜਲਦੀ ਹੋਊਗਾ। ਸਾਨੂੰ ਆਕਸੀਜਨ ਮਤਲਬ ਲੈਣ ਦੇ ਵਿੱਚ ਤੇ ਜਲਦੀ ਬਾਹਰ ਕੱਢਣ ਦੇ ਵਿੱਚ ਕੌਣ ਹੈਲਪ ਕਰਦਾ ਰਾਜੇ, ਐਲਵੀਓਲ। ਐਲਵੀਓਲ ਜ਼ਿਆਦਾ ਹੋਣ ਦੇ ਕਾਰਨ ਫੇਫੜਿਆਂ ਦੇ ਵਿੱਚ ਐਲਵੀਓਲ ਦਾ ਜੋ ਸਰਫੇਸ ਏਰੀਆ ਹੈਗਾ, ਸਤਹੀ ਖੇਤਰਫਲ ਹੈ, ਜ਼ਿਆਦਾ ਹੁੰਦਾ ਹੈ। ਤਾਂ ਰਾਜੇ ਚੌਥੀ ਆਪਸ਼ਨ ਵੀ ਤੁਹਾਡੀ ਸਹੀ ਹੈ। ਤਾਂ ਇਸ ਦੀ ਆਪਸ਼ਨ ਦਾ ਆਨਸਰ ਆਊਗਾ ਡੀ। ਮਤਲਬ ਦੂਜੀ ਤੇ ਚੌਥੀ ਦੋਨੇ ਆਪਸ਼ਨਾਂ ਕੀ ਆਉਣਗੀਆਂ, ਇਸ ਦਾ ਕਰੈਕਟ ਆਨਸਰ ਆਉਣਗੀਆਂ ਰਾਜੇ। ਠੀਕ ਹੈ ਰਾਜੇ। ਉਸ ਤੋਂ ਬਾਅਦ ਆ ਜੋ ਰਾਜੇ 78 ਨੰਬਰ ਕੁਐਸਚਨ 48 ਦੀ ਕਰੈਕਟ ਆਰਡਰ ਫॉर ਸਟੈਪ ਅਕਰਿੰਗ ਇਨ ਨਿਊਟ੍ਰੀਸ਼ਨ ਇਨ ਐਨੀਮਲ। ਕਿ ਜਿਹੜੀ ਨਿਊਟ੍ਰੀਸ਼ਨ ਹੁੰਦੀ ਹੈ ਰਾਜੇ, ਠੀਕ ਹੈ, ਨਿਊਟ੍ਰੀਸ਼ਨ ਦਾ ਮਤਲਬ ਜੋ ਅਸੀਂ ਭੋਜਨ ਖਾਂਦੇ ਆ, ਭੋਜਨ ਤੋਂ ਅਸੀਂ એનર્ਜੀ ਲੈਂਦੇ ਆ, ਉਸ ਪ੍ਰੋਸੈਸ ਨੂੰ ਕੀ ਕਹਿੰਦੇ ਆ ਰਾਜੇ, ਨਿਊਟ੍ਰੀਸ਼ਨ। ਕਿਸ ਤਰ੍ਹਾਂ ਉਹ ਡਾਈਜੈਸਟ ਹੁੰਦਾ ਹੈਗਾ, ਕਿਸ ਤਰ੍ਹਾਂ એનર્ਜੀ ਦਿੰਦਾ, ਉਸ ਦੇ ਸਟੈਪ ਹੁੰਦੇ ਨੇ ਰਾਜੇ। ਮੈਂ ਤੁਹਾਨੂੰ ਉਹ ਸਟੈਪ ਬਾਈ ਸਟੈਪ ਦੱਸਦਾ ਕਿ ਕਿਸ ਤਰ੍ਹਾਂ ਉਹ ਸਟੈਪ, ਠੀਕ ਹੈ, ਫੋਲੋ ਕਰਦੇ ਆ ਅਸੀਂ। ਤਾਂ ਰਾਜੇ ਦੇਖੋ ਇਹ 78 ਨੰਬਰ ਕੁਐਸਚਨ ਆ ਸਾਡੇ ਕੋਲੇ। ਤਾਂ ਰਾਜੇ ਫਸਟ ਸਟੈਪ ਹੁੰਦਾ ਹੈਗਾ ਜਦੋਂ ਅਸੀਂ ਭੋਜਨ ਅੰਦਰ ਲੈ ਕੇ ਜਾਂਦੇ ਆ, ਠੀਕ ਹੈ, ਸਾਡੀ ਪਲੇਟ ਦੇ ਵਿੱਚ ਭੋਜਨ ਪਿਆ, ਅਸੀਂ ਉਸ ਭੋਜਨ ਨੂੰ ਖਾਣਾ ਹੈ, ਮਤਲਬ ਉਸ ਨੂੰ ਅਸੀਂ ਮੂੰਹ ਦੇ ਵਿੱਚ ਪਾ ਲਿਆ। ਉਸ ਫਸਟ ਪ੍ਰੋਸੈਸ ਨੂੰ ਕੀ ਕਹਿੰਦੇ ਆ ਰਾਜੇ, ਅਸੀਂ ਇੰਜੈਸ਼ਨ। ਕੀ ਕਹਿੰਦੇ ਆ ਰਾਜੇ, ਉਸ ਨੂੰ ਅਸੀਂ ਇੰਜੈਸ਼ਨ। ਠੀਕ ਹੈ, ਫਸਟ ਸਟੈਪ। ਪਹਿਲਾ ਸਟੈਪ ਕਿਹੜਾ, ਭੋਜਨ ਨੂੰ ਅੰਦਰ ਲੈ ਕੇ ਜਾਣਾ, ਮੂੰਹ ਚ ਪਾਉਣਾ, ਉਸ ਨੂੰ ਕੀ ਕਹਿੰਦੇ ਆ, ਇੰਜੈਸ਼ਨ। ਸੈਕਿੰਡ ਸਟੈਪ ਕੀ ਹੁੰਦਾ ਰਾਜੇ, ਉਹ ਭੋਜਨ ਕਿੱਥੇ ਜਾਂਦਾ, ਸਟਮਕ ਦੇ ਵਿੱਚ। ਸਟਮਕ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ HCl ਹੁੰਦਾ ਹੈ, ਠੀਕ ਹੈ, ਅਲੱਗ-ਅਲੱਗ ਆਰਗਨ ਹੁੰਦੇ ਹੈਗੇ, ਵਾਈਲ ਜੂਸ ਸੀਕ੍ਰੇਟ ਕਰਦਾ ਹੈਗਾ ਲੀਵਰ, ਠੀਕ ਹੈ। ਤਾਂ ਪੈਨਕ੍ਰੀਏਟਿਕ ਐਸਿਡ ਕੀ ਕਰਦਾ ਹੈਗਾ, ਪ੍ਰੋਡਿਊਸ ਕਰਦਾ ਹੈ। ਤਾਂ ਐਦਾਂ ਕੀ ਨੇ, ਅਲੱਗ-ਅਲੱਗ ਉੱਥੇ ਕੀ ਨੇ, ਕੈਮੀਕਲ ਪ੍ਰੋਸੈਸ ਚੱਲਦਾ ਹੈ, ਫੂਡ ਡਾਈਜੈਸਟ ਹੋਣਾ ਸ਼ੁਰੂ ਹੋ ਜਾਂਦਾ ਉੱਥੋਂ। ਠੀਕ ਹੈ ਰਾਜੇ। ਅਗਰ ਫੂਡ ਡਾਈਜੈਸਟ ਹੋਊਗਾ ਤਾਈਓ ਕੀ ਹੋਊਗਾ, ਅੱਗੇ ਵੱਲ ਨੂੰ ਜਾਊਗਾ, ਨਹੀਂ ਉਹ ਕੀ ਹੋ ਜਾਊਗਾ, ਬਾਹਰ ਵੱਲ ਨੂੰ ਨਿਕਲ ਆਊਗਾ। ਅਗਰ ਡਾਈਜੈਸਟ ਨਹੀਂ ਹੁੰਦਾ ਨਾ, ਅਨਡਾਈਜੈਸਟਡ ਫੂਡ ਜਿਹੜਾ ਭੋਜਨ ਪਚਦਾ ਨਹੀਂ, ਉਸ ਨੂੰ ਅਸੀਂ ਬਾਹਰ ਕੱਢ ਦਿੰਦੇ ਆ। ਜਿਸ ਤਰ੍ਹਾਂ ਤੁਸੀਂ ਕਹਿ ਦਿੰਦੇ ਹੋ ਵੋਮਟਿੰਗ ਆ ਗਈ, ਉਲਟੀ ਆ ਗਈ। ਜਦੋਂ ਤੁਸੀਂ ਉਲਟੀ ਕਰਦੇ ਹੋ ਤਾਂ ਤੁਸੀਂ ਦੇਖਿਓ ਕਿ ਉਸ ਦੇ ਵਿੱਚ ਭੋਜਨ ਦੇ ਕਣ ਉਦਾਂ ਹੀ ਪਏ ਹੁੰਦੇ ਆ, ਉਹ ਡਾਈਜੈਸਟ ਨਹੀਂ ਹੁੰਦਾ। ਤਾਂ ਰਾਜੇ ਜੋ ਅਸੀਂ ਭੋਜਨ ਕੀ ਕਰਦੇ ਆ, ਬਾਹਰ ਕੱਢਦੇ ਆ ਉਲਟੀ ਦੇ ਦੁਆਰਾ, ਵੋਮਟਿੰਗ ਦੇ ਦੁਆਰਾ, ਉਹ ਅਨਡਾਈਜੈਸਟਡ ਹੁੰਦਾ। ਤੁਹਾਨੂੰ ਸਾਫ਼ ਤੌਰ ਤੇ ਦਿਖ ਸਕਦਾ ਕਿ ਉਹ ਡਾਈਜੈਸਟ ਨਹੀਂ ਹੋਇਆ ਸੀ, ਤਾਂ ਉਸਨੇ ਬਾਹਰ ਆਣਾ ਹੀ ਆਣਾ ਹੈ। ਤਾਂ ਜੋ ਡਾਈਜੈਸਟਡ ਫੂਡ ਹੁੰਦਾ ਰਾਜੇ ਉਹ ਅੱਗੇ ਵੱਲ ਜਾਂਦਾ ਹੈ।
ਤਾਂ ਸੈਕਿੰਡ ਸਟੈਪ ਕੀ ਹੁੰਦਾ ਰਾਜੇ ਡਾਈਜੈਸ਼ਨ। ਤਾਂ ਕੀ ਹੁੰਦਾ ਰਾਜੇ ਡਾਈਜੈਸ਼ਨ ਸੈਕਿੰਡ ਸਟੈਪ। ਪਹਿਲੇ ਨੰਬਰ ਤੇ ਭੋਜਨ ਨੂੰ ਅੰਦਰ ਲੈ ਕੇ ਜਾਵਾਂਗੇ, ਦੂਜੇ ਨੰਬਰ ਤੇ ਕੀ ਹੁੰਦੀ ਹੈ ਰਾਜੇ ਡਾਈਜੈਸ਼ਨ ਹੁੰਦੀ ਹੈ। ਤੀਜੇ ਨੰਬਰ ਤੇ ਕੀ ਹੁੰਦਾ ਰਾਜੇ ਐਬਜ਼ੌਰਪਸ਼ਨ ਹੁੰਦੀ ਹੈ। ਕੀ ਹੁੰਦੀ ਹੈ ਐਬਜ਼ੌਰਪਸ਼ਨ। ਐਬਜ਼ੌਰਪਸ਼ਨ ਦਾ ਮਤਲਬ ਹੁੰਦਾ ਹੈ ਜੋ ਭੋਜਨ ਡਾਈਜੈਸਟ ਹੋ ਗਿਆ ਉਸ ਦੇ ਵਿੱਚ ਜੋ ਨਿਊਟ੍ਰੀਐਂਟਸ ਨੇ, ਜੋ ਲਿਕੁਇਡ ਫੂਡ ਸੀ ਜਿਸ ਨੇ ਸਾਨੂੰ એનર્ਜੀ ਦੇਣੀ ਹੈ, ਉਹ ਕੀ ਹੋ ਜਾਂਦਾ ਹੁਣ ਸੈਪਰੇਟ ਹੋ ਜਾਂਦਾ ਕਿਸ ਤੋਂ, ਠੀਕ ਹੈ ਸੋਲਿਡ ਫਾਰਮ ਤੋਂ। ਭੋਜਨ ਸੋਲਿਡ ਫਾਰਮ ਤੋਂ ਕਿਹਦੇ ਵਿੱਚ ਚੇਂਜ ਹੋ ਗਿਆ ਲਿਕੁਇਡ ਫਾਰਮ ਦੇ ਵਿੱਚ ਚੇਂਜ ਹੋ ਗਿਆ। ਉਸ ਦੇ ਵਿੱਚ ਜੋ ਰਸ ਸੀ ਜਿਸ ਤੋਂ ਅਸੀਂ એનર્ਜੀ ਲੈਣੀ ਹੈ ਉਹ ਅਲੱਗ ਹੋ ਜਾਂਦਾ ਹੈ। ਉਸ ਪ੍ਰੋਸੈਸ ਨੂੰ ਕੀ ਕਹਿੰਦੇ ਆ ਰਾਜੇ ਅਸੀਂ ਐਬਜ਼ੌਰਪਸ਼ਨ। ਠੀਕ ਹੈ ਰਾਜੇ ਭੋਜਨ ਸੋਖਣਾ। ਚੌਥਾ ਕੀ ਹੁੰਦਾ ਰਾਜੇ ਜਿਹੜਾ ਤੁਹਾਡੇ ਕੋਲੇ ਲਿਕੁਇਡ ਭੋਜਨ ਹੈ ਇਹ ਹੁਣ ਬਲੱਡ ਦੇ ਵਿੱਚ ਮਿਕਸ ਹੋ ਜਾਊਗਾ। ਕਿਹਦੇ ਵਿੱਚ ਮਿਕਸ ਹੋ ਜਾਊਗਾ ਇਹ ਬਲੱਡ ਦੇ ਵਿੱਚ ਮਿਕਸ ਹੋ ਜਾਣਾ ਉਸ ਲਿਕੁਇਡ ਭੋਜਨ ਨੇ ਤੇ ਫਿਰ ਬਲੱਡ ਪੂਰੀ ਬਾਡੀ ਦੇ ਵਿੱਚ ਕੀ ਕਰੂਗਾ ਰਾਜੇ ਸਰਕੂਲੇਟ ਕਰੂਗਾ। ਹਰ ਆਰਗੈਨ ਦਾ ਮਤਲਬ ਹਰ ਅੰਦਰੂਨੀ ਅੰਗ ਦੇ ਕੋਲ ਪਹੁੰਚੂਗਾ। ਦਿਲ ਦੇ ਕੋਲੇ ਵੀ ਜਾਊਗਾ, ਫੇਫੜਿਆਂ ਕੋਲੇ ਵੀ ਜਾਊਗਾ, ਦਿਮਾਗ ਦੇ ਕੋਲੇ ਵੀ ਜਾਊਗਾ। ਠੀਕ ਹੈ ਰਾਜੇ ਤੇ ਕਿਡਨੀਆਂ ਦੇ ਕੋਲ ਵੀ ਜਾਊਗਾ। ਜੋ ਕਿਡਨੀਜ਼ ਹੁੰਦੀਆਂ ਨੇ ਗੁਰਦੇ ਹੁੰਦੇ ਆ, ਮਤਲਬ ਪੂਰੀ ਬਾਡੀ ਦੇ ਵਿੱਚ ਬਲੱਡ ਸਰਕੂਲੇਟ ਕਰਦਾ ਹੈ। ਹਰ ਜਗ੍ਹਾ ਬਲੱਡ ਨੇ ਜਾਣਾ ਹੀ ਜਾਣਾ ਹੈ। ਤੁਹਾਨੂੰ ਪਤਾ ਹੈ ਕਿ ਹਰ ਆਰਗਨ ਕੀ ਕਰਦਾ ਆਪਣੀ ਆਪਣੀ ਐਕਟੀਵਿਟੀ ਕਰਦਾ, ਆਪਣਾ ਆਪਣਾ ਕੰਮ ਸਾਰੇ ਆਰਗਨ ਕਰਦੇ ਆ, ਸਾਰੇ ਅੰਗ ਆਪਣਾ ਆਪਣਾ ਕੰਮ ਕਰਦੇ ਆ। ਜਦੋਂ ਕੋਈ ਕੰਮ ਕਰਦਾ ਚਾਹੇ ਅਸੀਂ ਕੰਮ ਕਰੀਏ ਸਾਡੀ એનર્ਜੀ ਕੀ ਹੁੰਦੀ ਹੈ ਕੰਜ਼ਿਊਮ ਹੁੰਦੀ ਹੈ, ਯੂਟਿਲਾਈਜ਼ ਹੁੰਦੀ ਹੈ। ਠੀਕ ਹੈ ਰਾਜੇ ਤਾਂ ਸਾਨੂੰ ਨਵੀਂ એનર્ਜੀ ਕਿੱਥੋਂ ਮਿਲਦੀ ਹੈ ਭੋਜਨ ਤੋਂ। ਇਸੇ ਤਰ੍ਹਾਂ ਜਦੋਂ ਇਹ ਸਾਡੀ ਬਾਡੀ ਦੇ ਅੰਗ ਸਾਰਾ ਦਿਨ ਕੰਮ ਕਰਦੇ ਰਹਿੰਦੇ ਥੱਕ ਜਾਂਦੇ ਆ, ਇਹ ਵੀ ਇਹਨਾਂ ਨੂੰ એનર્ਜੀ ਦੀ ਲੋੜ ਹੈ ਤਾਂ ਇਹ એનર્ਜੀ ਕਿੱਥੋਂ ਲੈਂਦੇ ਆ ਰਾਜੇ ਫਿਰ ਉਹ ਨਿਊਟ੍ਰੀਸ਼ਨ ਜੋ ਬਲੱਡ ਦੇ ਵਿੱਚ ਮਿਕਸ ਹੋ ਚੁੱਕੀ ਹੈ ਉੱਥੋਂ ਇਹ એનર્ਜੀ ਲੈਂਦੇ ਆ। ਜਿਸ ਅੰਗ ਨੂੰ ਜ਼ਰੂਰਤ ਹੁੰਦੀ ਹੈ ਓਨੀ ਆਪਣੇ ਹਿਸਾਬ ਦੇ ਨਾਲ ਨਿਊਟ੍ਰੀਸ਼ਨ ਲੈ ਲੈਂਦਾ ਰਾਜੇ। ਤਾਂ ਉਸ ਤੋਂ ਬਾਅਦ ਫਿਰ ਦੁਬਾਰਾ ਕੰਮ ਕਰਨ ਦੇ ਯੋਗ ਹੋ ਜਾਂਦਾ ਹੈ। ਮਤਲਬ ਫਿਰ ਉਹ ਨਿਊਟ੍ਰੀਸ਼ਨ ਲੈ ਕੇ એનર્ਜੀ ਲੈ ਕੇ ਦੁਬਾਰਾ ਕੰਮ ਕਰਨ ਦੇ ਯੋਗ ਹੋ ਗਿਆ, ਦੁਬਾਰਾ ਕੰਮ ਕਰੀ ਜਾਂਦਾਗਾ। ਤਾਂ ਮਤਲਬ ਨਿਊਟ੍ਰੀਸ਼ਨ ਦਾ ਕੀ ਹੈ ਰਾਜੇ ਠੀਕ ਹੈ ਕਿ ਜੋ ਅਸੀਂ એનર્ਜੀ ਲਿਕੁਇਡ ਫੂਡ ਬਣਾਇਆ ਸੀ ਹੁਣ ਉਸ ਲਿਕੁਇਡ ਫੂਡ ਨੂੰ ਕੀ ਕਰਨਾ ਯੂਜ਼ ਕਰਨਾ, ਯੂਟਿਲਾਈਜ਼ ਕਰਨਾ। ਠੀਕ ਹੈ ਰਾਜੇ ਤਾਂ ਉਸ ਪ੍ਰੋਸੈਸ ਨੂੰ ਅਸੀਂ ਕੀ ਕਹਿੰਦੇ ਹਾਂ ਅਸਿਮੀਲੇਸ਼ਨ। ਠੀਕ ਹੈ ਰਾਜੇ ਉਸ ਨੂੰ ਅਸੀਂ ਕੀ ਕਹਿੰਦੇ ਹਾਂ ਅਸਿਮੀਲੇਸ਼ਨ। ਤਾਂ ਰਾਜੇ ਮਤਲਬ ਜੋ ਭੋਜਨ ਤੋਂ ਸਾਨੂੰ એનર્ਜੀ ਮਿਲ ਗਈ ਉਸ ਭੋਜਨ ਨੂੰ ਯੂਜ਼ ਕਰਨਾ, ਇਹ ਕੀ ਹੈ ਅਸਿਮੀਲੇਸ਼ਨ। ਤਾਂ ਰਾਜੇ ਦੇਖਦੇ ਹਾਂ ਤੁਹਾਡਾ ਕਰੈਕਟ ਆਰਡਰ ਕਿਹੜਾ ਬਣਿਆ ਸੀਗਾ। ਠੀਕ ਹੈ ਰਾਜੇ ਤਾਂ ਦੇਖੋ ਇੰਜੈਸ਼ਨ ਮੈਂ ਤੁਹਾਨੂੰ ਹੁਣੀ ਦੱਸ ਕੇ ਹਟਿਆ। ਫਸਟ ਸਟੈਪ ਕੀ ਹੈ ਤੁਹਾਡੇ ਕੋਲੇ ਇੰਜੈਸ਼ਨ। ਸੈਕਿੰਡ ਸਟੈਪ ਕੀ ਹੈ ਰਾਜੇ ਡਾਈਜੈਸ਼ਨ। ਦੇਖੋ ਫਸਟ ਸੈਕਿੰਡ ਸਟੈਪ ਕਿੱਥੇ ਹੈ ਡਾਈਜੈਸ਼ਨ। ਥਰਡ ਕੀ ਹੈ ਰਾਜੇ ਐਬਜ਼ੌਰਪਸ਼ਨ। ਥਰਡ ਕੀ ਹੈ ਐਬਜ਼ੌਰਪਸ਼ਨ। ਫੋਰਥ ਕੀ ਹੈ ਅਸਿਮੀਲੇਸ਼ਨ, ਯੂਜ਼ ਕਰ ਲਈ એનર્ਜੀ ਯੂਜ਼ ਕਰਨੀ ਸ਼ੁਰੂ ਕਰਤੀ। ਇਜੈਸ਼ਨ ਕੀ ਹੈ ਰਾਜੇ ਇਜੈਸ਼ਨ ਕੀ ਹੁੰਦਾ ਪੰਜਵਾਂ ਸਟੈਪ ਹੁੰਦਾਗਾ ਕਿ ਜੋ ਭੋਜਨ ਦੇ ਵਿੱਚੋਂ ਅਸੀਂ ਲਿਕੁਇਡ ਫੂਡ ਕੱਢ ਲਿਆ। ਠੀਕ ਹੈ ਸਾਡੀ ਬਾਡੀ ਨੇ ਡਾਈਜੈਸਟਿੰਗ ਪ੍ਰੋਸੈਸ ਦੇ ਥਰੂ ਕੀ ਕਰ ਲਿਆ ਉਸ ਦੇ ਵਿੱਚੋਂ ਨਿਊਟ੍ਰੀਸ਼ਨ ਲੈ ਲਈ। ਤਾਂ ਜਿਹੜਾ ਬਾਕੀ ਸੋਲਿਡ ਫਾਰਮ ਦੇ ਵਿੱਚ ਭੋਜਨ ਬਚਿਆ ਹੈਗਾ ਠੀਕ ਹੈ ਰਾਜੇ ਜਿਸ ਦੇ ਵਿੱਚੋਂ ਨਿਊਟ੍ਰੀਸ਼ਨ ਕੱਢ ਲਈ, ਜੋ ਬਾਕੀ ਭੋਜਨ ਬਚਿਆ ਹੈ ਠੀਕ ਹੈ ਵੇਸਟ ਮਟੀਰੀਅਲ ਬਚਿਆ ਉਸ ਨੂੰ ਬਾਡੀ ਤੋਂ ਬਾਹਰ ਕੱਢਣਾ, ਉਸ ਨੂੰ ਕੀ ਕਹਿੰਦੇ ਆ ਰਾਜੇ ਅਸੀਂ ਇਜੈਸ਼ਨ। ਕੀ ਕਹਿੰਦੇ ਆ ਇਜੈਸ਼ਨ ਜਾਂ ਐਕਸਕ੍ਰੀਏਸ਼ਨ ਵੀ ਕਹਿ ਦਿੰਦੇ ਆ। ਠੀਕ ਹੈ ਰਾਜੇ ਜਾਂ ਐਕਸਕ੍ਰੀਏਸ਼ਨ ਵੀ ਕਹਿ ਦਿੰਦੇ ਆ। ਬਾਡੀ ਦੇ ਵਿੱਚੋਂ ਵੇਸਟ ਭੋਜਨ ਨੂੰ, ਵੇਸਟ ਪ੍ਰੋਡਕਟ ਨੂੰ, ਵੇਸਟ ਮਟੀਰੀਅਲ ਨੂੰ ਬਾਹਰ ਕੱਢਣਾ ਕੀ ਹੈ ਇਜੈਸ਼ਨ ਹੈ ਜਾਂ ਐਕਸਕ੍ਰੀਏਸ਼ਨ। ਜਿਵੇਂ ਕੀ ਹੈ ਪਾਣੀ ਪੀ ਲਿਆ, ਪਾਣੀ ਦੇ ਵਿੱਚੋਂ ਜੋ ਮਿਨਰਲ ਚਾਹੀਦੇ ਸੀ ਸਾਡੀ ਬਾਡੀ ਨੇ ਉਹ ਬਾਹਰ ਕੱਢ ਲਏ, ਆਪਣੇ ਵਿੱਚ ਲੈ ਲਏ। ਤਾਂ ਜੋ ਬਾਕੀ ਵੇਸਟ ਪ੍ਰੋਡਕਟ ਬਚਿਆ ਹੈ, ਨਾਈਟ੍ਰੋਜਨ ਪ੍ਰੋਡਕਟ ਬਚੇ ਨੇ, ਬਾਕੀ ਨਾਈਟ੍ਰੋਜਨ ਪ੍ਰੋਡਕਟ ਬਚ ਜਾਂਦੇ ਨੇਗੇ। ਠੀਕ ਹੈ ਰਾਜੇ ਤਾਂ ਉਹਨਾਂ ਨੂੰ ਅਸੀਂ ਪਿਸ਼ਾਬ ਦੇ ਦੁਆਰਾ ਯੂਰੀਨ ਕਹਿ ਦਿੰਦੇ ਆ ਜਿਹਨੂੰ ਅਸੀਂ ਇੰਗਲਿਸ਼ ਦੇ ਵਿੱਚ, ਜਾਂ ਅੱਧਾ ਮਤਲਬ ਕੁਝ % ਸਵੈਟ ਜਿਹਨੂੰ ਪਸੀਨਾ ਕਹਿੰਦੇ ਆ, ਪਸੀਨੇ ਦੀ ਫਾਰਮ ਦੇ ਵਿੱਚ ਸਾਡੀ ਸਕਿਨ ਦੇ ਵਿੱਚੋਂ ਬਾਹਰ ਨਿਕਲਦਾ। ਠੀਕ ਹੈ ਸਾਡੀ ਬਾਡੀ ਦੇ ਵਿੱਚੋਂ ਬਾਹਰ ਨਿਕਲਦਾ। ਵੇਸਟ ਪ੍ਰੋਡਕਟ ਅਸੀਂ ਟਾਇਲਟ ਵਗੈਰਾ ਕਰਕੇ ਕੀ ਕਰਦੇ ਆ ਐਕਸਕ੍ਰੀਏਟ ਕਰਦੇ ਆ, ਬਾਹਰ ਕੱਢਦੇ ਆ। ਠੀਕ ਹੈ ਰਾਜੇ ਤਾਂ ਇਹ ਕੀ ਸੀ ਇਸ ਦਾ ਕਰੈਕਟ ਆਰਡਰ ਸੀ। ਤਾਂ ਇਸ ਦਾ ਕਰੈਕਟ ਆਨਸਰ ਕੀ ਹੈ ਰਾਜੇ ਇਸ ਦਾ ਕਰੈਕਟ ਆਨਸਰ ਆਏਗਾ ਰਾਜੇ ਸਾਡੇ ਕੋਲੇ ਸੀ। ਕੀ ਆਏਗਾ ਰਾਜੇ ਸੀ ਆਨਸਰ ਆਏਗਾ ਇਸ ਦਾ। ਉਸ ਤੋਂ ਬਾਅਦ ਆ ਜਾਓ ਰਾਜੇ which of the following molecular formula corresponding to the ethyl
ਨੀਟ। ਠੀਕ ਹੈ ਰਾਜੇ, ਤਾਂ ਇਸ ਦਾ ਸਹੀ ਆਨਸਰ ਕੀ ਆਏਗਾ ਰਾਜੇ? ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜੇ ਤੁਸੀਂ ਕਾਰਬਨ ਕੰਪਾਊਂਡ ਚੈਪਟਰ ਚੰਗੀ ਤਰ੍ਹਾਂ ਨਹੀਂ ਪੜਿਆ ਤਾਂ ਤੁਸੀਂ ਕਾਰਬਨ ਕੰਪਾਊਂਡ ਦੇ ਜੋ ਕੁਐਸਚਨ ਨੇਗੇ, ਕਾਰਬਨ ਐਂਡ ਇਟਸ ਕੰਪਾਊਂਡ ਚੈਪਟਰ ਹੈ 10th ਕਲਾਸ ਦੇ ਵਿੱਚ 4th ਚੈਪਟਰ ਹੈ, ਤਾਂ ਫਿਰ ਤੁਸੀਂ ਉਸਦੇ ਕੁਐਸਚਨ ਕੀ ਨਹੀਂ ਕਰ ਸਕਦੇ, ਅਟੈਂਪਟ ਨਹੀਂ ਕਰ ਸਕਦੇ ਹੈਗੇ ਜੇ ਤੁਹਾਨੂੰ ਉਸ ਦੀ ਨੌਲੇਜ ਨਹੀਂ ਹੈ। ਤਾਂ ਇਸ ਨੂੰ ਮਤਲਬ ਸਮਝਣ ਦੇ ਲਈ ਪੂਰਾ ਕਾਰਬਨ ਕੰਪਾਊਂਡ ਚੈਪਟਰ ਤੁਹਾਨੂੰ ਡਿਟੇਲ ਦੇ ਵਿੱਚ ਸਟੱਡੀ ਕਰਨਾ ਪਵੇਗਾ ਰਾਜੇ। ਠੀਕ ਹੈ, ਤਾਂ ਇਸ ਦਾ ਆਨਸਰ ਵੈਸੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਵਿਚ ਆਫ ਦਾ ਫੋਲੋਇੰਗ ਮੋਲੀਕੂਲਰ ਫਾਰਮੂਲਾ ਕਰਸਪੋਂਡਿੰਗ ਟੂ ਦਾ ਇਥਾਈਲ ਬਿਊਟਾ ਨੇਟ ਐਸਟਰ, ਤਾਂ ਉਸ ਦਾ ਆਨਸਰ ਰਾਜੇ ਆਏਗਾ ਬੀ। ਕੀ ਆਏਗਾ ਰਾਜੇ? ਇਸ ਦਾ ਆਨਸਰ ਬੀ ਆਏਗਾ। ਇਸ ਦਾ ਤੁਹਾਨੂੰ ਮੈਂ ਮੋਲੀਕੂਲਰ ਫਾਰਮੂਲਾ ਲਿਖ ਕੇ ਦਿਖਾ ਦਿੰਦਾ ਰਾਜੇ। ਇਸ ਦਾ ਮੋਲੀਕੂਲਰ ਫਾਰਮੂਲਾ ਕੀ ਹੁੰਦਾ? 79 ਨੰਬਰ ਕੁਐਸਚਨ ਹੈ ਜੋ, ਉਸ ਦਾ ਆਨਸਰ ਆਏਗਾ ਬੀ। ਤਾਂ ਦੇਖੋ ਜਿਸ ਤਰ੍ਹਾਂ ਲਿਖਿਆ ਹੋਇਆ ਹੈਗਾ C6H12O2, ਆਹ ਫਾਰਮੂਲਾ ਲਿਖਿਆ ਹੋਇਆ ਰਾਜੇ। ਇਸ ਨੂੰ ਜਦੋਂ ਅਸੀਂ ਐਕਸਪੈਂਡਡ ਫਾਰਮ ਦੇ ਵਿੱਚ ਲਿਖਾਂਗੇ ਤਾਂ ਐਦਾਂ ਬਣ ਜਾਏਗਾ ਰਾਜੇ ਇਹ। ਠੀਕ ਹੈ ਰਾਜੇ, ਧਿਆਨ ਚ ਰੱਖਣਾ ਤੁਸੀਂ। ਤਾਂ ਜਿਹੜੀ ਕਾਰਬਨ ਦੇ ਨਾਲ O ਲੱਗੀ ਹੋਈ ਹੈ, ਦੇਖੋ ਵਿੱਚ ਕੀ ਬੋਲਿਆ ਉਸਨੇ? ਐਸਟਰ। ਕੀ ਬੋਲਿਆ ਰਾਜੇ? ਐਸਟਰ ਨਾਮ ਦਾ ਸ਼ਬਦ ਯੂਜ਼ ਕੀਤਾ ਹੈ। ਤਾਂ ਜਿੱਥੇ ਕਾਰਬਨ ਦੇ ਨਾਲ ਆਕਸੀਜਨਾਂ ਲੱਗੀਆਂ, ਇਹ ਇੱਕ ਫੰਕਸ਼ਨਲ ਗਰੁੱਪ ਹੁੰਦਾ। ਤੁਸੀਂ ਕਾਰਬਨ ਐਂਡ ਇਟਸ ਕੰਪਾਊਂਡ ਦੇ ਵਿੱਚ ਫੰਕਸ਼ਨਲ ਗਰੁੱਪ ਬਾਰੇ ਪੜੋਗੇ ਤਾਂ ਇਹ ਕੀ ਹੈ? ਐਸਟਰ ਫੰਕਸ਼ਨਲ ਗਰੁੱਪ ਹੈ ਰਾਜੇ। ਠੀਕ ਹੈ, ਇਹ ਐਸਟਰ ਹੈ। ਤਾਂ ਐਸਟਰ ਦੇ ਨਾਲ ਅੱਗੇ ਕੀ ਲੱਗਿਆ ਹੋਊਗਾ ਰਾਜੇ ਤੁਹਾਡੇ ਕੋਲੇ? ਫਿਰ C2H5 ਲੱਗਿਆ ਹੋਊਗਾ। ਇਹ ਕੀ ਹੈ ਰਾਜੇ? ਇਥਾਇਲ। ਕੀ ਹੈ ਰਾਜੇ? ਇਹ ਇਥਾਇਲ। ਦੇਖੋ ਇਥਾਇਲ, ਜੋ ਤੁਸੀਂ ਇਥਾਇਲ ਸ਼ਬਦ ਯੂਜ਼ ਕਰ ਲਿਓ। ਬਾਕੀ ਕੀ ਬਚ ਗਿਆ ਤੁਹਾਡਾ? ਬਿਊਟੇਨੇਟ। ਠੀਕ ਹੈ ਰਾਜੇ, 4 ਕਾਰਬਨਾਂ ਵਾਲਾ ਕੀ ਹੁੰਦਾ? ਬਿਊਟੇਨ ਹੁੰਦਾ। 2 ਵਾਲਾ ਕੀ ਹੁੰਦਾ? ਇਥੇਨ ਹੁੰਦਾ। ਤਾਂ ਜਿਹੜਾ ਫੰਕਸ਼ਨਲ ਗਰੁੱਪ ਦੀ ਕਾਰਬਨ ਹੈ ਉਸ ਨੂੰ ਅਸੀਂ ਸੀਰੀਜ਼ ਦੇ ਵਿੱਚ ਕਾਊਂਟ ਕਰਦੇ ਹੁੰਦੇ ਆ। ਤਾਂ ਇਹ 4 ਬਣਾ ਵਾਲਾ ਕੀ ਬਣ ਗਿਆ ਰਾਜੇ? ਬਿਊਟਾਨੇਟ ਬਣ ਗਿਆ। ਇਹ ਕੀ ਆਪਣੇ ਕੋਲੇ? ਇਥਾਇਲ। ਕੀ ਹੈ ਰਾਜੇ? ਇਥਾਇਲ। ਤਾਂ ਇਹ ਇਸ ਦਾ ਐਕਸਪੈਂਡਡ ਫਾਰਮੂਲਾ ਬਣੂਗਾ। ਇਸ ਨੂੰ ਜਿੰਨਾ ਚਿਰ ਚੈਪਟਰ ਨੂੰ ਤੁਸੀਂ ਸਟੱਡੀ ਨਹੀਂ ਕਰਦੇ, ਧਿਆਨ ਦੇ ਨਾਲ ਬਿਲਕੁਲ ਨਹੀਂ ਪੜ੍ਹਦੇ, ਤਾਂ ਉਨਾ ਟਾਈਮ ਤੁਸੀਂ ਇਸ ਦਾ ਆਨਸਰ ਅਟੈਂਪਟ ਨਹੀਂ ਕਰ ਪਾਓਗੇ ਰਾਜੇ। ਵੈਸੇ ਇਸ ਦਾ ਆਨਸਰ ਕੀ ਆਏਗਾ? ਬੀ। 79 ਨੰਬਰ ਕੁਐਸਚਨ ਹੈ ਜੋ, ਉਸ ਦਾ ਆਨਸਰ ਕੀ ਆਏਗਾ ਰਾਜੇ? ਬੀ ਆਨਸਰ ਆਏਗਾ। ਉਸ ਤੋਂ ਬਾਅਦ ਆ ਜੋ ਰਾਜੇ ਆਪਣੇ ਕੋਲੇ ਵਿਚ ਆਫ ਦਾ ਫੋਲੋਇੰਗ ਵਰਨ ਵਾਈ ਪ੍ਰੋਡਿਊਸਿੰਗ ਏ ਜੈਲੋ ਲੂਮੀਨਸ ਫਲੇਮ। ਠੀਕ ਹੈ ਰਾਜੇ, ਤਾਂ ਹਰ ਚੀਜ਼ ਦੀ ਫਲੇਮ ਅਲੱਗ-ਅਲੱਗ ਹੁੰਦੀ ਹੈ। ਘਰਾਂ ਦੇ ਵਿੱਚ ਤੁਹਾਡੇ ਮੰਮੀ, ਠੀਕ ਹੈ, ਜਾਂ ਗਰਲਸ ਨੇ ਜੋ ਮਤਲਬ ਖਾਣਾ ਵਗੈਰਾ ਬਣਾਉਂਦੀਆਂ, ਉਹਨਾਂ ਨੂੰ ਇਸ ਦਾ ਆਨਸਰ ਜ਼ਿਆਦਾ ਪਤਾ ਹੋਵੇਗਾ। ਮਤਲਬ ਹੋਪ ਹੈ, ਉਮੀਦ ਹੈ ਉਹਨਾਂ ਤੋਂ ਇਸ ਦਾ ਆਨਸਰ ਕਲੀਅਰ ਹੋਵੇਗਾ। ਕਿ ਦੇਖੋ ਰਾਜੇ, ਜੋ ਨੈਚੁਰਲ ਗੈਸ ਹੁੰਦੀ ਹੈ ਘਰਾਂ ਦੇ ਵਿੱਚ ਅਸੀਂ LPG ਵਗੈਰਾ ਵਰਤਦੇ ਹਾਂ, ਯੂਜ਼ ਕਰਦੇ ਹਾਂ, ਜਿਸ ਨੂੰ ਮਤਲਬ ਮੀਥੇਨ ਹੁੰਦੀ ਹੈ ਜਿਸ ਦੇ ਵਿੱਚ, ਜਾਂ ਮੀਥੇਨ ਕਿਹਦੇ ਵਿੱਚ ਹੁੰਦੀ ਹੈ? ਜੋ ਗੋਬਰ ਗੈਸ ਜਿਨ੍ਹਾਂ ਦੇ ਪਲਾਂਟ ਲੱਗਿਆ ਹੁੰਦਾ। ਠੀਕ ਹੈ ਰਾਜੇ, ਤਾਂ ਤੁਸੀਂ ਦੇਖਿਓ ਗੈਸ ਦੇ ਉੱਪਰ ਫਲੇਮ ਹੁੰਦੀ ਹੈ, ਜੋ ਉਸ ਦਾ ਕਿਹੜਾ ਕਲਰ ਹੁੰਦਾ ਰਾਜੇ? ਬਲੂ ਕਲਰ ਹੁੰਦਾ। ਕਿਹੜਾ ਕਲਰ ਹੁੰਦਾ ਰਾਜੇ ਉਸ ਦਾ? ਬਲੂ। ਤਾਂ ਉਸਨੇ ਪੁੱਛਿਆ ਕਿਹੜਾ ਕਲਰ ਹੈ? ਜੈਲੋ। ਇਟ ਮੀਨਸ ਫਸਟ ਆਪਸ਼ਨ ਸਾਡੀ ਗਲਤ ਹੈ। ਤਾਂ ਕੋਲਾ। ਠੀਕ ਹੈ ਰਾਜੇ, ਕੋਲਾ ਕੀ ਹੁੰਦਾ? ਕੋਕ ਕੀ ਹੁੰਦਾ ਹੈ? ਜਦੋਂ ਧਰਤੀ ਦੇ ਵਿੱਚੋਂ ਕੋਲਾ ਕੱਢਦੇ ਆ, ਉਹ ਗਿੱਲਾ ਹੁੰਦਾ, ਤਾਂ ਫਿਰ ਉਸ ਨੂੰ ਭੱਠੀਆਂ ਦੇ ਵਿੱਚ ਪਾ ਕੇ ਉਸ ਦਾ ਜਿਹੜਾ ਮੋਇਸਚਰ ਹੈ ਰਿਮੂਵ ਕਰਵਾਇਆ ਜਾਂਦਾ। ਤਾਂ ਫਿਰ ਰਿਮੂਵ ਕਰਵਾਉਣ ਤੋਂ ਬਾਅਦ ਜੋ ਚੀਜ਼ ਬਣਦੀ ਉਸ ਨੂੰ ਕੋਕ ਕਹਿੰਦੇ ਆ ਰਾਜੇ। ਤਾਂ ਕੋਕ ਨੂੰ ਜਦੋਂ ਅਸੀਂ ਜਲਾਉਂਦੇ ਆ ਗੱਡੀਆਂ ਦੇ ਵਿੱਚ, ਜੋ ਤੁਸੀਂ ਦੇਖਿਆ ਹੋਊਗਾ ਜਾਂਦਾ ਥਰਮਲ ਪਾਵਰ ਪਲਾਂਟ ਦੇ ਵਿੱਚ, ਤੁਸੀਂ ਘਰਾਂ ਦੇ ਵਿੱਚ ਵੀ ਕਦੇ ਉਸ ਨੂੰ ਬਾਲ ਕੇ ਦੇਖਿਆ ਹੋਊਗਾ। ਜਦੋਂ ਉਸ ਨੂੰ ਅੱਗ ਲੱਗਦੀ ਹੈ ਨਾ ਰਾਜੇ, ਤਾਂ ਉਹ ਕੀ ਹੋ ਜਾਂਦਾ? ਰੈੱਡ ਹੋ ਜਾਂਦਾ। ਕੀ ਹੋ ਜਾਂਦਾ ਰਾਜੇ? ਰੈੱਡ। ਮਤਲਬ ਜਦੋਂ ਅਸੀਂ ਲੋਹੇ ਨੂੰ ਗਰਮ ਕਰਤਾ, ਲੋਹਾ ਜਿਸ ਤਰ੍ਹਾਂ ਬਿਲਕੁਲ ਰੈੱਡ ਹੋ ਜਾਂਦਾ, ਤਾਂ ਕੋਕ ਵੀ ਜਦੋਂ ਜਲਦਾ ਕਿਸ ਕਲਰ ਦਾ ਹੁੰਦਾ ਰਾਜੇ? ਰੈੱਡ ਕਲਰ ਦਾ ਹੁੰਦਾ। ਚਾਰਕੋਲ, ਜਦੋਂ ਅਸੀਂ ਲੱਕੜ ਜਲਾ ਰਹੇ ਹਾਂ, ਕੋਈ ਸਾਡਾ ਕੰਮ ਖਤਮ ਹੋ ਜਾਂਦਾ ਚੁੱਲ੍ਹੇ ਦੇ ਵਿੱਚ, ਲੱਕੜ ਜਲਾਉਣ ਤੋਂ ਬਾਅਦ ਅਸੀਂ ਮਤਲਬ ਰੋਟੀਆਂ ਵਗੈਰਾ ਸਬਜ਼ੀ ਵਗੈਰਾ ਬਣਾ ਲਈ, ਤਾਂ ਜੋ ਲੱਕੜਾਂ ਬਚਦੀਆਂ ਅਸੀਂ ਉਹਨਾਂ ਦੇ ਉੱਪਰ ਪਾਣੀ ਪਾ ਦਿੰਦੇ ਹਾਂ। ਪਾਣੀ ਪਾਉਣ ਤੋਂ ਬਾਅਦ, ਠੀਕ ਹੈ ਰਾਜੇ, ਉਹਨਾਂ ਦੇ ਕੋਲੇ ਟੁੱਟਣੇ ਸ਼ੁਰੂ ਹੋ ਜਾਂਦੇ ਆ, ਜੋ ਤੁਸੀਂ ਚੱਕਦੇ ਹੋ ਬਲੈਕ ਕਲਰ ਦਾ, ਠੀਕ ਹੈ, ਪੋਰਸ ਸਬਸਟੈਂਸ। ਤਾਂ ਉਸ ਨੂੰ ਚਾਰਕੋਲ ਕਹਿੰਦੇ ਆ ਰਾਜੇ। ਜਦੋਂ ਚਾਰਕੋਲ ਵੀ ਜਲਦਾ, ਉਸ ਦਾ ਵੀ ਕਿਹੜਾ ਕਲਰ ਹੁੰਦਾ ਰਾਜੇ? ਰੈੱਡ ਹੀ ਹੁੰਦਾ। ਤਾਂ ਵੈਕਸ ਕੀ ਹੁੰਦੀ ਹੈ ਰਾਜੇ? ਮੋਮਬੱਤੀ। ਜਦੋਂ ਮੋਮਬੱਤੀ ਘਰ ਦੇ ਵਿੱਚ ਤੁਸੀਂ ਜਲਾਉਂਦੇ ਹੋ ਤਾਂ ਧਿਆਨ ਦੇ ਨਾਲ ਚੈੱਕ ਕਰਕੇ ਦੇਖਿਓ, ਅੱਜ ਜਲਾ ਕੇ ਦੇਖਿਓ ਮੋਮਬੱਤੀ, ਕਿ ਉਸ ਦੀ ਜੋ ਅੱਗ ਲਾਟ ਹੁੰਦੀ ਹੈ ਉਸ ਦਾ ਕਲਰ ਕਿਹੜਾ ਹੁੰਦਾ? ਉਸ ਦਾ ਕਲਰ ਹੁੰਦਾ ਰਾਜੇ ਜੈਲੋ। ਕਿਹੜਾ ਕਲਰ ਹੁੰਦਾ? ਜੈਲੋ। ਤਾਂ ਇਸ ਦਾ ਆਨਸਰ ਕੀ ਆਏਗਾ ਰਾਜੇ? ਸੀ। ਵੈਕਸ ਇਸ ਦਾ ਆਨਸਰ ਆਏਗਾ। ਮੋਮਬੱਤੀ ਇਸ ਦਾ ਆਨਸਰ ਆਏਗਾ ਕਿ ਜਦੋਂ ਵੈਕਸ ਜਲਦੀ ਹੈ ਤਾਂ ਕਿਸ ਤਰ੍ਹਾਂ ਦੀ ਫਲੇਮ ਬਣਦੀ ਹੈ ਰਾਜੇ? ਜੈਲੋ ਲੂਮੀਨਸ ਫਲੇਮ ਕਹਿੰਦੇ ਆ ਉਸ ਨੂੰ। ਨੈਕਸਟ ਆ ਜੋ ਰਾਜੇ, ਦੀ ਹਾਈਡਰੋਕਾਰਬਨ ਵਿਚ ਹੈਜ਼ ਅਲਟਰਨੇਟ ਸਿੰਗਲ ਡਬਲ ਬੌਂਡ ਅਰੇਂਜਡ ਇਨ ਦਾ ਫਾਰਮ ਆਫ ਰਿੰਗ। ਠੀਕ ਹੈ ਰਾਜੇ, ਇਸ ਦਾ ਆਨਸਰ ਮੈਂ ਤੁਹਾਨੂੰ ਦੱਸਾਂਗਾ, ਬਿਲਕੁਲ ਦੱਸਾਂਗਾ ਰਾਜੇ। ਤੁਸੀਂ ਦੇਖੋ,
ਕੀ ਹੈਗਾ, ਕਹਿੰਦਾ ਹਾਈਡਰੋਕਾਰਬਨ ਵਿਚ ਹੈਜ਼ ਅਲਟਰਨੇਟ ਸਿੰਗਲ ਐਂਡ ਡਬਲ ਬੌਂਡ ਅਰੇਂਜਡ ਇਨ ਦਾ ਫਾਰਮ ਆਫ ਰਿੰਗ। ਤਾਂ ਰਾਜੇ ਇਸ ਦਾ ਆਨਸਰ ਕੀ ਹੈਗਾ ਸਾਡੇ ਕੋਲੇ ਬੈਂਜ਼ੀਨ। ਠੀਕ ਹੈ, ਇਹ ਵੀ ਕਾਰਬਨ ਐਂਡ ਇਟਸ ਕੰਪਾਊਂਡ ਚੈਪਟਰ ਦੇ ਵਿੱਚੋਂ ਆ ਰਾਜੇ। ਤਾਂ ਧਿਆਨ ਚ ਰੱਖਣਾ ਹੈ, ਇੱਕ ਗੱਲ ਧਿਆਨ ਚ ਰੱਖਿਓ, ਜੋ ਤੁਹਾਡਾ ਪਿਛਲੀ ਵਾਰ ਪੇਪਰ ਆਇਆ ਸੀ 5 ਕੁਐਸਚਨ ਇੱਕ ਚੈਪਟਰ ਦੇ ਵਿੱਚੋਂ ਪਾਏ ਗਏ ਸੀਗੇ। ਕਿਹੜੇ ਚੈਪਟਰ ਦੇ ਵਿੱਚੋਂ ਪਾਏ ਗਏ ਸੀ? ਕਾਰਬਨ ਐਂਡ ਇਟਸ ਕੰਪਾਊਂਡ ਦੇ ਵਿੱਚੋਂ 5 ਕੁਐਸਚਨ ਆਏ ਸੀ ਰਾਜੇ। 5 ਕੁਐਸਚਨ ਇੱਕ ਚੈਪਟਰ ਦੇ ਵਿੱਚੋਂ ਪਾਏ ਹੋਏ ਨੇ। ਤੁਸੀਂ ਦੇਖੋ ਵੇਟੇਜ ਚੈਪਟਰ ਦੀ ਕਿੰਨੀ ਹੈ। ਤਾਂ ਜਿਹੜੇ ਇਹ ਚੈਪਟਰ ਨੇ ਐਸਿਡ ਬੇਸ ਹੋ ਗਿਆ ਰਾਜੇ, ਕਾਰਬਨ ਐਂਡ ਇਟਸ ਕੰਪਾਊਂਡ ਹੋ ਗਿਆ, ਲਾਈਫ ਪ੍ਰੋਸੈਸ, ਕੰਟਰੋਲ ਐਂਡ ਕੋਆਰਡੀਨੇਸ਼ਨ ਹੋ ਗਿਆ, ਮੈਟਲ ਐਂਡ ਨਾਨ ਮੈਟਲ ਹੋ ਗਿਆ ਰਾਜੇ। ਇਹ ਚੈਪਟਰ ਮੋਸਟ ਇੰਪੋਰਟੈਂਟ ਨੇ। ਸੈੱਲ ਹੋ ਗਿਆ, ਟਿਸ਼ੂ ਹੋ ਗਿਆ, ਜੋ ਚੈਪਟਰ ਮੈਂ ਬੋਲੇ ਨੇ ਮੋਸਟ ਸਕੋਰਿੰਗ ਨੇ ਇਹ ਰਾਜੇ। ਇਹਨਾਂ ਦੇ ਵਿੱਚੋਂ ਪੇਪਰ ਆਉਣਾ ਹੀ ਆਉਣਾ ਹੈ। ਠੀਕ ਆ ਰਾਜੇ। ਤਾਂ ਕਿਹਦੇ ਵਿੱਚ ਹੁੰਦੀ ਹੈ ਅਲਟਰਨੇਟ ਸਿੰਗਲ ਤੇ ਡਬਲ ਬੌਂਡ? ਤਾਂ ਇਹ ਚੀਜ਼ ਦੇ ਲਈ ਤੁਹਾਨੂੰ ਪਹਿਲਾਂ ਡਬਲ ਬੌਂਡ ਤੇ ਸਿੰਗਲ ਬੌਂਡ ਕੀ ਹੁੰਦਾ ਉਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਉਹ ਜਾਣਕਾਰੀ ਤੁਹਾਨੂੰ ਕਿੱਥੋਂ ਮਿਲੂਗੀ ਰਾਜੇ? ਕਾਰਬਨ ਐਂਡ ਇਟਸ ਕੰਪਾਊਂਡ ਚੈਪਟਰ ਤੋਂ ਮਿਲੂਗੀ। ਤਾਂ ਬੈਂਜ਼ੀਨ ਇਸ ਦਾ ਆਨਸਰ ਆਊਗਾ। ਬੈਂਜ਼ੀਨ ਹੁੰਦੀ ਕੀ ਹੈ ਰਾਜੇ? ਬੈਂਜ਼ੀਨ ਇੱਕ ਐਦਾਂ ਦੀ ਸਟਰਕਚਰ ਹੁੰਦੀ ਹੈ ਰਾਜੇ, ਐਦਾਂ ਦੀ ਸਟਰਕਚਰ ਹੁੰਦੀ ਹੈ ਬੈਂਜ਼ੀਨ। ਠੀਕ ਹੈ ਰਾਜੇ। ਇਹ ਕੀ ਹੁੰਦੀ ਹੈ? ਬੈਂਜ਼ੀਨ ਹੁੰਦੀ ਹੈ, ਇਸ ਨੂੰ ਬੈਂਜ਼ੀਨ ਕਹਿੰਦੇ ਆ। ਇਸ ਦੇ ਵਿੱਚ ਇੱਕ ਡਬਲ ਬੌਂਡ, ਆਹ ਸਿੰਗਲ ਰਹਿ ਜਾਂਦਾ, ਆਹ ਫਿਰ ਕੀ ਆ ਜਾਂਦਾ ਰਾਜੇ? ਡਬਲ ਬੌਂਡ ਆ ਜਾਂਦਾ। ਇਹ ਡਬਲ ਹੈ, ਇਹ ਟ੍ਰਿਪਲ ਨਾ ਸਮਝ ਲਓ, ਵੈਸੇ ਲਾਈਨ ਲੱਗ ਗਈ ਵਿੱਚ। ਤਾਂ ਇਹ ਬੌਂਡ ਕਿਹੜਾ ਹੈਗਾ ਰਾਜੇ? ਡਬਲ। ਦੇਖੋ ਡਬਲ ਸਿੰਗਲ ਡਬਲ ਸਿੰਗਲ ਡਬਲ ਸਿੰਗਲ। ਤਾਂ ਰਾਜੇ ਬੌਂਡ ਅਲਟਰਨੇਟ ਚੱਲ ਰਹੇ ਨੇ। ਇਹ ਜਿਹੜੀਆਂ ਰਿੰਗਸ ਹੁੰਦੀਆਂ ਇਹਨਾਂ ਦੇ ਸਿਰਿਆਂ ਦੇ ਉੱਪਰ ਕੀ ਲੱਗਿਆ ਹੁੰਦਾ? ਕਾਰਬਨ ਲੱਗਿਆ ਹੁੰਦਾ। ਕਾਰਬਨ ਦੇ ਨਾਲ ਹਾਈਡਰੋਜਨਾਂ ਵੀ ਲੱਗੀਆਂ ਹੁੰਦੀਆਂ ਰਾਜੇ। ਹਰੇਕ ਕੋਨੇ ਤੇ ਜਿੱਥੇ ਇਸ ਦਾ ਐਂਡਿੰਗ ਪੁਆਇੰਟ ਹੁੰਦਾ ਹੈ, ਹਰੇਕ ਸਾਈਡ ਦਾ ਉੱਥੇ ਕੀ ਲੱਗਿਆ ਹੁੰਦਾ ਰਾਜੇ? ਕਾਰਬਨ ਲੱਗਿਆ ਹੁੰਦਾ। ਠੀਕ ਹੈ ਰਾਜੇ। ਤਾਂ ਇਹ ਬੈਂਜ਼ੀਨ ਆ, ਉਸ ਦਾ ਆਨਸਰ ਕੀ ਹੈਗਾ? ਬੈਂਜ਼ੀਨ ਆਏਗਾ ਰਾਜੇ। ਤਾਂ ਉਸ ਤੋਂ ਬਾਅਦ ਨੈਕਸਟ ਆ ਜੋ ਰਾਜੇ ਕਿ ਜਿੰਕ ਬਲੈਂਡ ਓਰ ਕੈਨ ਬੀ ਕਨਵਰਟ ਇਨਟੂ ਦਾ ਜਿੰਕ ਆਕਸਾਈਡ ਬਾਈ ਪ੍ਰੋਸੈਸ ਆਫ। ਕਹਿੰਦਾ ਜਿਹੜੀ ਜਿੰਕ ਬਲੈਂਡ ਹੈ ਰਾਜੇ, ਮੈਂ ਤੁਹਾਨੂੰ ਜਿਸ ਤਰ੍ਹਾਂ ਪਹਿਲਾ ਕੁਐਸਚਨ ਦੱਸਿਆ ਸੀ ਕਿ ਓਰ ਆਫ ਮਰਕਰੀ, ਮਰਕਰੀ ਦੀ ਕੱਚੀ ਧਾਤ ਕਿਹੜੀ ਹੈ? ਸਿੰਨਾਵਾਰ। ਇਸੇ ਤਰ੍ਹਾਂ ਜਿਹੜੀ ਜਿੰਕ ਹੈ, ਜਿੰਕ ਦੀ ਕੱਚੀ ਧਾਤ ਕਿਹੜੀ ਹੈ ਰਾਜੇ? ਜਿੰਕ ਬਲੈਂਡ। ਤੁਸੀਂ ਧਿਆਨ ਚ ਰੱਖਣਾ ਇਹ ਚੀਜ਼। ਤਾਂ ਜਿੰਕ ਬਲੈਂਡ ਦੇ ਵਿੱਚੋਂ ਜਿੰਕ ਦਾ ਇੱਕ ਪੱਥਰ ਹੈ ਵੱਡਾ ਸਾਰਾ ਇੰਪਿਉਰਿਟੀਜ਼ ਵਾਲਾ, ਉਸ ਦੇ ਵਿੱਚੋਂ ਜਿੰਕ ਨੂੰ ਅਲੱਗ ਕਰਨਾ ਹੈ। ਜਿੰਕ ਨੂੰ ਅਲੱਗ ਕਰਦੇ ਸਮੇਂ ਅਸੀਂ ਜਿੰਕ ਤੋਂ ਕੀ ਕਰਦੇ ਹਾਂ? ਜਿੰਕ ਆਕਸਾਈਡ ਬਣਾਉਂਦੇ ਆ। ਜਿੰਕ ਆਕਸਾਈਡ ਜਿਹੜਾ ਅਸੀਂ ਬਣਾਉਣਾ ਇਹ ਕਿਸ ਪ੍ਰੋਸੈਸ ਦੇ ਥਰੂ ਬਣਾਉਂਦੇ ਆ? ਕਿਸ ਮੈਥਡ ਦੇ ਥਰੂ ਬਣਾਉਂਦੇ ਆ ਰਾਜੇ? ਉਸ ਮੈਥਡ ਦਾ ਨਾਮ ਕੀ ਹੈ? ਉਸ ਨੂੰ ਕੀ ਕਹਿੰਦੇ ਆ ਰਾਜੇ? ਰੋਸਟਿੰਗ। ਰੋਸਟਿੰਗ, ਕੈਲਸੀਨੇਸ਼ਨ। ਠੀਕ ਆ ਰਾਜੇ। ਇਹ ਮੈਥਡ ਤੁਹਾਨੂੰ ਕਾਰਬਨ ਐਂਡ ਇਟਸ ਕੰਪਾਊਂਡ ਚੈਪਟਰ ਹੈ ਜੋ ਉਸ ਦੇ ਵਿੱਚ ਹੀ ਮਿਲਣਗੇ। ਠੀਕ ਹੈ ਰਾਜੇ। ਤੁਸੀਂ ਧਿਆਨ ਚ ਰੱਖਣਾ ਹੈ, ਜਾਂ ਤੁਹਾਨੂੰ ਮੈਟਲ ਐਂਡ ਨਾਨ ਮੈਟਲ ਦੋਨਾਂ ਦੇ ਵਿੱਚੋਂ ਇੱਕ ਚੈਪਟਰ ਦੇ ਵਿੱਚੋਂ ਮਿਲਣਗੇ। ਤੁਸੀਂ ਪੜੋਗੇ ਰੋਸਟਿੰਗ ਮੈਥਡ ਕੀ ਹੁੰਦਾ ਹੈ, ਕੈਲਸੀਨੇਸ਼ਨ ਕੀ ਹੁੰਦਾ ਹੈ। ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ। ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਦਾ ਇਹਨਾਂ ਬਾਰੇ। ਜੋ ਰੋਸਟਿੰਗ ਹੈ ਮਤਲਬ ਤੇ ਕੈਲਸੀਨੇਸ਼ਨ ਹੈ, ਇਹ ਇਨ ਦਾ ਪ੍ਰੈਜ਼ੈਂਸ ਆਫ 에ਅਰ ਤੇ ਇਨ ਦਾ ਐਬਸੈਂਸ ਆਫ 에ਅਰ। ਮਤਲਬ ਇੱਕ ਹਵਾ ਦੀ ਮੌਜੂਦਗੀ ਦੇ ਵਿੱਚ ਹੁੰਦਾ ਹੈ, ਇੱਕ ਦੇ ਵਿੱਚ ਹਵਾ ਦੀ ਕੀ ਹੁੰਦੀ ਹੈ? ਐਬਸੈਂਸ ਹੁੰਦੀ ਹੈ, ਗੈਰ ਹਾਜ਼ਰੀ ਹੁੰਦੀ ਹੈ। ਕਿਸ ਮੈਥਡ ਦੇ ਵਿੱਚ ਹਵਾ ਦੀ ਗੈਰ ਹਾਜ਼ਰੀ ਹੁੰਦੀ ਹੈ, ਕਿਸ ਮੈਥਡ ਦੇ ਵਿੱਚ ਹਵਾ ਦੀ ਮੌਜੂਦਗੀ ਹੁੰਦੀ ਹੈ? ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਣਾ ਦੋਨਾਂ ਦੇ ਵਿੱਚੋਂ। ਮਤਲਬ ਕਿਸ ਦੇ ਵਿੱਚ ਹਵਾ ਦੀ ਮੌਜੂਦਗੀ ਹੈ, ਰੋਸਟਿੰਗ ਦੇ ਵਿੱਚ ਹੈ ਜਾਂ ਕੈਲਸੀਨੇਸ਼ਨ ਦੇ ਵਿੱਚ? ਕਿਸ ਦੇ ਵਿੱਚ ਹਵਾ ਦੀ ਗੈਰ ਹਾਜ਼ਰੀ ਹੈ? ਠੀਕ ਹੈ, ਕੈਲਸੀਨੇਸ਼ਨ ਦੇ ਵਿੱਚ ਹੈ ਜਾਂ ਕਿਹਦੇ ਵਿੱਚ ਰਾਜੇ? ਰੋਸਟਿੰਗ ਦੇ ਵਿੱਚ। ਠੀਕ ਹੈ। ਇਹ ਪੰਜਾਬੀ ਦੇ ਵਿੱਚ ਕੀ ਲਿਖਿਆ ਹੁੰਦਾ? ਭੁੰਨਣ ਵਿਧੀ ਲਿਖਿਆ ਹੁੰਦਾ ਰਾਜੇ। ਠੀਕ ਹੈ, ਰੋਸਟਿੰਗ ਭੁੰਨਣ ਵਿਧੀ ਹੁੰਦਾ। ਉਸ ਦੇ ਨਾਲ ਹੀ ਦੂਜੀ ਕੈਲਸੀਨੇਸ਼ਨ ਹੁੰਦੀ ਹੈ। ਮਤਲਬ ਮੇਰੇ ਪੰਜਾਬੀ ਦੇ ਵਿੱਚ ਧਿਆਨ ਨਹੀਂ, ਇਸ ਨੂੰ ਕੀ ਕਹਿੰਦੇ ਆ? ਠੀਕ ਹੈ ਰਾਜੇ। ਤਾਂ ਇਹ ਤੁਹਾਡਾ ਇਸ ਦੇ ਵਿੱਚ ਰੋਸਟਿੰਗ ਆਨਸਰ ਆਉਣਾ। ਉਸ ਤੋਂ ਬਾਅਦ ਆ ਜਾਓ ਰਾਜੇ 83 ਨੰਬਰ ਕੁਐਸਚਨ ਆਪਣਾ। ਵਿਚ ਆਫ ਦਾ ਫੋਲੋਇੰਗ ਹੈਜ਼ ਟ੍ਰਿਪਲ ਬੌਂਡ ਐਜ਼ ਵੈਲ ਐਜ਼ ਸਿੰਗਲ ਬੌਂਡ। ਰਾਜੇ ਇਹ ਵੀ ਤੁਹਾਡਾ ਕਿਹਦੇ ਵਿੱਚੋਂ? ਕਾਰਬਨ ਐਂਡ ਇਟਸ ਕੰਪਾਊਂਡ ਚੈਪਟਰ ਦੇ ਵਿੱਚੋਂ ਹੈ ਕਿ ਕਿਸ ਦੇ ਵਿੱਚ ਸਿੰਗਲ ਬੌਂਡ ਤੇ ਐਜ਼ ਵੈਲ ਐਜ਼ ਟ੍ਰਿਪਲ ਬੌਂਡ ਹੁੰਦਾ। ਠੀਕ ਹੈ ਰਾਜੇ। ਤਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆਗਾ ਕਿ ਤੁਹਾਨੂੰ ਸਭ ਤੋਂ ਪਹਿਲਾਂ ਕਿਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਰਾਜੇ? ਤੁਹਾਨੂੰ ਸਭ ਤੋਂ ਪਹਿਲਾਂ ਬੌਂਡ ਦੀ ਜਾਣਕਾਰੀ ਹੋਣੀ ਚਾਹੀਦੀ ਹੈ। 83 ਨੰਬਰ ਕੁਐਸਚਨ ਹੈ ਰਾਜੇ। ਬੌਂਡ ਕੀ ਹੁੰਦੇ ਆ? ਤੁਸੀਂ ਦੇਖਿਆ ਹੋਊਗਾ ਕਾਰਬਨ ਕੰਪਾਊਂਡ ਦੇ ਵਿੱਚ ਤੁਹਾਨੂੰ ਇਦਾਂ ਦੀਆਂ ਲਾਈਨਾਂ ਲੱਗੀਆਂ ਮਿਲਣਗੀਆਂ। ਇਹਨਾਂ ਨੂੰ ਕੀ ਕਹਿੰਦੇ ਆ? ਬੌਂਡ। ਇਹ ਟ੍ਰਿਪਲ ਬੌਂਡ ਹੁੰਦਾ, ਇਦਾਂ ਸਿੰਗਲ ਬੌਂਡ ਹੁੰਦਾ, ਇੱਕ ਲਾਈਨ ਲੱਗੀ ਆ, ਦੋ ਲਾਈਨਾਂ ਲੱਗੀਆਂ, ਕੀ ਹੈ ਰਾਜੇ? ਡਬਲ ਬੌਂਡ ਹੈ। ਤਾਂ ਹੁਣ ਦੱਸਣਾਗਾ ਕਿਸ ਦੇ ਵਿੱਚ ਟ੍ਰਿਪਲ ਐਜ਼ ਵੈਲ ਐਜ਼ ਸਿੰਗਲ ਜਾਂ ਸਿੰਗਲ ਐਜ਼ ਵੈਲ ਐਜ਼ ਟ੍ਰਿਪਲ ਬੌਂਡ ਹੋਊਗਾ ਰਾਜੇ। ਠੀਕ ਹੈ। ਤਾਂ ਫਸਟ ਆਪਸ਼ਨ ਦਿੱਤੀ ਹੈ ਸਾਨੂੰ ਇਥੀਨ।
ਕੀ ਦਿੱਤਾ ਰਾਜੇ ਇਥੀਨ। ਇੱਕ ਗੱਲ ਧਿਆਨ ਚ ਰੱਖਿਓ, ਪਹਿਲਾਂ ਦੇਖੋ ਜਿੱਥੇ ANE ਲੱਗਿਆ ਹੁੰਦਾ ਪਿੱਛੇ ਕੀ ਲੱਗਿਆ ANE, ਸਪੋਜ਼ ਕਰ ਲਓ ਕੀ ਲੱਗਿਆ ETH ਇਥੇਨ, ANE ਲੱਗਿਆ, ਇਟ ਮੀਨਸ ਕੀ ਹੈ ਰਾਜੇ ਇਹ ਸਿੰਗਲ ਬੌਂਡ। ਜਿੱਥੇ ANE ਲੱਗਿਆ ਠੀਕ ਹੈ ਇਹਨੂੰ ਕਹਿੰਦੇ ਆ ਐਨ, ਇਹ ਕੀ ਦੀ ਰਿਪਰੈਜ਼ੈਂਟੇਸ਼ਨ ਹੁੰਦੀ ਹੈ ਸਿੰਗਲ ਬੌਂਡ ਦੀ। ਕੀ ਹੈ ਰਾਜੇ ਇਹ ਸਿੰਗਲ ਬੌਂਡ ਵਾਸਤੇ ਯੂਜ਼ ਕਰਦੇ ਆ ਐਨ। ਤਾਂ ਉਸ ਤੋਂ ਬਾਅਦ ਸਪੋਜ਼ ਕਰ ਲਓ ਇਥੀਨ, ਕੀ ਹੈ ਰਾਜੇ ਇਥੀਨ, ਇਸ ਦਾ ਮਤਲਬ ਹੁੰਦਾ ਡਬਲ ਬੌਂਡ। ਕੀ ਹੁੰਦਾ ਰਾਜੇ ਡਬਲ ਬੌਂਡ। ਤਾਂ ਇਥਾਇਨ, ਇਥੇਨ ਵੀ ਕਹਿ ਦਿੰਦੇ ਆ ਰਾਜੇ ਠੀਕ ਹੈ। ਤਾਂ ਕੀ ਹੈ ਇਹ ਟ੍ਰਿਪਲ ਬੌਂਡ। ਕੀ ਹੈ ਰਾਜੇ ਟ੍ਰਿਪਲ ਬੌਂਡ, ਮਤਲਬ ਇਸ ਦੇ ਵਿੱਚ 3 ਲਾਈਨਾਂ ਲੱਗੀਆਂ ਹੋਣਗੀਆਂ ਟ੍ਰਿਪਲ ਬੌਂਡ, ਸਿੰਗਲ ਦੇ ਵਿੱਚ 1 ਲਾਈਨ ਲੱਗੀ ਹੋਊਗੀ, ਡਬਲ ਦੇ ਵਿੱਚ ਕੀ ਹੈ ਮਤਲਬ ਤੁਹਾਨੂੰ ਕਿਤੇ ਨਾ ਕਿਤੇ 2 ਲਾਈਨਾਂ ਦਿਖਾਈ ਦੇਣਗੀਆਂ। ਰਾਜੇ ਜਿਹੜਾ ਸਿੰਗਲ ਬੌਂਡ ਹੁੰਦਾ ਹੈ ਇਸ ਨੂੰ ਅਸੀਂ ਕਹਿੰਦੇ ਆ ਸੈਚੂਰੇਟਡ। ਕੀ ਕਹਿੰਦੇ ਆ ਇਸ ਨੂੰ ਅਸੀਂ ਸੈਚੂਰੇਟਡ। ਜਿਹੜਾ ਡਬਲ ਤੇ ਟ੍ਰਿਪਲ ਹੈ ਇਸ ਨੂੰ ਕਹਿੰਦੇ ਆ ਅਨਸੈਚੂਰੇਟਡ, SATU ਰੇਟਡ। ਠੀਕ ਹੈ ਰਾਜੇ ਬੋਲ ਰਿਹਾ ਮੈਂ, ਤੁਸੀਂ ਮਤਲਬ ਸਪੈਲਿੰਗ ਤੇ ਨਹੀਂ ਜਾਣਾ, ਤੁਸੀਂ ਖੁਦ ਲਿਖ ਲਓ, ਮੇਰੇ ਤੋਂ ਗਲਤ ਲਿਖ ਗਏ। ਜਿਸ ਦੇ ਵਿੱਚ ਸਿੰਗਲ ਬੌਂਡ ਹੈ ਉਸ ਨੂੰ ਕਹਿੰਦੇ ਆ ਸੈਚੂਰੇਟਡ, ਜਿਸ ਦੇ ਵਿੱਚ ਡਬਲ ਤੇ ਟ੍ਰਿਪਲ ਬੌਂਡ ਹੈ ਉਸ ਨੂੰ ਕਹਿੰਦੇ ਆ ਅਨਸੈਚੂਰੇਟਡ। ਤਾਂ ਹੁਣ ਅਸੀਂ ਆਪਸ਼ਨਾਂ ਗਲਤ ਕਰਦੇ ਹਾਂ, ਕਿਹੜੀਆਂ ਆਪਸ਼ਨਾਂ ਗਲਤ ਸੀ ਕਿਹੜੀ ਕਰੈਕਟ ਸੀਗੀ। ਤਾਂ ਰਾਜੇ ਦੇਖੋ ਫਸਟ ਆਪਸ਼ਨ ਕੀ ਦਿੱਤੀ ਹੈ ਇਥੇਨ। ਕੀ ਦਿੱਤੀ ਹੈ ਰਾਜੇ ਇਥੇਨ। ਤਾਂ ਧਿਆਨ ਨਾਲ ਦੇਖੋ ਇਥੇਨ ETHENE ਇਥੇਨ, ਇਟ ਮੀਨਸ ਡਬਲ ਬੌਂਡ ਆਊਗਾ। ਇਥੇਨ ਇੱਕ ਗੱਲ ਧਿਆਨ ਚ ਰੱਖੋ ਰਾਜੇ ਮੈਥ ਐਥ ਠੀਕ ਹੈ ਪ੍ਰੋਪ, ਇਹ ਚੀਜ਼ਾਂ ਤੁਹਾਡੇ ਯਾਦ ਹੋਣੀਆਂ ਚਾਹੀਦੀਆਂ ਨੇਗੀਆਂ। ਠੀਕ ਹੈ ਰਾਜੇ ਇਸ ਨੂੰ ਵਰਡ ਰੂਟ ਕਹਿੰਦੇ ਆ ਅਸੀਂ। ਕੀ ਕਹਿੰਦੇ ਆ ਵਰਡ ਰੂਟ। ਜੇ ਤੁਹਾਡੇ ਯਾਦ ਹੈ ਤਾਈਓ ਤੁਹਾਨੂੰ ਪਤਾ ਲੱਗ ਸਕਦਾ ਕਿ ਕਿਹੜਾ ਕੀ ਹੈ। ਮੈਥ ਹੈ ਐਥ ਹੈ ਪ੍ਰੋਪ ਹੈ। ਮੈਥ 1 ਕਾਰਬਨ ਹੋਊਗਾ, ਐਥ ਦੇ ਵਿੱਚ ਕੀ ਹੋਣਗੇ ਰਾਜੇ 2 ਕਾਰਬਨ ਹੋਣਗੇ, ਪ੍ਰੋਪ ਦੇ ਵਿੱਚ 3 ਹੋਣਗੇ। ਠੀਕ ਹੈ ਰਾਜੇ ਬਿਊਟ ਦੇ ਵਿੱਚ 4 ਹੋਣਗੇ, ਪੈਂਟ ਦੇ ਵਿੱਚ 5 ਹੋਣਗੇ, ਹੈਗਜ਼ਾ ਦੇ ਵਿੱਚ 6 ਹੋਣਗੇ, ਔਕਟਾ ਦੇ ਵਿੱਚ 7, ਹੈਪਟਾ ਦੇ ਵਿੱਚ 8। ਠੀਕ ਹੈ ਰਾਜੇ ਏਦਾਂ ਔਕਟਾ ਹੈਪਟਾ ਹੀ ਚੈੱਕ ਕਰ ਲੈਣਾ ਤੁਸੀਂ। ਮਤਲਬ ਜੇ ਤੁਹਾਨੂੰ ਇਸ ਚੀਜ਼ ਦੀ ਵਰਡ ਰੂਟ ਦੀ ਨੌਲੇਜ ਆ ਤਾਂ ਹੀ ਤੁਹਾਨੂੰ ਪਤਾ ਲੱਗੂ ਕਿ ਜੋ ਇਥੇਨ ਆ ਉਸ ਨੂੰ ਕਿੱਦਾਂ ਲਿਖ ਸਕਦੇ ਆ। ਤਾਂ ਜੋ ਰਾਜੇ ਇਥੇਨ ਹੁੰਦੀ ਆ ਉਸ ਦਾ ਫਾਰਮੂਲਾ ਹੁੰਦਾਗਾ ਸਾਡੇ ਕੋਲੇ C2H4। ਕੀ ਫਾਰਮੂਲਾ ਹੁੰਦਾ C2H4। ਇਥੇਨ ਆ ਰਾਜੇ ਇਹ। ਇਥੇਨ ਨੂੰ ਜਦੋਂ ਅਸੀਂ ਖੋਲ ਕੇ ਲਿਖਦੇ ਆ ਤਾਂ ਕਾਰਬਨ ਦੇ ਵਿੱਚ ਕੀ ਹੁੰਦਾ ਰਾਜੇ ਡਬਲ ਬੌਂਡ ਹੁੰਦਾ। ਕਾਰਬਨ 4 ਬੌਂਡ ਬਣਾਉਂਦਾ, 2 ਬੌਂਡ ਇਸ ਕਾਰਬਨ ਨੇ 2 ਬੌਂਡ ਇਸ ਕਾਰਬਨ ਦੇ ਨਾਲ ਬਣਾ ਲਏ, ਇਸ ਕਾਰਬਨ ਨੇ 2 ਬੌਂਡ ਇਸ ਕਾਰਬਨ ਦੇ ਨਾਲ ਬਣਾ ਲਏ, ਦੋਨਾਂ ਦੇ 2-2 ਬੌਂਡ ਪੂਰੇ ਹੋ ਗਏ। ਉਸ ਤੋਂ ਬਾਅਦ ਕੀ ਹੈ ਰਾਜੇ ਦੇਖੋ ਤੀਜਾ ਬੌਂਡ ਹਾਈਡਰੋਜਨ ਦੇ ਨਾਲ, ਚੌਥਾ ਬੌਂਡ ਕੀ ਹੈ ਹਾਈਡਰੋਜਨ ਦੇ ਨਾਲ। ਠੀਕ ਹੈ ਰਾਜੇ ਇਸ ਦਾ ਤੀਜਾ ਬੌਂਡ ਹਾਈਡਰੋਜਨ ਦੇ ਨਾਲ, ਚੌਥਾ ਬੌਂਡ ਹਾਈਡਰੋਜਨ ਦੇ ਨਾਲ। ਇੱਕ ਕਾਰਬਨ 4 ਬੌਂਡ ਬਣਾਉਂਦਾ ਹੈ। ਠੀਕ ਹੈ ਰਾਜੇ ਇਸ ਕਾਰਬਨ ਦੇ 4 ਬੌਂਡ ਦੇਖੋ ਪਹਿਲਾ ਬੌਂਡ, ਦੂਜਾ ਬੌਂਡ, ਤੀਜਾ ਬੌਂਡ ਆ ਪਿਆ, ਚੌਥਾ ਆ ਪਿਆ। ਇਸ ਕਾਰਬਨ ਦੇ ਪਹਿਲਾ ਬੌਂਡ, ਦੂਜਾ, ਜਿਹੜਾ ਇਹ ਸੈਂਟਰ ਦੇ ਵਿੱਚ ਡਬਲ ਬੌਂਡ ਹੈ ਇਹ ਦੋਨਾਂ ਦੇ ਵਿੱਚ ਕਾਊਂਟ ਹੁੰਦਾ ਰਾਜੇ। ਤਾਂ ਇਸ ਕਾਰਬਨ ਦੇ 1 2 3 4 4 ਬੌਂਡ ਆ ਨੇ। ਤਾਂ ਰਾਜੇ ਦੇਖੋ ਇਥੇਨ ਹੈ, ਇਥੇਨ ਦੇ ਵਿੱਚ ਕਿਹੜਾ ਕਿਹੜਾ ਬੌਂਡ ਆ ਰਿਹਾ ਡਬਲ ਆ ਰਿਹਾ ਤੇ ਸਿੰਗਲ ਆ ਰਿਹਾ। ਬਟ ਆਪਾਂ ਨੂੰ ਪੁੱਛਿਆ ਕੀ ਹੈ ਕਿ ਟ੍ਰਿਪਲ ਬੌਂਡ ਐਜ਼ ਵੈਲ ਐਜ਼ ਸਿੰਗਲ ਬੌਂਡ। ਇੱਕ ਟ੍ਰਿਪਲ ਬੌਂਡ ਹੋਣਾ ਚਾਹੀਦਾ, ਇੱਕ ਕਿਹੜਾ ਬੌਂਡ ਹੋਣਾ ਚਾਹੀਦਾ ਰਾਜੇ ਸਿੰਗਲ। ਤਾਂ ਇਟ ਮੀਨਸ ਇਹ ਆਪਸ਼ਨ ਤਾਂ ਕੀ ਹੋਗੀ ਗਲਤ ਹੋਗੀ ਫਸਟ ਇਥੇਨ। ਠੀਕ ਹੈ ਰਾਜੇ ਸੈਕਿੰਡ ਆਪਸ਼ਨ ਆ ਗਈ ਰਾਜੇ ਸਾਡੇ ਕੋਲੇ ਮਿਥੇਨ। ਕਿਹੜੀ ਆ ਗਈ ਮਿਥੇਨ। ਤਾਂ ਇਟ ਮੀਨਸ ਐਨ ਲੱਗਿਆ ਸਾਰੇ ਬੌਂਡ ਕੀ ਹੋਣਗੇ ਸਿੰਗਲ। ਮਿਥੇਨ ਕਾਰਬਨ ਕਿੰਨੇ ਹੋਣਗੇ 1। ਮੈਥ ਵਾਸਤੇ ਕੀ ਹੈ 1 ਬੌਂਡ ANE ਦਾ ਮਤਲਬ ਕੀ ਹੁੰਦਾ ਬੌਂਡ। ਬੌਂਡ ਕਿਹੜੇ ਹੋਣਗੇ ਸਾਰੇ ਸਿੰਗਲ। ਤਾਂ ਦੇਖੋ ਰਾਜੇ ਇਸ ਦੇ ਵਿੱਚ ਤਾਂ ਸਾਰੇ ਸਿੰਗਲ ਬੌਂਡ ਨੇ, ਨਾ ਡਬਲ ਨਾ ਟ੍ਰਿਪਲ। ਸਾਨੂੰ ਪੁੱਛਿਆ ਸਿੰਗਲ ਵੀ ਹੋਵੇ ਤੇ ਟ੍ਰਿਪਲ ਵੀ ਹੋਵੇ, ਤਾਂ ਇਸ ਦੇ ਵਿੱਚ ਤਾਂ ਸਾਰੇ ਸਿੰਗਲ ਨੇ। ਤਾਂ ਆਪਸ਼ਨ ਰਾਜੇ ਇਹ ਵੀ ਕੀ ਹੋ ਗਈ ਗਲਤ ਹੋ ਗਈ। ਤੀਜੀ ਕੀ ਹੈ ਰਾਜੇ ਆਪਣੇ ਕੋਲੇ ਇਥਾਇਨ। ਕੀ ਹੈ ਰਾਜੇ ਇਥਾਇਨ। ਤਾਂ ਜਿਹੜੀ ਰਾਜੇ ਇਥਾਇਨ ਹੁੰਦਾ ਹੈ ਪਹਿਲੀ ਗੱਲ ਦੇਖੋ E ਆ ਗਿਆ ਇਥਾਇਨ। ਤਾਂ ਕਾਰਬਨ ਕਿੰਨੇ ਹੋਣਗੇ ਸਾਡੇ ਕੋਲੇ 2। ਕਿੰਨੇ ਕਾਰਬਨ ਹੋਣਗੇ 2। ਤਾਂ YNE ਲੱਗਿਆ, ਇਟ ਮੀਨਸ ਕਾਰਬਨ ਦੇ ਵਿੱਚ ਕੀ ਹੋਊਗਾ ਰਾਜੇ ਟ੍ਰਿਪਲ ਬੌਂਡ ਹੋਊਗਾ। ਇੱਕ ਕਾਰਬਨ 4 ਬੌਂਡ ਬਣਾਉਂਦਾ ਰਾਜੇ, 3 ਬੌਂਡ ਤਾਂ ਦੋਨੇ ਕਾਰਬਨਾਂ ਨੇ ਬਣਾ ਲਈ। ਤਾਂ ਜੋ ਇੱਕ ਬੌਂਡ ਬਚਿਆ ਉੱਥੇ ਕੀ ਲੱਗੀ ਰਾਜੇ ਇਹਨਾਂ ਦੇ ਹਾਈਡਰੋਜਨ ਲੱਗੀ। ਤਾਂ ਇਸ ਕਾਰਬਨ ਦੇ 4 ਬੌਂਡ ਪੂਰੇ, ਇੱਕ ਹਾਈਡਰੋਜਨ ਦੇ ਨਾਲ 3 ਕਾਰਬਨ ਦੇ ਨਾਲ। ਇਸ ਕਾਰਬਨ ਦੇ 4 ਬੌਂਡ ਪੂਰੇ, 3 ਕਾਰਬਨ ਦੇ ਨਾਲ 1 ਹਾਈਡਰੋਜਨ ਦੇ ਨਾਲ। ਤਾਂ ਰਾਜੇ ਦੇਖੋ ਸਿੰਗਲ ਬੌਂਡ। ਠੀਕ ਹੈ ਕਿਹੜਾ ਬੌਂਡ ਹੈ ਇਹ ਸਿੰਗਲ ਤੇ ਟ੍ਰਿਪਲ ਬੌਂਡ। ਤਾਂ ਰਾਜੇ ਦੇਖੋ ਸਿੰਗਲ ਬੌਂਡ ਵੀ ਆ ਰਿਹਾ ਟ੍ਰਿਪਲ ਵੀ ਆ ਰਿਹਾ। ਤਾਂ ਉਸਨੇ ਪੁੱਛਿਆ ਕੀ ਸੀਗਾ ਕਿ ਇਹਨਾਂ ਦੇ ਵਿੱਚੋਂ
ਦੇਖੋ ਵਿਚ ਆਫ ਦਾ ਫੋਲੋਇੰਗ ਹੈਜ਼ ਏ ਟ੍ਰਿਪਲ ਬੌਂਡ ਐਜ਼ ਵੈਲ ਐਜ਼ ਸਿੰਗਲ ਬੌਂਡ, ਤਾਂ ਕਿਸ ਦੇ ਵਿੱਚ ਹੈ ਰਾਜੇ? ਇਥਾਇਨ ਦੇ ਵਿੱਚ। ਠੀਕ ਹੈ, ਇਥੇਨ ਦੇ ਵਿੱਚ। ਕਿਸ ਦੇ ਵਿੱਚ ਹੈ? YNE ਵਾਲੇ ਦੇ ਵਿੱਚ ਕੀ ਹੈ ਸਾਡੇ ਕੋਲੇ? ਸਿੰਗਲ ਬੌਂਡ ਵੀ ਆਉਂਦਾ ਰਾਜੇ, ਤੇ ਸਾਡੇ ਕੋਲੇ ਕਿਹੜਾ ਬੌਂਡ ਆਉਂਦਾਗਾ? ਤੇ ਟ੍ਰਿਪਲ ਬੌਂਡ ਵੀ ਆਉਂਦਾ। ਠੀਕ ਹੈ ਰਾਜੇ, ਤਾਂ ਇਸ ਦਾ ਆਨਸਰ ਸਾਡੇ ਕੋਲੇ ਆਏਗਾ C। ਹੋਪ ਉਮੀਦ ਹੈ ਤੁਹਾਨੂੰ ਸਭ ਨੂੰ ਸਮਝ ਆ ਰਿਹਾ ਹੋਵੇਗਾ ਰਾਜੇ। ਤਾਂ ਇਸ ਤੋਂ ਬਾਅਦ ਆਜੋ ਰਾਜੇ, ਇਹ ਕੁਐਸਚਨ ਵੀ ਕੀ ਹੈ, ਜਿੰਨਾ ਚਿਰ ਤੁਹਾਡੇ ਮਤਲਬ ਐਸਿਡ ਬੇਸ ਚੈਪਟਰ ਪ੍ਰੋਪਰ ਕਲੀਅਰ ਨਹੀਂ ਹੁੰਦਾ ਹੈਗਾ, ਡਿਟੇਲ ਦੇ ਵਿੱਚ ਨਹੀਂ ਤੁਹਾਨੂੰ ਆਉਂਦਾ, ਤਾਂ ਤੁਸੀਂ ਇਸ ਕੁਐਸਚਨ ਦਾ ਆਨਸਰ ਵੀ ਨਹੀਂ ਦੇ ਸਕਦੇ ਰਾਜੇ। ਮੈਂ ਸਿੰਪਲ ਆਨਸਰ ਦਊਂਗਾ ਇਸ ਦਾ, ਇਸ ਨੂੰ ਮੈਂ ਡਿਟੇਲ ਦੇ ਵਿੱਚ ਸਮਝਾ ਨਹੀਂ ਸਕਦਾ ਜਿੰਨਾ ਚਿਰ ਤੁਸੀਂ ਇਸ ਚੈਪਟਰ ਨੂੰ ਪੜ੍ਹਿਆ ਨਹੀਂ ਹੈਗਾ। ਇਹ ਸਾਲਟ whose aqueous solution will have a pH more than 7। ਠੀਕ ਹੈ ਰਾਜੇ, ਇਹ ਮੈਂ ਸ਼ਾਇਦ ਤੁਹਾਨੂੰ ਪਿਛਲੇ ਕੁਐਸਚਨ ਦੇ ਵਿੱਚ ਵੀ ਦੱਸਿਆ ਸੀ, ਇੱਕ pH ਸਕੇਲ ਹੁੰਦਾ ਆਪਣੇ ਕੋਲ। ਠੀਕ ਹੈ, ਤਾਂ ਉਸ ਦੇ ਉੱਪਰ 1 ਤੋਂ ਲੈ ਕੇ 14 ਤੱਕ ਰੀਡਿੰਗ ਹੁੰਦੀ ਹੈ pH ਸਕੇਲ ਦੇ ਉੱਪਰ। ਉਸ ਦੇ ਸੈਂਟਰ ਦੇ ਵਿੱਚ 7 ਹੁੰਦਾ। 7 ਨਿਊਟਰਲ ਪੁਆਇੰਟ ਹੁੰਦਾ ਰਾਜੇ। ਤਾਂ ਜਿਨ੍ਹਾਂ ਦੀ, ਠੀਕ ਹੈ, ਜਿਨ੍ਹਾਂ ਸੋਲੂਸ਼ਨ ਦੀ ਜੋ pH ਵੈਲਿਊ ਹੈ 7 ਤੋਂ ਨੀਚੇ ਹੁੰਦੀ ਹੈ ਉਹ ਐਸਿਡਿਕ ਹੁੰਦੀ ਹੈ, ਜਿਨ੍ਹਾਂ ਦੀ ਉੱਪਰ ਹੁੰਦੀ ਹੈ ਉਹ ਬੇਸਿਕ ਹੁੰਦੀ ਹੈ ਰਾਜੇ। ਤਾਂ ਇਸਨੇ ਪੁੱਛਿਆਗਾ ਇਹ ਸਾਲਟ ਹੈ। ਠੀਕ ਹੈ, ਸਾਲਟ ਅਲੱਗ ਹੁੰਦੇ ਨੇਗੇ, ਐਸਿਡ ਬੇਸ ਤੋਂ ਅਲੱਗ ਹੁੰਦੇ ਆ। ਇਹ ਸਾਲਟ whose aqueous solution will have pH more than 7, ਕਿ ਉਸ ਸਾਲਟ ਨੂੰ ਅਸੀਂ ਜਦੋਂ ਪਾਣੀ ਦੇ ਵਿੱਚ ਪਾ ਲਿਆ ਤਾਂ ਜਿਹੜੀ ਉਸ ਦੀ pH ਵੈਲਿਊ ਆਊਗੀ ਉਹ 7 ਤੋਂ ਜ਼ਿਆਦਾ ਆਊਗੀ। ਤਾਂ ਇਸ ਦਾ ਰਾਜੇ ਆਨਸਰ ਕੀ ਆਊਗਾ? ਪੋਟਾਸ਼ੀਅਮ ਕਾਰਬੋਨੇਟ। ਕੀ ਹੈ ਇਹ ਰਾਜੇ? ਪੋਟਾਸ਼ੀਅਮ ਕਾਰਬੋਨੇਟ ਇਸ ਦਾ ਆਨਸਰ ਆਊਗਾ। ਇਹ ਇੱਕ ਤਰ੍ਹਾਂ ਦਾ ਸਾਲਟ ਹੈ, ਜਦੋਂ ਇਸ ਨੂੰ ਪਾਣੀ ਦੇ ਵਿੱਚ ਪਾਤਾ ਤਾਂ ਇਹ ਹਲਕਾ ਜਿਹਾ ਬੇਸਿਕ ਕਰੈਕਟਰ ਦਿੰਦਾ ਹੈ, ਬੇਸ ਦੀਆਂ ਪ੍ਰੋਪਰਟੀ ਸ਼ੋ ਕਰਦਾ ਹੈ। ਤਾਂ ਰਾਜੇ ਉਸ ਤੋਂ ਬਾਅਦ ਆ ਜਾਓ, ਇਹ ਸੈਚੂਰੇਟਡ ਕਾਰਬਨ ਹੈਜ਼ 50 ਹਾਈਡਰੋਜਨ ਇਨ ਇਟਸ ਮੋਲੀਕਿਊਲ, ਦੀ ਨੰਬਰ ਆਫ ਕਾਰਬਨ ਐਟਮ ਇਨ ਦਾ ਮੋਲੀਕਿਊਲ ਵਿਲ ਬੀ। ਕਹਿ ਰਿਹਾ ਇੱਕ ਸੈਚੂਰੇਟਡ ਹਾਈਡਰੋਕਾਰਬਨ, ਸੈਚੂਰੇਟਡ ਦਾ ਮਤਲਬ ਰਾਜੇ ਸਾਰਿਆਂ ਦੇ ਵਿੱਚ ਸਿੰਗਲ ਬੌਂਡ ਨੇ। ਮੈਂ ਹੁਣੀ ਦੱਸ ਕੇ ਹਟਿਆ, ਸੈਚੂਰੇਟਡ ਕੀ ਹੁੰਦੇ? ਜਿਨ੍ਹਾਂ ਦੇ ਵਿੱਚ ਸਿੰਗਲ ਬੌਂਡ ਹੋਣਗੇ। ਅਨਸੈਚੂਰੇਟਡ ਜਿਨ੍ਹਾਂ ਦੇ ਵਿੱਚ ਕੀ ਹੋਣਗੇ? ਡਬਲ ਤੇ ਟ੍ਰਿਪਲ। ਤਾਂ ਇਹ ਕੀ ਕਹਿ ਰਿਹਾ? ਸੈਚੂਰੇਟਡ ਹੈ, ਇੱਕ ਸੈਚੂਰੇਟਡ ਹਾਈਡਰੋਕਾਰਬਨ ਹੈ। ਠੀਕ ਹੈ ਰਾਜੇ, ਤਾਂ ਮੋਲੀਕਿਊਲ ਕੋਲ 50 ਹਾਈਡਰੋਜਨਸ ਨੇ, ਹਾਈਡਰੋਜਨ ਦੇ ਐਟਮ ਨੇ। ਤਾਂ ਮੋਲੀਕਿਊਲ ਕੋਲ ਦੱਸਣਾ ਕਿ ਕਿੰਨੇ ਕਾਰਬਨ ਹੋਣਗੇ। ਤਾਂ ਜਿਹੜੀਆਂ ਹਾਈਡਰੋਜਨਾਂ ਨੇ ਹਾਈਡਰੋਕਾਰਬਨ ਦੇ ਵਿੱਚ ਕਾਰਬਨ ਦੇ ਨਾਲ ਅਟੈਚ ਹੁੰਦੀਆਂ, ਤਾਂ ਕਿੰਨੇ ਕਾਰਬਨਾਂ ਦੇ ਨਾਲ 50 ਹਾਈਡਰੋਜਨਾਂ ਅਟੈਚ ਹੋਣਗੀਆਂ ਰਾਜੇ। ਤਾਂ ਇਸ ਨੂੰ ਧਿਆਨ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਤੁਹਾਨੂੰ। ਇਹ ਬਿਲਕੁਲ ਆਪਣੇ ਕੋਲੇ ਰਾਜੇ ਲਾਸਟ ਕੁਐਸਚਨ ਹੈ। ਹਾਂ ਠੀਕ ਹੈ ਰਾਜੇ, ਇਹ ਲਾਸਟ ਕੁਐਸਚਨ ਹੈ, 85 ਨੰਬਰ ਕੁਐਸਚਨ ਹੈ। ਸਮਝਾਉਣ ਦੀ ਕੋਸ਼ਿਸ਼ ਕਰੂੰਗਾ, ਕਾਰਬਨ ਐਂਡ ਇਟਸ ਕੰਪਾਊਂਡ ਚੈਪਟਰ ਦੇ ਵਿੱਚੋਂ ਹੀ ਹੈ ਇਹ ਵੀ। ਤਾਂ ਰਾਜੇ ਜਦੋਂ ਇੱਕ ਗੱਲ ਧਿਆਨ ਚ ਰੱਖਿਓ, ਕੁਐਸਚਨ ਆ ਜਾਊਗਾ ਤੁਹਾਨੂੰ, ਕਾਰਬਨ ਆਪਣੇ ਵਰਗੇ ਹੋਰ ਕਾਰਬਨ ਐਟਮਾਂ ਦੇ ਨਾਲ ਜੁੜ ਕੇ ਇੱਕ ਲੰਬੀ ਚੇਨ ਤਿਆਰ ਕਰ ਲੈਂਦਾ ਹੈ। ਕਾਰਬਨ ਦੀ ਉਸ ਪ੍ਰਾਪਰਟੀ ਨੂੰ ਕੀ ਕਹਿੰਦੇ ਨੇ ਰਾਜੇ? ਕਾਰਬਨ ਦੀ ਉਸ ਪ੍ਰਾਪਰਟੀ ਨੂੰ ਕੀ ਕਹਿੰਦੇ ਆ? ਕੈਟੀਨੇਸ਼ਨ। ਠੀਕ ਹੈ ਰਾਜੇ, ਓਕੇ ਰਾਜੇ, ਕੀ ਕਹਿ ਰਿਹਾ ਮੈਂ ਤੁਹਾਨੂੰ? ਠੀਕ ਹੈ, ਕਾਰਬਨ ਅਟੈਚ ਇਟਸੈਲਫ, ਠੀਕ ਹੈ, ਲਾਈਕ ਅਦਰ ਕਾਰਬਨ ਐਟਮ ਮੇਕ ਏ ਲੌਂਗ ਚੇਨ। ਠੀਕ ਹੈ, ਦੀ ਪ੍ਰੋਪਰਟੀ ਇਜ਼ ਕਾਲਡ ਕੈਟੀਨੇਸ਼ਨ। ਕਾਰਬਨ ਦੇ ਕੋਲ ਆਪਣੇ ਵਰਗੇ ਕਾਰਬਨਾਂ ਦੇ ਨਾਲ ਮਿਲ ਮਿਲ ਕੇ ਲੰਬੇ ਸੰਬੰਧ ਬਣਾਉਣ ਵਾਲੀ ਇੱਕ ਚੇਨ ਬਣ ਜਾਂਦੀ ਹੈ। ਉਸ ਚੇਨ ਨੂੰ, ਕਾਰਬਨ ਦੀ ਉਸ ਪ੍ਰਾਪਰਟੀ ਨੂੰ ਕੀ ਕਹਿੰਦੇ ਆ ਰਾਜੇ? ਕੀ ਕਹਿੰਦੇ ਹੈਗੇ? ਕੈਟੀਨੇਸ਼ਨ ਪ੍ਰਾਪਰਟੀ। ਠੀਕ ਹੈ, ਤਾਂ ਰਾਜੇ ਕੁਐਸਚਨ ਆਊਗਾ ਇਹ ਪੱਕਾ ਤੁਹਾਨੂੰ ਇਦਾਂ ਆ ਸਕਦਾ ਹੈ, ਕਾਰਬਨ ਆਪਣੇ ਵਰਗੇ ਕਾਰਬਨਾਂ ਦੇ ਨਾਲ ਕੈਟੀਨੇਸ਼ਨ ਪ੍ਰਾਪਰਟੀ ਦੇ ਨਾਲ ਜੁੜਦਾ ਹੈ। ਠੀਕ ਹੈ ਰਾਜੇ, ਤਾਂ ਇੱਕ ਗੱਲ ਧਿਆਨ ਚ ਰੱਖਿਓ, ਜਦੋਂ ਕਾਰਬਨ ਨਾ ਕਾਰਬਨਾਂ ਦੇ ਨਾਲ ਜੁੜ ਕੇ ਇੱਕ ਲੰਬੀ ਚੇਨ ਬਣਾਉਂਦਾ ਹੈ, ਤਾਂ ਉਸ ਦੇ ਵਿੱਚ ਜਦੋਂ ਸੈਚੂਰੇਟਡ ਕਾਰਬਨ ਹੁੰਦਾ ਹੈ, ਜਿਹੜਾ ਪਹਿਲਾ ਕਾਰਬਨ ਹੁੰਦਾ ਹੈ ਉਸ ਦੇ ਉੱਤੇ 3 ਹਾਈਡਰੋਜਨਾਂ ਲੱਗੀਆਂ ਹੁੰਦੀਆਂ ਰਾਜੇ। ਪਹਿਲੇ ਕਾਰਬਨ ਤੇ ਕਿੰਨੀਆਂ ਲੱਗੀਆਂ ਹੋਣਗੀਆਂ? 3। ਤੇ ਜਿਹੜਾ ਲਾਸਟ ਤੇ ਹੋਊਗਾ ਬਿਲਕੁਲ ਉਸ ਤੇ ਵੀ ਕਿੰਨੀਆਂ ਲੱਗੀਆਂ ਹੋਣਗੀਆਂ ਰਾਜੇ? 3 ਹਾਈਡਰੋਜਨਾਂ ਲੱਗੀਆਂ ਹੋਣਗੀਆਂ। ਠੀਕ ਹੈ ਰਾਜੇ, ਪਹਿਲੇ ਤੇ ਲਾਸਟ ਵਾਲੇ ਤੇ 3 ਹਾਈਡਰੋਜਨਾਂ ਹੁੰਦੀਆਂ। ਕਦੋਂ? ਸੈਚੂਰੇਟਡ ਕਾਰਬਨ ਦੇ ਵਿੱਚ। ਕਦੋਂ? ਸੈਚੂਰੇਟਡ ਕਾਰਬਨ ਦੇ ਵਿੱਚ। ਠੀਕ ਹੈ ਰਾਜੇ, ਤੇ ਜਿਹੜੇ ਵਿੱਚ ਵਾਲੇ ਕਾਰਬਨ ਨੇ ਉਹਨਾਂ ਤੇ ਕੀ ਹੋਣਗੇ ਰਾਜੇ? ਸਾਰਿਆਂ ਤੇ 2-2 ਹਾਈਡਰੋਜਨਸ ਲੱਗੀਆਂ ਹੋਣਗੀਆਂ। ਕਿੰਨੀਆਂ ਲੱਗੀਆਂ ਹੋਣਗੀਆਂ? 2-2 ਹਾਈਡਰੋਜਨ ਲੱਗੀਆਂ ਹੋਣਗੀਆਂ। ਤਾਂ ਰਾਜੇ ਤੁਸੀਂ ਇਸ ਮੈਥਡ ਦੇ ਨਾਲ ਕੀ ਕਰੋ, ਤੁਹਾਨੂੰ ਦੇਤੀਆਂ ਉਸਨੇ ਕੁਐਸਚਨ ਦੇ ਵਿੱਚ ਕਿ 50 ਹਾਈਡਰੋਜਨਸ ਨੇ। ਠੀਕ ਹੈ ਰਾਜੇ, ਤਾਂ ਉਸਨੇ ਪੁੱਛਿਆ 50 ਹਾਈਡਰੋਜਨ ਕਿੰਨੇ ਕਾਰਬਨਾਂ ਦੇ ਨਾਲ ਲੱਗਣਗੀਆਂ। ਜੇ ਤੁਹਾਨੂੰ ਇਹ ਗੱਲ ਸਮਝ ਚ ਆ ਗਈ ਰਾਜੇ, ਤਾਂ ਤੁਸੀਂ ਉਸ ਦਾ ਆਨਸਰ ਝੱਟ ਦੇਣੇ ਦੇ ਸਕਦੇ ਹੋ। ਤਾਂ ਤੁਸੀਂ ਸੋਚ ਕੇ ਦੇਖੋ ਕਿ ਜਿਹੜੇ ਪਹਿਲੇ ਕਾਰਬਨ ਨੇ ਉਹਨਾਂ ਤੇ ਕੀ ਲਾਉਣੀਆਂ ਸੀ? 3 ਹਾਈਡਰੋਜਨ। ਲਾਸਟ ਵਾਲੇ ਤੇ ਵੀ ਕਿੰਨੀਆਂ ਲਾਉਣੀਆਂ? 3 ਕਾਰਬਨਾਂ ਪਹਿਲੇ ਤੇ ਲਗਾਤੀਆਂ, 3 ਕਾਰਬਨਾਂ ਅਸੀਂ ਲਾਸਟ ਤੇ ਲਗਾਤੀਆਂ। ਠੀਕ ਹੈ ਰਾਜੇ, ਸਾਡੀਆਂ 6 ਹਾਈਡਰੋਜਨਾਂ ਤਾਂ ਗਈਆਂ, 6 ਹਾਈਡਰੋਜਨਾਂ ਖਤਮ ਨੇ।
ਹੁਣ ਤੁਹਾਡੇ ਕੋਲੇ ਬਚੀਆਂ 50 ਦੇ ਵਿੱਚੋਂ 6 ਕੱਢੇ 44, ਠੀਕ ਹੈ ਰਾਜੇ। ਤਾਂ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਵਿੱਚ ਵਾਲੇ ਜਿੰਨੇ ਕਾਰਬਨ ਨੇ ਹਰ ਕਾਰਬਨ ਤੇ 2 ਹਾਈਡਰੋਜਨਸ ਲੱਗਣਗੀਆਂ, ਠੀਕ ਹੈ ਰਾਜੇ। ਹਰ ਕਾਰਬਨ ਤੇ ਸੌਰੀ ਧਿਆਨ ਨਾਲ ਸੁਣੋ ਦੁਬਾਰੇ, ਪਹਿਲੇ ਤੇ ਲਾਸਟ ਵਾਲੇ ਕਾਰਬਨ ਤੇ 6 ਹਾਈਡਰੋਜਨਾਂ ਲੱਗਣਗੀਆਂ। ਉਸ ਤੋਂ ਬਾਅਦ ਜਿੰਨੇ ਵਿੱਚ ਕਾਰਬਨ ਨੇ ਦੋਨਾਂ ਦੇ ਵਿਚਕਾਰ, ਪਹਿਲੇ ਤੇ ਲਾਸਟ ਵਾਲੇ ਦੇ ਵਿਚਕਾਰ ਜਿੰਨੇ ਕਾਰਬਨ ਨੇ ਉਹਨਾਂ ਦੇ ਉੱਪਰ 2-2 ਹਾਈਡਰੋਜਨਾਂ ਲੱਗਣਗੀਆਂ। ਤਾਂ 6 ਹਾਈਡਰੋਜਨਾਂ ਦਾ ਰਾਜੇ ਅਸੀਂ ਪਹਿਲੇ ਤੇ ਮਤਲਬ ਤੇ ਦੂਜੇ ਤੇ 6 ਹਾਈਡਰੋਜਨਾਂ ਤਾਂ ਅਸੀਂ ਇਸ ਤਰ੍ਹਾਂ ਲਗਾਤੀਆਂ, ਪਹਿਲੇ ਤੇ 3, ਲਾਸਟ ਵਾਲੇ ਤੇ 3, 6 ਹਾਈਡਰੋਜਨ ਗਈਆਂ। ਬਚੀਆਂ ਕਿੰਨੀਆਂ? 44। 44 ਹਾਈਡਰੋਜਨਾਂ ਕਿੰਨੀਆਂ ਕਾਰਬਨ ਤੇ ਲੱਗਣਗੀਆਂ? ਜੇ ਇੱਕ ਕਾਰਬਨ ਤੇ 2 ਲੱਗਦੇ ਆ ਰਾਜੇ, ਇੱਕ ਕਾਰਬਨ ਤੇ ਕਿੰਨੇ ਲੱਗਦੇ ਆ? 2 ਹਾਈਡਰੋਜਨ ਲੱਗਦੇ ਆ ਇੱਕ ਕਾਰਬਨ ਤੇ, ਠੀਕ ਹੈ ਰਾਜੇ, 2 ਹਾਈਡਰੋਜਨਾਂ ਲੱਗਦੀਆਂ। ਤਾਂ 44 ਹਾਈਡਰੋਜਨਾਂ ਕਿੰਨਿਆਂ ਤੇ ਲੱਗਣਗੀਆਂ? ਇਸ ਨੂੰ 2 ਤੇ ਡਿਵਾਈਡ ਕਰ ਦਾਂਗੇ ਰਾਜੇ, ਕਿੰਨਾ ਆ ਜਾਊਗਾ ਸਾਡੇ ਕੋਲੇ? 22। 22 ਕਾਰਬਨ ਸਾਡੇ ਕੋਲੇ ਵਿੱਚ ਹੋ ਗਏ, 2 ਕਿੱਥੇ ਹੋ ਗਏ ਸਾਡੇ ਕੋਲੇ? ਲਾਸਟ ਤੇ ਸਿਰਿਆਂ ਤੇ, ਇੱਕ ਪਹਿਲੇ ਸਿਰੇ ਤੇ ਇੱਕ ਲਾਸਟ ਤੇ। ਤਾਂ ਕਿੰਨੇ ਕਾਰਬਨ ਹੋ ਗਏ ਰਾਜੇ? 24। ਤਾਂ ਦੇਖਦੇ ਹਾਂ ਅਸੀਂ ਉਸ ਦੇ ਵਿੱਚ 24 ਕਾਰਬਨ ਆਨਸਰ ਹੈ। ਤਾਂ ਦੇਖੋ ਰਾਜੇ 25 ਕਾਰਬਨ, 24 ਕਾਰਬਨ, 26, 27। ਤਾਂ ਰਾਜੇ ਇਸ ਦਾ ਆਨਸਰ ਕੀ ਆਏਗਾ? 24। ਤਾਂ ਰਾਜੇ ਉਮੀਦ ਹੈ ਤੁਹਾਨੂੰ ਇਹ ਲੈਕਚਰ ਬਹੁਤ ਵਧੀਆ ਲੱਗਿਆ ਹੋਵੇਗਾ। ਜੋ ਤੁਹਾਡੀ ਪੁਰਾਣੀ ਟੈਸਟ ਸੀਰੀਜ਼ ਸੀ, ਪੁਰਾਣਾ ਟੈਸਟ ਸੀ ETT ਸਕਰੀਨਿੰਗ ਦਾ, ਉਹ ਪੂਰਾ ਸੋਲਵ ਹੋ ਚੁੱਕਿਆ ਰਾਜੇ। ਤਾਂ ਮੈਂ ਕੁਝ ਕੁਐਸਚਨ ਤੁਹਾਨੂੰ ਹੋਰ ਐਕਸਪਲੇਨ ਕਰ ਦਿੰਨਾ। ਜਿਸ ਤਰ੍ਹਾਂ ਕਈ ਵਾਰ ਪੁੱਛ ਲੈਂਦੇ ਨੇ ਰਾਜੇ ਕਿ ਜਿਹੜੀ ਐਂਟ ਸਟਿੰਗ ਹੈ, ਠੀਕ ਹੈ, ਕੀੜੀ ਦੇ ਮੂੰਹ ਦੇ ਵਿੱਚ ਕਿਹੜਾ ਐਸਿਡ ਹੁੰਦਾ? ਕੀੜੀ ਦੇ ਮੂੰਹ ਦੇ ਵਿੱਚ ਰਾਜੇ ਫਾਰਮਿਕ ਐਸਿਡ ਹੁੰਦਾ, ਧਿਆਨ ਚ ਰੱਖਿਓ। ਕਿਹੜਾ ਹੁੰਦਾ ਰਾਜੇ? ਫਾਰਮਿਕ ਐਸਿਡ ਕੀੜੀ ਦੇ ਮੂੰਹ ਦੇ ਵਿੱਚ ਹੁੰਦਾ, ਠੀਕ ਹੈ ਰਾਜੇ। ਕਈ ਵਾਰ ਕੁਐਸਚਨ ਪੁੱਛ ਲਿਆ ਜਾਂਦਾ ਜਦੋਂ ਭਰਿੰਡ ਲੜ ਜਾਂਦੀ ਆ, ਠੀਕ ਹੈ, ਭਰਿੰਡ ਨੂੰ ਇੰਗਲਿਸ਼ ਦੇ ਵਿੱਚ ਬਾਸਪ, ਠੀਕ ਹੈ, ਕੀ ਲਿਖਦੇ ਆ? ਬਾਸਪ। ਤਾਂ ਜਦੋਂ ਭਰਿੰਡ ਲੜਦੀ ਹੈ ਤਾਂ ਉਸ ਦੇ ਉੱਤੇ ਕੀ ਲਗਾਇਆ ਜਾਂਦਾ ਹੈ, ਠੀਕ ਹੈ ਰਾਜੇ। ਤਾਂ ਉਸ ਦੇ ਉੱਤੇ ਕੀ ਲਗਾਇਆ ਜਾਂਦਾ ਹੈ? ਤਾਂ ਉਸ ਦਾ ਮਤਲਬ ਨੇਚਰ ਕਿੱਦਾਂ ਦਾ ਹੁੰਦਾ? ਭਰਿੰਡ ਦੇ ਮੂੰਹ ਦੇ ਵਿੱਚ ਰਾਜੇ ਬੇਸ ਹੁੰਦਾ ਹੈ। ਜਿਸ ਤਰ੍ਹਾਂ ਕੀੜੀ ਦੇ ਮੂੰਹ 'ਚ ਐਸਿਡ ਹੁੰਦਾ, ਭਰਿੰਡ ਦੇ ਮੂੰਹ 'ਚ ਕੀ ਹੁੰਦਾਗਾ? ਬੇਸ ਹੁੰਦਾ ਹੈ ਰਾਜੇ। ਤਾਂ ਬੇਸ ਨੂੰ ਨਿਊਟਰਲਾਈਜ਼ ਕਰਨ ਦੇ ਲਈ ਉਸ ਦੇ ਉੱਤੇ ਕੀ ਲਗਾਇਆ ਜਾਂਦਾ? ਇੱਕ ਐਸਿਡਿਕ ਮੀਡੀਅਮ ਲਗਾਇਆ ਜਾਂਦਾ। ਇਸ ਲਈ ਜਦੋਂ ਭਰਿੰਡ ਲੜਦੀ ਹੈ ਨਾ ਰਾਜੇ, ਤਾਂ ਨਿੰਬੂ ਦਾ ਚਾਰ ਘਸਾਉਂਦੇ ਜਾਂ ਅੰਬ ਦਾ ਚਾਰ ਘਸਾਉਂਦੇ। ਕਿਉਂ? ਕਿਉਂਕਿ ਉਸ ਦੇ ਵਿੱਚ ਕੀ ਹੁੰਦਾ? ਨਿੰਬੂ ਦੇ ਚਾਰ ਦੇ ਵਿੱਚ ਲਗਾ ਲਓ ਜਾਂ ਅੰਬ ਦੇ ਚਾਰ ਦੇ ਵਿੱਚ ਐਸਿਡ ਹੁੰਦਾ, ਤਾਂ ਉਹ ਐਸਿਡ ਬੇਸ ਨੂੰ ਨਿਊਟਰਲਾਈਜ਼ ਕਰਦਾ, ਠੀਕ ਹੈ ਰਾਜੇ। ਇਹ ਕੁਐਸਚਨ ਪੜ੍ਹਨਾ ਤੁਹਾਡੀ ਬੁੱਕ ਦੇ ਵਿੱਚ ਹੈ, NCERT ਦੇ ਵਿੱਚ ਸਪੈਸ਼ਲ ਬਾਸਪ ਲਿਖਿਆ ਹੋਊਗਾ। ਤਾਂ ਇਦਾਂ ਦੇ ਕੁਐਸਚਨ ਰਾਜੇ ਤੁਹਾਨੂੰ ਦੇਖਣ ਨੂੰ ਪੇਪਰ ਦੇ ਵਿੱਚ ਜ਼ਰੂਰ ਮਿਲਣਗੇ। ਉਮੀਦ ਕਰਦਾ ਕਿ ਤੁਹਾਨੂੰ ਲੈਕਚਰ ਬਹੁਤ ਵਧੀਆ ਪਸੰਦ ਆਇਆ ਹੋਵੇਗਾ। ਉਮੀਦ ਇਹ ਵੀ ਕਰਦਾ ਕਿ ਜਿੰਨੇ ਤੁਹਾਡੇ ਚੈਪਟਰ ਨੇ, ਹਰ ਚੈਪਟਰ ਦਾ ਮਤਲਬ ਚੈਪਟਰ ਵਾਈਜ਼, ਟੌਪਿਕ ਵਾਈਜ਼ ਕੀ ਕਰਾਂ, ਤੁਹਾਨੂੰ ਵੀਡੀਓ ਬਣਾ ਕੇ ਸੈਂਡ ਕਰਾਂ। ਜਿੰਨਾ ਵੀ ਰਾਜੇ ਟਾਈਮ ਮਿਲੂਗਾ ਤੁਹਾਡੀ ਹੈਲਪ ਕਰਾਂਗੇ। ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ। ਜੇ ਤੁਹਾਨੂੰ ਮਤਲਬ ਵੀਡੀਓ ਚੰਗੀ ਲੱਗੀ, ਸਮਝ ਕੁਝ ਆਇਆ ਲੱਗਦਾ ਤੁਹਾਨੂੰ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਹਾਨੂੰ ਮਤਲਬ ਜਦੋਂ ਵੀ ਵੀਡੀਓ ਪਾਵਾਂ ਨਿਊ ਨੋਟੀਫਿਕੇਸ਼ਨ ਮਿਲ ਜੇ। ਤਾਂ ਰਾਜੇ ਹੋ ਸਕਿਆ ਤਾਂ ਅਗਲੀ ਵਾਰ ਸਾਊਂਡ ਜੋ ਚੈਪਟਰ ਹੈ ਸਟਾਰਟ ਕਰਾਂਗੇ। ਸਾਊਂਡ ਚੈਪਟਰ ਦੀ ਮਤਲਬ ਫੁੱਲ ਵੀਡੀਓ ਐਕਸਪਲੇਨੇਸ਼ਨ ਜਿੰਨੀ ਸਿਲੇਬਸ ਦੇ ਅਕੋਰਡਿੰਗ ਹੈ ਉਹ ਬਣਾ ਕੇ ਤੁਹਾਨੂੰ ਮਤਲਬ ਪੇਸਟ ਕਰੀਏ। ਜਿੰਨਾ ਮਤਲਬ ਉਸ ਦੇ ਵਿੱਚੋਂ ਵੱਧ ਤੋਂ ਵੱਧ ਕੁਐਸਚਨ ਆ ਸਕਦੇ ਹੋ ਤੁਹਾਡੇ ਨਾਲ ਸਾਂਝੇ ਕਰੀਏ ਰਾਜੇ। ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਲਾਈਕ ਕਰਿਓ। ਜੇ ਕੋਈ ਮਤਲਬ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਕਰਿਓ ਰਾਜੇ, ਠੀਕ ਹੈ ਰਾਜੇ। ਤਾਂ ਮਤਲਬ ਜੇ ਕੋਈ ਕੰਟੈਕਟ ਕਰਨਾ ਚਾਹੁੰਦਾ ਉਹ ਕੰਟੈਕਟ ਵੀ ਕਰ ਸਕਦਾ। ਮੇਰੇ ਕੋਲੇ PDF ਵਗੈਰਾ ਤੁਹਾਡੇ ਚੈਪਟਰਾਂ ਦੇ ਸਾਰੇ ਚੈਪਟਰ ਦੇ PDF ਨੇ। ਜਿੰਨੇ ਵੀ ਨੈਟ ਤੇ MCQs ਹੈ ਤੁਸੀਂ ਸਰਚ ਕਰੋਗੇ ਰਾਜੇ, ਮੈਂ ਤੁਹਾਨੂੰ ਸਿੱਧੇ PDF ਦੇ ਸਕਦਾਗਾ, ਠੀਕ ਹੈ ਰਾਜੇ। ਤਾਂ ਜਿਸ ਨੇ PDF ਲੈਣੇ ਹੋਣਗੇ ਉਹ ਮੈਨੂੰ ਕੰਟੈਕਟ ਕਰ ਸਕਦਾਗਾ। ਹਰ ਚੈਪਟਰ ਦੇ PDF ਹੈ। ਵੱਧ ਤੋਂ ਵੱਧ MCQs ਕਰਨ ਦੀ ਮਤਲਬ ਕੋਸ਼ਿਸ਼ ਕਰਿਓ। ਪ੍ਰੈਕਟਿਸ ਦੇ ਨਾਲ ਸਭ ਕੁਝ ਆਊਗਾ। ਜਿੰਨਾ ਚਿਰ ਤੁਸੀਂ ਪ੍ਰੈਕਟਿਸ ਨਹੀਂ ਕਰਦੇ, ਤੁਸੀਂ ਜਿੰਨਾ ਮਰਜ਼ੀ ਹਾਰਡ ਵਰਕ ਕਰ ਲਓ, ਪੜ੍ਹ ਲਓ ਰਾਜੇ, ਤੁਹਾਡੇ ਸਮਝ ਨਹੀਂ ਆਣੀਆਂ ਇਹ ਚੀਜ਼ਾਂ ਤਾਂ ਤੁਸੀਂ MCQ ਸੋਲਵ ਕਰਕੇ ਦੇਖਿਓ। ਉਮੀਦ ਹੈ ਰਾਜੇ ਤੁਹਾਨੂੰ ਇੰਨਾ ਸਮਝ ਚ ਆਇਆ ਹੋਊਗਾ। ਥੈਂਕ ਯੂ ਰਾਜੇ, ਧੰਨਵਾਦ।